ਸਤਨਾਮ ਸ੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਮਤ ਸੁਮਤ ਤੇਰੇ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜੋ ਭਾਵੈ ਤਿਵੈ ਬੁਲੈਨੀ। ਬਾਣੀ ਮੁਖੋਂ ਉਚਾਰੀਐ ਹੋਏ ਰੁਸ਼ਨਾਈ, ਮਿਟੈ ਅੰਧਿਆਰਾ। ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉਠੇ ਧੁਨਕਾਰਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਦੂਜੀ ਭਾਉ ਲੱਖ ਹੋਹੇ, ਲੱਖ ਹੋਵਹਿ ਲੱਖ ਵੀਸ। ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਏਤ ਰਾਹ ਪਤ ਪਵੜੀਆ, ਚੜੀਐ ਹੋਏ ਇਕੀਸ। ਸੁਣ ਗੱਲਾਂ ਆਕਾਸ ਕੀ, ਕੀਟਾ ਆਈ ਰੀਸ। ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅਕਾਲੀ ਬਾਣੀ, ਧੁਰਕੀ ਬਾਣੀ ਦੀ ਵਿਚਾਰ ਨੂੰ ਅੱਗੇ ਤੋਰਦਿਆਂ ਹੋਇਆਂ, ਆਪ ਜੀ ਨੇ ਜਪਜੀ ਸਾਹਿਬ ਜੀ ਦੀ 32ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਸਤਿਗੁਰੂ ਜੀ ਦੇ ਮੁਬਾਰਕ ਬਚਨਾਂ ਦੀ ਵਿਚਾਰ ਨੂੰ ਗੁਰੂ ਕਿਰਪਾ ਸਦਕਾ ਅੱਗੇ ਤੋਰੀਏ। ਸਤਿਗੁਰੂ ਮਹਾਰਾਜ ਨੇ ਇਸ ਪੌੜੀ ਦੇ ਅੰਦਰ ਜੋ ਆਪਣੇ ਵੱਲੋਂ ਪਰਮਾਰਥ ਦਾ ਮਾਰਗ ਦਰਸਾਇਆ ਹੈ, ਉਸ ਬਾਰੇ ਵਿਚਾਰ ਦੱਸ ਰਹੇ ਨੇ। ਕਿਉਂਕਿ ਸੰਸਾਰ ਦੇ ਅੰਦਰ, ਖਾਸ ਕਰਕੇ ਭਾਰਤ ਦੇਸ਼ ਦੇ ਅੰਦਰ, ਪਰਮਾਰਥ ਦੇ ਅਨੇਕਾਂ ਮਾਰਗ ਹਨ। ਤਪੱਸਿਆ, ਯੋਗਾ ਅਭਿਆਸ, ਤੀਰਥ ਇਸ਼ਨਾਨ, ਦਾਨ ਆਦਿਕ। ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਸਭ ਤੋਂ ਸ਼੍ਰੋਮਣੀ ਜੋ ਪਰਮਾਰਥ ਦਾ ਮਾਰਗ ਹੈ, ਉਹ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਹੈ। ਜਿਵੇਂ ਮਾਰਗ ਅਨੇਕਾਂ ਹੁੰਦੇ ਨੇ, ਪਰ ਮੰਜ਼ਿਲ ਇੱਕ ਹੁੰਦੀ ਹੈ। ਇੱਕ ਪੈਦਲ ਚੱਲ ਕੇ ਜਾਣ ਵਾਲਾ ਰਸਤਾ ਹੁੰਦਾ ਹੈ, ਇੱਕ ਘੋੜਿਆਂ, ਹਾਥੀਆਂ, ਊਠਾਂ ਦੇ ਲੰਘਣ ਵਾਲਾ ਰਸਤਾ ਹੁੰਦਾ, ਇੱਕ ਰਥਾਂ ਵਾਲਾ, ਬੈਲ ਗੱਡੀਆਂ ਦੁਆਰਾ, ਇਸੇ ਤਰ੍ਹਾਂ ਮੋਟਰ ਕਾਰਾਂ ਦੁਆਰਾ, ਫਿਰ ਹਵਾਈ ਜਹਾਜ਼ ਆਦਿਕ ਹਨ। ਇਤਿਆਦਿਕ ਵੱਖਰੇ ਵੱਖਰੇ ਰਸਤੇ ਹਨ। ਇੱਕ ਮੰਜ਼ਿਲ 'ਤੇ ਪਹੁੰਚਣ ਲਈ ਵਾਸਤੇ ਹੀ ਵੱਖਰੇ ਵੱਖਰੇ ਕਈ ਰਸਤੇ ਨੇ। ਮੰਜ਼ਿਲ ਇੱਕ ਹੈ, ਰਸਤੇ ਕਈ ਹਨ। ਪਰ ਕੁਝ ਰਸਤੇ ਐਸੇ ਨੇ ਜਿਨ੍ਹਾਂ ਦੁਆਰਾ ਚੱਲਦਿਆਂ ਜ਼ਿਆਦਾ ਸਮਾਂ ਲੱਗ ਕੇ ਅਸੀਂ ਮੰਜ਼ਿਲ 'ਤੇ ਪਹੁੰਚਦੇ ਹਾਂ। ਕੋਈ ਰਸਤਾ ਐਸਾ ਵੀ ਹੈ, ਜਿਵੇਂ ਹਵਾਈ ਜਹਾਜ਼ ਕੁਝ ਘੰਟਿਆਂ ਵਿੱਚ ਹੀ ਹਜ਼ਾਰਾਂ ਮੀਲ ਮਨੁੱਖ ਨੂੰ ਲੈ ਕੇ ਤੇ ਚਲਾ ਜਾਂਦਾ, ਪਹੁੰਚਾ ਦਿੰਦਾ ਮੰਜ਼ਿਲ 'ਤੇ ਥੋੜ੍ਹੇ ਸਮੇਂ ਵਿੱਚ। ਸਮਾਂ ਥੋੜ੍ਹਾ ਹੈ, ਪਰ ਮੰਜ਼ਿਲ ਉਹੀ ਹੈ। ਉਸ ਮੰਜ਼ਿਲ 'ਤੇ ਉਹ ਛੇਤੀ ਪਹੁੰਚਾ ਦਿੰਦਾ ਹੈ। ਇਸ ਪ੍ਰਕਾਰ ਹੀ ਜੋ ਵਾਹਿਗੁਰੂ ਦਾ ਸਿਮਰਨ ਹੈ, ਇਹ ਛੇਤੀ ਹੀ ਮੰਜ਼ਿਲ 'ਤੇ ਪਹੁੰਚਾਉਣ ਵਾਲਾ ਮਾਰਗ ਹੈ। ਕਲਯੁਗ ਦੇ ਸਮੇਂ ਅੰਦਰ ਹਜ਼ੂਰ ਨੇ ਕਿਹਾ ਹੈ, ਸਤਿਯੁਗ ਸਤ ਤੇਤਾ ਜਗੀ, ਦੁਆਪਰ ਪੂਜਾ ਚਾਰ। ਤਿੰਨੋਂ ਯੁਗ ਤਿੰਨੋਂ ਦਿੜੇ, ਕਲ ਕੇਵਲ ਨਾਮ ਆਧਾਰ। ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ। ਅਨਰੂਤ ਨਾਹੀ ਨਾਹੀ, ਮਤ ਭਰਮ ਭੂਲੋ ਭੂਲੋ। ਔਰ ਇੱਕ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਬਚਨ ਸੁਣਾਇਆ ਹੈ ਕਿ ਕਾਨਪੁਰ ਦਾ ਰਹਿਣ ਵਾਲਾ ਕੋਈ ਰੱਬ ਦਾ ਬੰਦਾ ਜੋ ਜੈਨੀ ਮਤ ਦਾ ਸੀ, ਜੈਨ ਮਤ ਦਾ ਸੀ, ਜੈਨੀ ਸੀ, ਅਤੇ ਉਸਨੇ ਪੜਦੇ ਨਾਲ, ਗੁਪਤ ਢੰਗ ਨਾਲ ਮਸਕੀਨ ਜੀ ਨੂੰ ਆਪਣੀ ਹੱਡਬੀਤੀ ਦੱਸੀ ਕਿ ਮੇਰਾ ਪਰਦਾ ਯਾਰ ਨਾ ਕਰਨਾ, ਕਿਉਂਕਿ ਮੈਂ
ਗ੍ਰਸਤੀ ਹਾਂ, ਆਪਣੀ ਔਲਾਦ ਬੱਚਿਆਂ ਨੂੰ ਸੰਤਾਨ ਨੂੰ ਵਿਆਹੁਣਾ ਹੁੰਦਾ ਅਤੇ ਮੈਨੂੰ ਕਿਤੇ ਆਪਣੀ ਬਰਾਦਰੀ ਵਿੱਚੋਂ ਜੈਨੀ ਲੋਕ ਛੇਕ ਨਾ ਦੇਣ। ਅਤੇ ਉਹਨੇ ਆਪਣੀ ਹੱਡਬੀਤੀ ਇਹ ਦੱਸੀ ਕਿ ਮੈਂ ਹੋਰਨਾਂ ਮੰਤਰਾਂ ਦਾ ਵੀ ਜਾਪ ਕਰਕੇ ਵੇਖਿਆ, ਰਾਮ ਰਾਮ ਵੀ ਜਪਿਆ ਲਗਾਤਾਰ, ਹਰੀ ਹਰੀ ਵੀ ਜਪਿਆ, ਗੋਬਿੰਦ ਗੋਬਿੰਦ ਵੀ ਜਪਿਆ, ਅਤੇ ਸਭ ਤੋਂ ਸ਼੍ਰੋਮਣੀ ਜਿਹੜੇ ਅੰਦਰ ਦੀਆਂ ਸ਼ਕਤੀਆਂ ਨੂੰ ਜਗਾਉਣ ਵਾਲੇ 2 ਮੰਤਰ ਮੈਨੂੰ ਜਿਹੜੇ ਉਹ ਪਤਾ ਲੱਗਾ। ਮੈਂ ਜਾਪ ਕਰਕੇ ਵੇਖਿਆ ਖੁਦ। ਇੱਕ ਤਾਂ ਹੈ ਅੱਲਾਹੂ ਅੱਲਾਹੂ, ਔਰ ਦੂਸਰਾ ਹੈ ਸਿੱਖ ਧਰਮ ਦਾ ਗੁਰਮੰਤਰ ਵਾਹਿਗੁਰੂ ਵਾਹਿਗੁਰੂ। ਔਰ ਜਿਹੜੀ ਗੱਲ ਮਹੀਨਾ 2-2 ਮਹੀਨੇ ਹੋਰਨਾਂ ਮੰਤਰਾਂ ਦਾ ਜਾਪ ਕਰਕੇ ਬਣੀ, ਉਹ 2-3 ਦਿਨਾਂ ਵਿੱਚ ਹੀ ਗੱਲ ਬਣ ਗਈ, ਕਿਉਂਕਿ ਉਹ ਜਾਪਕ ਪੁਰਖ ਸੀ, ਪਰਮਾਰਥੀ ਸੀ। ਅਸੀਂ ਸਿੱਖ ਹੋ ਕੇ ਵੀ ਚੁਗਲੀ ਨਿੰਦਿਆ ਦੁਨਿਆਵੀ ਗੱਲਾਂ ਦਾ ਪਿੱਛਾ ਨਹੀਂ ਛੱਡਦੇ। ਮਨ ਦੀ ਖੁਰਾਕ ਐਸੀ ਸਾਡੀ ਬਣੀ ਹੋਈ ਹੈ, ਅਤੇ ਜੇ ਕੋਈ ਵਾਹਿਗੁਰੂ ਦੇ ਸਿਮਰਨ ਨਾਲ ਜੁੜ ਜਾਏ ਅਤੇ ਫਿਰ ਉਸ ਨੂੰ ਰਸ ਬਣ ਜਾਏ, ਅਤੇ ਉਹ ਫਿਰ ਕੀ ਇੱਛਾ ਮਨ 'ਚ ਰੱਖਦਾ। ਇੱਕ ਥੋੜ੍ਹੀ ਜਿਹੀ ਇਹ ਵੀ ਵਿਚਾਰ ਮਹਾਂਪੁਰਸ਼ਾਂ ਦਿੱਤੀ ਹੈ ਭਈ ਗਿਆਨ ਦੀ ਪ੍ਰਾਪਤੀ ਦੀਆਂ 7 ਭੂਮਿਕਾਵਾਂ ਮੰਨੀਆਂ ਗਈਆਂ ਨੇ। ਸਨਾਤਨ ਮਤ ਦੇ ਅੰਦਰ ਕਰਮ ਉਪਾਸ਼ਨਾ ਗਿਆਨ ਜੋ ਭਗਤੀ ਦਾ ਮਾਰਗ ਹੈ, ਇੰਝ ਦਰਸਾਇਆ ਗਿਆ। ਕਰਮ ਕਾਂਡ, ਕਰਮ ਕਰੋ ਸ਼ੁਭ ਨੇਕੀ ਦੇ ਵਿਧੀ ਕਰਮ, ਸ਼ਾਸਤਰਾਂ ਵੇਦਾਂ ਜਿਹੜੇ ਕਰਮ ਦੱਸੇ ਗਏ ਨੇ ਉਹ ਕਰੋ। ਫਿਰ ਉਸ ਤੋਂ ਅੱਗੇ ਕਰਮ ਕਰਦੇ ਕਰਦੇ ਤੁਸੀਂ ਉਪਾਸ਼ਨਾ ਕਾਂਡ ਵਿੱਚ ਚਲੇ ਜਾਓਗੇ, ਭਗਤੀ ਦੇ ਕਾਂਡ ਵਿੱਚ ਚਲੇ ਜਾਓਗੇ। ਫਿਰ ਉਸ ਤੋਂ ਅੱਗੇ ਗਿਆਨ ਕਾਂਡ ਦੀ ਪ੍ਰਾਪਤੀ ਹੁੰਦੀ ਹੈ। ਜਿਵੇਂ ਗੁਰੂ ਕੀ ਬਾਣੀ ਦਾ ਬਚਨ ਹੈ, ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਹ ਕਰਮ ਹੈ ਨਾਸ। ਦ੍ਰਿਸ਼ਟਾਂਤ ਇਹ ਦਿੱਤਾ ਭਈ ਫਲ ਕਾਰਨ ਫੂਲੀ ਬਨਰਾਏ, ਫਲ ਲੱਗਾ ਤਬ ਫੂਲ ਬੁਲਾਏ। ਜੋ ਬਨਰਾਏ ਬਿਰਛ ਬੂਟੇ ਬਗੀਚੇ ਹਨ, ਉਹਨਾਂ ਬੂਟਿਆਂ ਨੂੰ ਪਹਿਲਾਂ ਫੁੱਲ ਲੱਗਦੇ ਨੇ। ਫੁੱਲ ਲੱਗਣ ਦਾ ਕਾਰਨ ਇਹ ਹੈ ਕਿ ਇੱਥੇ ਫਲ ਲੱਗਣਗੇ, ਅਤੇ ਜਿਸ ਵੇਲੇ ਉਹਨਾਂ ਫੁੱਲਾਂ ਤੋਂ ਫਲ ਬਣ ਜਾਂਦੇ ਹਨ ਤਾਂ ਫੁੱਲ ਫਿਰ ਝੜ ਜਾਂਦੇ, ਫੁੱਲਾਂ ਦੀ ਫਿਰ ਕੋਈ ਅਹਿਮੀਅਤ ਨਹੀਂ। ਇਸੇ ਤਰ੍ਹਾਂ ਗਿਆਨ ਦੀ ਪ੍ਰਾਪਤੀ ਵਾਸਤੇ ਕਰਮ ਹੈ, ਅਤੇ ਜਿਸ ਵੇਲੇ ਗਿਆਨ ਦੀ ਪ੍ਰਾਪਤੀ ਹੋ ਜਾਏ ਫਿਰ ਕਰਮਾਂ ਦੀ ਬੰਦਸ਼ ਨਹੀਂ ਰਹਿੰਦੀ। ਇਸੇ ਕਰਕੇ 2 ਤਰ੍ਹਾਂ ਦੇ ਮਹਾਤਮਾ ਹੁੰਦੇ ਨੇ, ਇੱਕ ਮਰਿਆਦਾ ਪੁਰਸ਼ੋਤਮ ਅਤੇ ਇੱਕ ਖੁੱਲ੍ਹੇ ਸੁਭਾਅ ਦੇ। ਮਰਿਆਦਾ ਤੋਂ ਬਾਹਰ ਹੋ ਕੇ ਵੀ ਵਿਚਰਦੇ ਨੇ। ਜਿਵੇਂ ਔਰੰਗਜ਼ੇਬ ਨੂੰ ਸ਼ਰ੍ਹਾ ਤੋਂ ਬਾਹਰ ਜਾ ਕੇ ਕੀਤੀ ਗੱਲ ਪਸੰਦ ਨਹੀਂ ਸੀ, ਇਸ ਕਾਰਨ ਹੀ ਕਈ ਇਸਲਾਮ ਦੇ ਬੇਨਵਾ ਅਤੇ ਸੂਫੀ ਜਿਹੜੇ ਫਕੀਰ ਸੀ, ਸੰਤ ਸੀ, ਉਹਨਾਂ ਦਾ ਕਤਲ ਕਰਾਤਾ ਸੀ ਵੀ ਮੇਰੀ ਮਰਜ਼ੀ ਅਨੁਸਾਰ। ਸ਼ਰ੍ਹਾ ਦੇ ਵਿੱਚ ਪਾਬੰਦ ਹੋ ਕੇ ਕਿਉਂ ਨਹੀਂ ਚੱਲਦੇ। ਸਰਮਦ ਵਰਗੇ ਸੰਤ ਦਾ ਕਤਲ ਕਰਾਤਾ ਸੀ, ਔਰ ਇਤਿਆਦਿਕ। ਇਸ ਤਰ੍ਹਾਂ ਹੀ ਇਸਲਾਮ ਦੇ ਵਿੱਚ ਇਹ 4 ਅਵਸਥਾ ਦੱਸੀਆਂ ਗਈਆਂ ਨੇ। ਪਹਿਲਾਂ ਸ਼ਰੀਅਤ, ਫਿਰ ਤਰੀਕਤ। ਸ਼ਰੀਅਤ ਸਰੀਰਕ ਮਰਿਆਦਾ, ਸਰੀਰਕ ਮਰਿਆਦਾ 'ਚ ਆਪਣੇ ਆਪ ਨੂੰ ਬੰਨ੍ਹਣਾ। ਤਰੀਕਤ ਯਾਨੀ ਤਰਕ ਦਲੀਲ, ਵਿਚਾਰਵਾਨ ਹੋਣਾ। ਫਿਰ ਮਾਰਫਤ, ਅਤੇ ਉਸ ਤੋਂ ਬਾਅਦ ਹਕੀਕਤ, ਸੱਚਾਈ ਦੀ, ਗਿਆਨ ਦੀ, ਸੱਚ ਦੀ ਪ੍ਰਾਪਤੀ ਹੋ ਜਾਣੀ। ਇਸੇ ਤਰ੍ਹਾਂ ਗਿਆਨ ਦੀਆਂ 7 ਭੂਮਿਕਾ, ਜਾਂ ਸਮਝਣ ਲਈ ਇੰਝ ਵੀ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਜਿਹੜਾ ਸੰਤ ਮਾਰਗ ਹੈ ਇਹ ਧਰਮ ਦੀ ਪੌੜੀ ਹੈ, ਅਤੇ ਇਸ ਵਾਸਤੇ ਵਿਦਵਾਨਾਂ ਨੇ ਇਹ ਵਿਚਾਰ ਦਿੱਤੀ ਹੈ ਕਿ ਉਸ ਧਰਮ ਦੀ ਪੌੜੀ ਦੇ 7 ਡੰਡੇ ਨੇ। ਉਹਨਾਂ ਡੰਡਿਓਂ ਡੰਡੀ ਚੜ੍ਹ ਕੇ ਅਸੀਂ ਮੰਜ਼ਿਲ 'ਤੇ ਪਹੁੰਚਦੇ ਹਾਂ। ਸ਼ੁਭ ਇੱਛਾ, ਮਨ ਅੰਦਰ ਸ਼ੁਭ ਕਰਮ ਕਰਨ ਦੀ ਇੱਛਾ ਪ੍ਰਗਟ ਹੋਣੀ, ਤੀਬਰ ਤਾਂਘ ਬਣ ਜਾਣੀ। ਬੁਰੇ ਕਰਮਾਂ ਦਾ ਤਿਆਗ ਕਰਾਂ, ਚੰਗੇ ਧਾਰਨ ਕਰਾਂ। ਧਰਮ ਦੇ ਮਾਰਗ 'ਤੇ ਚੱਲਣ ਦੀ ਇੱਛਾ, ਪਰਮਾਰਥ ਦੇ ਮਾਰਗ 'ਤੇ ਚੱਲਣ ਦੀ ਇੱਛਾ। ਉਸ ਤੋਂ ਬਾਅਦ ਹੈ ਸੁਵਿਚਾਰਨਾ, ਇਕਾਂਤ ਵਿੱਚ ਰਹਿ ਕੇ ਵਿਚਾਰ ਕਰਨੀ ਕਿ ਮੈਂ ਕੌਣ ਹਾਂ, ਮੈਂ ਕਿਆ ਹਾਂ, ਮੇਰਾ ਅਸਲ ਸਰੂਪ ਕੀ ਹੈ, ਮੈਂ ਕਿਸ ਵਾਸਤੇ ਆਇਆ, ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ। ਸੁਵਿਚਾਰਨਾ। ਤੀਸਰਾ ਤਨੁਮਾਨਸਾ, ਦੁਨਿਆਵੀ ਖਵਾਹਿਸ਼ਾਂ ਘਟ ਜਾਣੀਆਂ ਔਰ ਸਰੂਪ ਵਾਲੇ ਆਤਮ ਸਰੂਪ ਦੇ ਗਿਆਨ ਵਾਲੇ ਪਾਸੇ ਨੂੰ ਤੁਰ ਪੈਣਾ। ਫਿਰ ਹੈ ਸਤਵਾਪਤ, ਸਤ ਸਰੂਪ ਆਤਮਿਕ ਗਿਆਨ ਸਰੂਪ ਦਾ
ਪ੍ਰਾਪਤ ਹੋ ਜਾਣਾ। ਫਿਰ ਪੰਜਵਾਂ ਡੰਡਾ ਅਸੰਸਕਤ, ਕਾਮ ਕ੍ਰੋਧ ਮੋਹ ਲੋਭ ਹੰਕਾਰ ਦਾ ਮਿਟ ਜਾਣਾ। ਫਿਰ ਹੈ ਪਦਾਰਥਾ ਭਾਵਨੀ, ਆਪਣੇ ਆਪ ਸਰੀਰ ਦਾ ਵੀ ਦੇਹ ਭਿਮਾਨ ਨਾ ਰਹਿਣਾ ਤੇ ਕਿਸੇ ਪਦਾਰਥ ਦੀ ਇੱਛਾ ਨਾ ਰਹਿਣੀ, ਨਾ ਸੰਸਾਰ ਨਾਲ ਲਗਾ ਰਹਿਣਾ, ਬਲਕਿ ਸੁਰਗ ਬੈਕੁੰਠ ਦੀਆਂ ਮੁਕਤੀਆਂ ਦਾ ਵੀ ਮਨ ਚੋਂ ਤਿਆਗ ਹੋਣਾ। ਬ੍ਰਹਮ ਲੋਕ ਲੋ ਭੋਗ ਜੋ ਕਾਗ ਬਿਸ਼ਟ ਸਮਝਾਨ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਇਸ ਤਰ੍ਹਾਂ ਦੀ ਅਵਸਥਾ ਬਣ ਕੇ ਤੇ ਫਿਰ ਸਤਵਾਂ ਤੁਰੀਆ ਪਦ, ਸਤਵੀਂ ਭੂਮਿਕਾ ਮੰਜ਼ਿਲ ਹੈ। 6 ਡੰਡੇ ਹਨ ਤੇ 7ਵੇਂ ਤੇ ਜਾ ਕੇ ਮਾਨੋ ਜਿਵੇਂ ਛੱਤ ਤੇ ਮਨੁੱਖ ਚੜ੍ਹ ਗਿਆ। ਉਹ ਹੈ 7ਵੀਂ ਭੂਮਿਕਾ ਤੁਰੀਆ ਪਦ, ਬ੍ਰਹਮਾਨੰਦ ਬ੍ਰਹਮ ਗਿਆਨ ਆਦਿਕ ਉਸ ਨੂੰ ਕਿਹਾ ਜਾਂਦਾ। ਚੌਥਾ ਪਦ ਵੀ ਵਿਦਵਾਨ ਕਹਿੰਦੇ ਨੇ। ਇਤਿਆਦਿਕ ਸਤਿਗੁਰੂ ਮਹਾਰਾਜ ਇੱਥੇ ਦਰਸਾ ਰਹੇ ਨੇ ਕਿ ਪਰਮਾਰਥ ਦੇ ਮਾਰਗ ਤੇ ਚੱਲਣ ਵਾਲੇ ਵਿਅਕਤੀ ਨੂੰ ਜਦੋਂ ਗੁਰੂ ਦਾ ਉਪਦੇਸ਼ ਸੁਣ ਕੇ ਇਹ ਇੱਛਾ ਮਨ 'ਚ ਜਾਗਦੀ ਹੈ, ਨਾਮ ਜਪਦਿਆਂ ਜਪਦਿਆਂ ਇਹ ਰਸ ਆਉਣਾ ਤੇ ਫਿਰ ਤੀਬਰ ਤਾਂਘ ਬਣ ਜਾਣੀ। ਇੱਕ ਦੂ ਜੀ ਭਾਉ ਲੱਖ ਹੋਏ ਲੱਖ ਹੋ ਵਹਿ ਲੱਖ ਵੀਸ, ਹੇ ਵਾਹਿਗੁਰੂ ਮੇਰੀ ਜ਼ਬਾਨ ਇੱਕ ਹੈ। ਜਿਵੇਂ ਬਚਨ ਹੈ, ਜਿਹਵਾ ਏਕ ਕਮਨ ਗੁਣ ਕਹੀ ਹੈ, ਹਮਰੀ ਜੇਵਾ ਏਕ ਪ੍ਰਭ ਹਰ ਕੇ ਗੁਣ ਅਗਮ ਆਗਾਹ, ਹਮ ਕਿਉਂ ਕਰ ਜਪਹਿ ਇਆਣਿਆ ਹਰ ਤੁਮ ਵੱਡ ਅਗਮ ਅਥਾਹ। ਇਸ ਪ੍ਰਕਾਰ ਲਾਖ ਜਿਹਵਾ ਦੇਹੋ ਮੇਰੇ ਪਿਆਰੇ, ਮੁਖ ਹਰ ਆਰਾਧੇ ਮੇਰਾ ਰਾਮ। ਔਰ ਇਸ ਪ੍ਰਕਾਰ ਇੰਜ ਵੀ ਬਚਨਾ, ਲਾਖ ਕੋਟ ਕਰਨ ਦੀਜੈ ਪ੍ਰਭ ਪ੍ਰੀਤਮ, ਹਰ ਗੁਣ ਸੁਣੀਐ ਬਿਨਾਸੀ ਰਾਮ। ਕਰੋੜਾਂ ਕੰਨ ਬਖਸ਼ ਦਿਓ, ਤੁਹਾਡਾ ਉਹਨਾਂ ਕੰਨਾਂ ਨਾਲ ਜ਼ਿਆਦਾ ਜਸ ਸੁਣਿਆ ਜਾ ਸਕੇ। ਇਹ ਹੈ ਤੀਬਰ ਤਾਂਘ, ਜਿਸ ਨੂੰ ਕੋਈ ਰਸ ਆਇਆ, ਜਿਸ ਨੂੰ ਕੁਝ ਨਾਮ ਜਪਦਿਆਂ ਇਕਾਗਰਤਾ ਬਣੀ, ਆਨੰਦ ਬਣਿਆ, ਉਹੀ ਇਹ ਇੱਛਾ ਰੱਖਦਾ। ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਵੀ ਇੱਕ ਵਾਰੀ ਵਾਹਿਗੁਰੂ ਕਹਿ ਕੇ ਦੁਬਾਰਾ ਫਿਰ ਵਾਹਿਗੁਰੂ ਕਹਿਣ ਨੂੰ ਦਿਲ ਕਰੇ, ਤੇ ਬਾਰ-ਬਾਰ ਹੀ ਬੋਲੀ ਜਾਵਾਂ, ਬਾਰ-ਬਾਰ ਸੁਣੀ ਜਾਵਾਂ, ਤਾਂ ਸਮਝੋ ਇਹ ਕਿਰਪਾ ਹੈ। ਸੋ ਇਸ ਪ੍ਰਕਾਰ ਇੱਕ ਜੀਭ ਤੋਂ ਲੱਖਾਂ ਜੀਭਾਂ ਬਣ ਜਾਣ, ਲੱਖ ਹੋ ਵਹਿ ਲੱਖ ਵੀਸ, ਔਰ ਫਿਰ ਲੱਖਾਂ ਜੀਭਾਂ ਤੋਂ ਉਹ ਲੱਖ ਜਿਹੜੀਆਂ ਜੀਭਾਂ ਹਨ 20 ਲੱਖ ਜ਼ਬਾਨਾਂ ਬਣ ਜਾਣ। ਇਸ ਪ੍ਰਕਾਰ ਦੀ ਮੇਰੀ ਇੱਛਾ ਹੈ, ਕਿਉਂਕਿ ਜਿਹੜਾ ਰਸਨਾ ਦੇ ਨਾਲ ਜਾਪ ਹੁੰਦਾ ਇਹ ਬੈਖਰੀ ਬਾਣੀ ਦਾ ਜਾਪ ਹੈ। ਫਿਰ ਮੱਧਮਾ ਗਲੇ ਦੇ ਅੰਦਰ ਜਾਪ ਹੋਣਾ, ਫਿਰ ਪਸਯੰਤੀ ਬਾਣੀ ਦਾ ਜਾਪ ਹਿਰਦੇ 'ਚ, ਤੇ ਫਿਰ ਪਰਾ ਬਾਣੀ ਦਾ ਜਾਪ ਹੈ ਜਿਹੜਾ ਨਾਭੀ ਵਿੱਚ। ਨਾਭੀ ਜਿਹੜੀ ਧੁਨੀ ਹੈ ਸਾਡੀ, ਉਹਦੇ ਨਾਲ ਹਵਾ ਟਕਰਾਉਣ ਕਰਕੇ ਆਵਾਜ਼ ਪੈਦਾ ਹੁੰਦੀ ਹੈ। ਤੇ ਇਸ ਪ੍ਰਕਾਰ ਉਹ ਸਵਾਸ ਭਜਨ ਕਰਨਾ, ਫਿਰ ਜਪਾ ਜਾਪ, ਫਿਰ ਗੁਰਮੁਖ ਰੋਮ ਰੋਮ ਹਰ ਧਿਆਵੈ। ਬ੍ਰਹਮ ਗਿਆਨ ਦੀ ਅਵਸਥਾ ਵਾਲਾ ਵਿਅਕਤੀ ਇੱਕ ਵਾਰੀ ਵਾਹਿਗੁਰੂ ਕਹੇ ਤੇ ਸਮਝੋ 3.5 ਕਰੋੜ ਵਾਰੀ ਕਿਹਾ ਗਿਆ। ਔਰ ਉਸ ਅਵਸਥਾ 'ਚ ਫਲ ਵੀ ਬਹੁਤ ਜ਼ਿਆਦਾ। ਉਸ ਅਵਸਥਾ 'ਚ ਪਹੁੰਚ ਕੇ ਨਾਮ ਸਿਮਰਨ ਵਿੱਚ ਲੱਗਣਾ, ਆਨੰਦ ਵੀ ਕਈ ਗੁਣਾ ਜ਼ਿਆਦਾ, ਕਰੋੜਾਂ ਗੁਣਾ ਜ਼ਿਆਦਾ। ਇਸ ਪ੍ਰਕਾਰ 20 ਲੱਖ ਜ਼ਬਾਨਾਂ ਹੋ ਜਾਣ, ਇੱਕ ਜ਼ਬਾਨ ਤੋਂ ਲੱਖਾਂ ਹੋ ਜਾਣ, ਉਹ ਜਿਹੜੀਆਂ ਲੱਖਾਂ ਜ਼ਬਾਨਾਂ ਉਹਨਾਂ ਤੋਂ 20 ਲੱਖ ਹੋਰ ਹੋ ਜਾਣ। ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼, ਤੇ ਉਹ ਜਿਹੜੀਆਂ ਲੱਖਾਂ ਹੀ ਜ਼ਬਾਨਾਂ ਬਣੀਆਂ ਹੋਈਆਂ ਜਾਂ 20 ਲੱਖ ਜ਼ਬਾਨਾਂ ਬਣੀਆਂ ਹੋਈਆਂ ਹਨ, ਇੱਕ ਇੱਕ ਜੀਵ ਨਾਲ ਲੱਖ ਲੱਖ ਵਾਰੀ, ਗੇੜਾ ਦਾ ਮਤਲਬ ਵਾਰੀ, ਲੱਖ ਲੱਖ ਵਾਰੀ ਇੱਕ ਜਗਦੀਸ਼ ਦੇ ਨਾਮ ਨੂੰ ਅਸੀਂ ਆਖੀਏ। ਇਹ ਇੱਛਾ ਹੈ, ਤੀਬਰ ਤਾਂਘ ਹੈ ਕਿ ਵਾਹਿਗੁਰੂ ਹੋਰ ਕੁਛ ਬੋਲਣ ਨੂੰ ਚਿੱਤ ਨਹੀਂ ਸਾਡਾ ਕਰਦਾ, ਤੂੰ ਬਖਸ਼ਿਸ਼ ਕਰ ਕਿ ਸਾਡੀਆਂ ਜ਼ਬਾਨਾਂ ਹੀ ਲੱਖਾਂ ਹੋ ਜਾਣ ਤੇ ਫਿਰ ਅਸੀਂ ਹੋਰ ਕੁਛ ਬੋਲੀਏ ਨਾ, ਤੇਰੇ ਨਾਮ ਨੂੰ ਹੀ ਆਰਾਧੀ ਜਾਈਏ, ਨਾਮ ਦਾ ਸਿਮਰਨ ਕਰੀ ਚੱਲੀਏ। ਜ਼ਬਾਨ ਨਾਲ ਕੀਤਾ ਹੋਇਆ ਜਾਪ ਹੁੰਦਾ ਤੇ ਮਾਨਸਿਕ ਤੌਰ 'ਤੇ ਕੀਤਾ ਹੋਇਆ ਇਹ ਸਿਮਰਨ ਹੁੰਦਾ। ਔਰ ਇਸ ਪ੍ਰਕਾਰ ਜਦੋਂ ਅੰਤਰੀਵ ਇੰਨੀਆਂ ਜ਼ਬਾਨਾਂ ਬਣ ਗਈਆਂ ਤੇ ਉਹ ਮਾਨੋ ਸਿਮਰਨ ਹੋ ਰਿਹਾ ਬਹੁਤ ਤੀਬਰਤਾ ਨਾਲ। ਇੱਕ ਜਗਤ ਦੇ ਈਸ਼ ਮਾਲਕ ਪਰਮਾਤਮਾ ਦਾ ਜੋ ਨਾਮ ਹੈ, ਅਸੀਂ ਲੱਖਾਂ ਲੱਖਾਂ ਵਾਰੀ ਇੱਕ ਇੱਕ ਜ਼ਬਾਨ ਦੇ ਨਾਲ ਉਚਾਰਨ ਕਰਦੇ ਜਾਈਏ। ਏ ਤਰਾਹੇ ਪਤ ਪਵੜੀਆ ਚੜੀਆ ਹੋਏ 21,
ਪਤੀ ਪ੍ਰਮਾਤਮਾ ਦੀ ਪ੍ਰਾਪਤੀ ਵਾਲੀ ਇਹ ਪੌੜੀ ਅਥਵਾ ਪੌੜੀਆਂ ਪਾਠ ਪਵੜੀਆ ਹੀ ਕਰਨਾ, ਕਿਉਂਕਿ ਪੁਰਾਤਨ ਸਮੇਂ 'ਚ ਬਹੁਵਚਨ ਵਾਸਤੇ ਵੀ ਕੰਨਾ ਹੀ ਲਾਇਆ ਜਾਂਦਾ ਸੀ, ਬਿੰਦੀ ਨਹੀਂ। ਇਹ ਭਾਸ਼ਾ ਵਿਗਿਆਨੀਆਂ ਨੇ ਲਿਖਤਾਂ ਦੁਆਰਾ ਸਿੱਧ ਕਰ ਦਿੱਤਾ, ਪੁਰਾਤਨ ਸਮੇਂ ਦੀਆਂ ਲਿਖਤਾਂ ਹਨ। ਔਰ ਇਸ ਪ੍ਰਕਾਰ ਹਜੂਰ ਕਹਿੰਦੇ ਨੇ ਕਿ ਇਹ ਜੋ ਪਤੀ ਪ੍ਰਮਾਤਮਾ ਦੀ ਪ੍ਰਾਪਤੀ ਵਾਲੀਆਂ ਪੌੜੀਆਂ ਹਨ ਅਥਵਾ ਪੌੜੀ ਹੈ, ਇਸ ਰਾਹ 'ਤੇ ਚੱਲ ਕੇ, ਇਹ ਤਾਂ ਰਾਹ ਹੈ, ਇਹ ਜਿਹੜਾ ਰਸਤਾ ਹੈ ਸਿਮਰਨ ਦਾ, ਜਾਪ ਸਿਮਰਨ ਧਿਆਨ, ਇਹ ਜਿਹੜਾ ਰਸਤਾ, ਇਸ ਰਸਤੇ 'ਤੇ ਚੱਲ ਕੇ ਚੜ੍ਹੀਏ ਹੋਏ 21 ਆਪਾ ਭਾਵ ਤਿਆਗ ਕੇ ਇੱਕ ਜੋ ਈਸ਼ ਹੈ ਵਾਹਿਗੁਰੂ, ਉਹਦਾ ਸਰੂਪ ਬਣ ਕੇ ਹੀ ਇੱਥੇ ਚੜ੍ਹਿਆ ਜਾਂਦਾ। ਆਪਾ ਭਾਵ ਨਹੀਂ ਰਹਿੰਦਾ। ਸਿਮਰਨ ਦੇ ਵਿੱਚ ਸ਼ਕਤੀ ਹੈ, ਸਿਮਰਨ ਵਿੱਚ ਤਾਕਤ ਹੈ ਕਿ ਇਹ ਮਨੁੱਖੀ ਮਨ ਦੇ ਵਿੱਚੋਂ ਹਉਮੈ ਨੂੰ ਨਾਸ਼ ਕਰਦਾ ਔਰ ਹੋਰ ਵਿਕਾਰਾਂ ਨੂੰ ਵੀ ਨਾਸ਼ ਕਰਦਾ। ਇਸ ਤਰ੍ਹਾਂ ਜੋ ਇਹਨਾਂ ਲਗਾਤਾਰ ਜਾਪ ਕੋਈ ਕਰੇ, ਭਾਵਨਾ ਨਾਲ ਲਗਾਤਾਰ ਕਰੇ, ਉਹਦੀ ਇਹ ਇੱਛਾ ਬਣ ਜਾਏ ਸਿਮਰਨ ਦੀ, ਹੋਰ ਜਿਵੇਂ ਜਿਵੇਂ ਰਸ ਆਇਆ ਤਿਵੇਂ ਤਿਵੇਂ ਤੀਬਰ ਤਾਂਘ ਵੱਧਦੀ ਗਈ। ਤੇ ਇਸ ਪ੍ਰਕਾਰ ਹਜੂਰ ਕਹਿ ਰਹੇ ਨੇ ਵੀ ਇਸ ਰਸਤੇ 'ਤੇ ਚੱਲ ਕੇ ਇੱਕ ਈਸ਼ ਵਾਹਿਗੁਰੂ ਪ੍ਰਮਾਤਮਾ ਦਾ ਰੂਪ ਇੱਕਮਿਕ ਹੋ ਕੇ ਇਸ ਪੌੜੀ 'ਤੇ ਚੜ੍ਹ ਜਾਈਦਾ, ਜਾਂ ਇਸ ਰਾਹ 'ਤੇ ਚੱਲਦੇ ਹੋਏ ਪਤੀ ਪ੍ਰਮਾਤਮਾ ਦੀ ਪ੍ਰਾਪਤੀ ਵਾਲੀ ਪੌੜੀ 'ਤੇ ਚੜ੍ਹ ਕੇ ਇੱਕ ਰੂਪ, ਇੱਕ ਈਸ਼ ਦਾ ਰੂਪ ਹੀ ਬਣ ਜਾਈਦਾ, ਕਿਉਂਕਿ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਵਾਹਿਗੁਰੂ ਜੀ ਦਾ ਸਰੂਪ ਹੀ ਉਹ ਭਗਤ ਬਣ ਜਾਂਦਾ ਹੈ। ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਇਹ ਆਕਾਸ਼ ਦੀਆਂ ਗੱਲਾਂ ਹਨ। ਜਿਹੜੇ ਬ੍ਰਹਮ ਗਿਆਨੀ ਰੱਬ ਦੇ ਪਿਆਰੇ ਹਨ, ਇਸ ਅਵਸਥਾ 'ਚ ਪਹੁੰਚੇ ਹੋਏ, ਉਹਨਾਂ ਦੀਆਂ ਵਡਿਆਈ ਵਾਲੀਆਂ ਗੱਲਾਂ ਸੁਣ ਕੇ, ਉਹਨਾਂ ਦੀ ਮਹਿਮਾ ਸੁਣ ਕੇ, ਉਹਨਾਂ ਦੀਆਂ ਅਵਸਥਾਵਾਂ ਸੁਣ ਕੇ, ਤੇ ਕੋਈ ਕੱਚੀ ਅਵਸਥਾ ਵਾਲਾ ਵਿਅਕਤੀ ਜਿਸ ਨੇ ਕਮਾਈ ਨਹੀਂ ਕੀਤੀ ਤੇ ਉਹਨਾਂ ਰੱਬ ਦੇ ਪਿਆਰਿਆਂ ਵਰਗੀ ਰੀਸ ਕਰਨ ਲੱਗ ਪਏ। ਵਿਖਾਵੇ ਦੇ ਤੌਰ 'ਤੇ ਨਾਮ ਵੀ ਉਚਾਰਨ ਕਰੇ, ਲਿਬਾਸ ਉਹਨਾਂ ਵਾਲਾ ਪਾ ਲਏ, ਤੇ ਇਸ ਤਰ੍ਹਾਂ ਸੰਤ ਕਹਾਉਣ ਲੱਗ ਪਏ। ਤੇ ਉਹ ਇੰਝ ਹੈ ਕੀਟਾਂ ਆਈ ਰੀਸ, ਜਿਵੇਂ ਕੀੜਿਆਂ ਨੂੰ ਰੀਸ ਆ ਗਈ ਆਕਾਸ਼ਚਾਰੀਆਂ ਦੀਆਂ ਗੱਲਾਂ ਸੁਣ ਕੇ, ਆਕਾਸ਼ ਵਿੱਚ ਉੱਡਣ ਵਾਲੇ ਪੰਛੀਆਂ ਦੀ ਗੱਲ ਸੁਣ ਕੇ ਜਿਵੇਂ ਕੀੜਿਆਂ ਨੂੰ ਰੀਸ ਆ ਗਈ। ਤੇ ਜਿਵੇਂ ਬਰਸਾਤ ਦੇ ਦਿਨਾਂ 'ਚ ਕੀੜਿਆਂ ਮਕੌੜਿਆਂ ਨੂੰ ਖੰਭ ਨਿਕਲ ਆਉਂਦੇ ਆ, ਪਰ ਝੱਟ ਹੀ ਝੜ ਜਾਂਦੇ ਨੇ, ਉਹ ਆਕਾਸ਼ ਵਿੱਚ ਉੱਡਣ ਜੋਗੇ ਨਹੀਂ ਰਹਿੰਦੇ। ਇਸੇ ਪ੍ਰਕਾਰ ਜਿਹੜੇ ਪਖੰਡੀ ਲੋਕ ਨੇ, ਧਾਰਮਿਕ ਅਸਥਾਨਾਂ 'ਤੇ ਭੀੜ ਬਹੁਤ, ਧਾਰਮਿਕ ਅਸਥਾਨਾਂ 'ਤੇ ਰਹਿਣ ਵਾਲੇ ਲੋਕ ਵੀ ਬਹੁਤ, ਪਰ ਜ਼ਰੂਰੀ ਨਹੀਂ ਹਨ ਕਿ ਉਹ ਧਰਮੀ ਹੋਣ, ਧਰਮ ਦੇ ਮਾਰਗ 'ਤੇ ਚੱਲ ਰਹੇ ਹੋਣ, ਕਿਉਂਕਿ ਇਹ ਮਾਰਗ ਅੰਦਰਲਾ ਹੈ, ਇਹ ਮਨ ਦੇ ਚੱਲਣ ਦਾ ਮਾਰਗ ਹੈ। ਸਰੀਰ ਜ਼ਰੀਆ ਸਹਾਈ ਹੈ ਇਸ ਕੰਮ ਵਿੱਚ, ਕਿਉਂਕਿ ਸਰੀਰ ਮਨੁੱਖਾ ਹੈ ਤੇ ਤਾਂ ਹੀ ਕੋਈ ਪਰਮਾਰਥ ਦੇ ਮਾਰਗ 'ਤੇ ਚੱਲ ਸਕਦਾ। ਹੋਰਨਾਂ ਜੂਨਾਂ ਵਿੱਚ ਤੇ ਇਹ ਦਾਤ ਪ੍ਰਾਪਤ ਨਹੀਂ ਹੈ, ਪਰ ਇਹ ਸਰੀਰ ਦਾ ਮਾਰਗ ਨਹੀਂ। ਤਾਂ ਹੀ ਤਪੱਸਿਆ ਤੋਂ, ਯੋਗਾ ਅਭਿਆਸ, ਪ੍ਰਾਣਾਯਾਮ ਤੋਂ, ਤੀਰਥ ਇਸ਼ਨਾਨਾਂ ਤੋਂ ਜਾਂ ਦਾਨ ਹੱਥੋਂ ਦੇਣ ਤੋਂ ਸਤਿਗੁਰੂ ਜੀ ਨੇ ਕਿਹਾ ਹੈ ਕਿ ਇਹ ਮੰਜ਼ਿਲ ਤੇ ਨਹੀਂ ਪਹੁੰਚਾ ਸਕਦੇ। ਮਾਨਸਿਕ ਤੌਰ 'ਤੇ ਤੁਸੀਂ ਵਾਹਿਗੁਰੂ ਦੇ ਚਰਨਾਂ ਨਾਲ ਜੁੜੋ, ਰਸਨਾ ਤੋਂ ਜਾਪ ਕਰੋ, ਕੰਨਾਂ ਨਾਲ ਸੁਣੋ, ਤਾਂ ਕਿ ਅੰਦਰ ਲੈ ਜਾਏ ਤੇ ਮਨ ਵਿੱਚ ਵਸ ਜਾਏ। ਜੇ ਵਾਹਿਗੁਰੂ ਦਾ ਨਾਮ ਮਨ ਅੰਦਰ ਵਸ ਗਿਆ ਤੇ ਫਿਰ ਮੈਲ ਉਤਰ ਜਾਏਗੀ, ਫਿਰ ਅਗਿਆਨ ਦਾ ਪਰਦਾ ਪਾੜ ਜਾਏਗਾ। ਇਸ ਢੰਗ ਦੇ ਨਾਲ ਹਜੂਰ ਕਹਿੰਦੇ ਨੇ ਵੀ ਜਿਹੜੇ ਬਨੌਟੀ, ਦੰਭੀ, ਪਖੰਡੀ ਅਨੇਕਾਂ ਪਰਦੇ ਫਾਸ਼ ਹੋਏ ਲੋਕਾਂ ਦੇ, ਉਹੀ ਗੱਲ ਕਿ ਉਹ ਹੈਨ ਕੀੜੇ, ਜਿਵੇਂ ਬਚਨ ਹੈ ਗੁਰੂ ਕੀ ਬਾਣੀ ਦਾ, ਫਿਰਦੀ ਫਿਰਦੀ ਦਹਿ ਦੇਸਾ, ਜਲ ਪਰਬਤ ਬਨਰਾਏ, ਜਿੱਥੇ ਡਿੱਠਾ ਮਿਰਤ ਕੋ ਇੱਲ ਬੈਠੀ ਆਏ, ਨਾਰ ਮੂਈ ਘਰ ਸੰਪਤ ਨਾਸੀ, ਮੂਡ ਮੁੰਡਾਏ ਭਇਓ ਸੰਨਿਆਸੀ। ਸੰਨਿਆਸ ਦਾ ਅਰਥ ਤਾਂ ਤਿਆਗ ਹੈ, ਤੇ ਘਰ ਵਾਲੀ ਮਰ ਗਈ, ਸੰਪਤੀ ਕੋਲ ਨਹੀਂ ਰਹੀ, ਗਰੀਬੀ ਆ ਗਈ, ਇਹ ਦੋ ਕਾਰਨ ਬਣੇ, ਤੇ ਸਿਰ ਮੂੰਹ ਮੁਨਾ ਕੇ ਤੇ ਘਰ-ਬਾਰ ਛੱਡ ਕੇ ਆਪਣੇ ਆਪ ਨੂੰ ਸੰਨਿਆਸੀ ਕਹਾਉਣ ਲੱਗ ਪਿਆ। ਸੋ ਹਜੂਰ ਨੇ ਕਿਹਾ ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਵੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਮਨ ਨੂੰ ਸੁਧਾਰਨਾ ਹੈ, ਮਨ ਵਿੱਚੋਂ ਤਿਆਗ ਕਰਨਾ ਹੈ ਇੱਛਾਵਾਂ ਦਾ ਤੇ ਵਿਕਾਰਾਂ ਦਾ, ਤ੍ਰਿਸ਼ਨਾਵਾਂ ਦਾ। ਉਹ ਤਾਂ ਕਰ ਨਹੀਂ ਸਕਿਆ, ਘਰ-ਬਾਰ ਛੱਡ ਕੇ ਚਲਾ ਗਿਆ। ਪਿੱਛੇ ਬੱਚੇ ਭੁੱਖੇ ਤੇ ਰੋਂਦੇ ਮਰ ਗਏ, ਦੁਖੀ ਹੋਏ, ਆਪਣੀ ਜ਼ਿੰਮੇਵਾਰੀ ਨਾ ਸੰਭਾਲੀ, ਨਾ ਨਿਭਾਈ, ਤੇ ਫਿਰ
ਵਿਕਾਰਾਂ ਵਿੱਚ ਡਿੱਗ ਪਿਆ। ਇਸੇ ਪ੍ਰਕਾਰ ਦੁਨੀਆ ਛੱਡੀ, ਘਰ-ਬਾਰ ਛੱਡਿਆ, ਪਰ ਫਿਰ ਆਸ਼ਰਮ ਦੀ ਪਕੜ, ਫਿਰ ਚੇਲਿਆਂ ਨੂੰ ਨਾਲ ਰੱਖਣ ਦੀ ਇੱਛਾ, ਉੱਥੇ ਵੀ ਉਹੀ ਸੰਸਾਰ ਪਸਾਰ ਲਿਆ ਗਏ। ਸੋ ਇਸ ਤਰ੍ਹਾਂ ਦੇ ਲੋਕ ਬੜੇ ਹੋਏ ਨੇ। ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ, ਉਹ ਨਗਰ ਪਾਕਿਸਤਾਨ ਵਿੱਚ ਆ ਨੌਸ਼ਹਿਰਾ, ਉੱਥੇ ਸਤਿਗੁਰੂ ਚਲੇ ਗਏ ਅਤੇ ਉੱਥੋਂ ਦਾ ਇੱਕ ਫਕੀਰ ਸੀ ਜਿਸ ਨੇ ਆਪਣਾ ਨਾਮ ਰਖਾਇਆ ਸੀ ਸ਼ਹੁ ਸੁਹਾਗਣ। ਆਪਣੇ ਆਪ ਨੂੰ ਦਰਸਾਉਂਦਾ ਸੀ ਕਿ ਮੈਂ ਸ਼ਹੁ ਪਰਮਾਤਮਾ ਦੀ ਸੁਹਾਗਣ, ਉਹਦੀ ਭਗਤਣੀ ਹੈ, ਮਤਲਬ ਮੈਂ ਉਹਦੀ ਪਤਨੀ ਹਾਂ, ਮਤਲਬ ਭਗਤਾਂ ਵਾਹਿਗੁਰੂ ਜੀ ਦਾ। ਅਤੇ ਇਸ ਤਰ੍ਹਾਂ ਉੱਥੇ ਜੋੜ ਮੇਲਾ ਬੜਾ ਲੱਗਾ ਹੋਇਆ ਅਤੇ ਆਪ ਉਹ ਅੰਦਰ ਵੜਿਆ ਹੋਇਆ ਸੀ। ਦਰਵਾਜ਼ਾ ਨਹੀਂ ਸੀ ਖੋਲ੍ਹਦਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਵਾਜ਼ਾਂ ਦਿੱਤੀਆਂ ਵੀ ਸੰਤ ਜੀ ਤੁਹਾਨੂੰ ਮਿਲਣਾ ਹੈ, ਦਰਵਾਜ਼ਾ ਖੋਲ੍ਹੋ, ਪਰ ਉਹਨੇ ਦਰਵਾਜ਼ਾ ਹੀ ਨਹੀਂ ਖੋਲ੍ਹਿਆ। ਸਤਿਗੁਰੂ ਜੀ ਕੰਡ ਦੇ ਕੇ ਤੁਰ ਪਏ। ਭਾਈ ਮਰਦਾਨਾ ਜੀ ਪੁੱਛਦੇ, ਮਹਾਰਾਜ ਇਹ ਚੰਗਾ ਸੰਤ ਆ, ਇਹ ਮਿਲਿਆ ਹੀ ਨਹੀਂ। ਤਾਂ ਹਜ਼ੂਰ ਕਹਿਣ ਲੱਗੇ, ਮਰਦਾਨਾ ਜੀ ਇਹ ਸੰਤ ਨਹੀਂ, ਸਿਰਫ ਸੰਤ ਪੁਣੇ ਦਾ ਢੌਂਗ ਹੈ, ਔਰ ਥੋੜ੍ਹੇ ਚਿਰ ਬਾਅਦ ਛੇਤੀ ਇਹਦਾ ਪਾਜ ਉਗੜ ਜਾਏਗਾ। ਤਾਂ ਕੀ ਹੋਇਆ, ਉੱਥੇ ਮੇਲੇ 'ਤੇ ਇਕੱਤਰ ਹੋਏ ਲੋਕ ਆਪਸ ਵਿੱਚ ਦੋ ਧਿਰਾਂ ਬਣਾ ਕੇ ਲੜ ਪਏ। ਕੁਝ ਬੰਦੇ ਦਰਵਾਜ਼ੇ ਨਾਲ ਵੱਜੇ ਅਤੇ ਦਰਵਾਜ਼ਾ ਟੁੱਟ ਗਿਆ, ਔਰ ਅੰਦਰੋਂ ਮੰਦ ਕਰਮ ਕਰਦਾ ਪਕੜਿਆ ਗਿਆ। ਫਿਰ ਲੋਕਾਂ ਨੇ ਕੁੱਟ ਕੇ ਉੱਥੋਂ ਉਹਨੂੰ ਕੱਢ ਦਿੱਤਾ ਅਤੇ ਜੋੜ ਮੇਲਾ ਜੋ ਵੀ ਲੱਗਦਾ ਸੀ ਉਹ ਬੰਦ ਹੋ ਗਿਆ। ਉਹਦੀ ਬਹੁਤ ਨਿੰਦਾ ਹੋਈ। ਫਿਰ ਉਹਦਾ ਸੁਧਾਰ ਹੋਇਆ। ਆਪ ਉਹ ਪਛਤਾਵਾ ਕਰਕੇ ਅਤੇ ਸਿੱਧੇ ਮਾਰਗ 'ਤੇ ਚੱਲ ਪਿਆ, ਪਰ ਉਹਨੂੰ ਪੁੱਛਦਾ ਕਿਸੇ ਦਾ ਕੋਈ ਨਹੀਂ ਸੀ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਆਏ, ਇੱਕ ਲੰਗੜੇ ਲੂਲੇ ਪਿੰਗਲੇ ਬੱਚੇ 'ਤੇ ਦਇਆ ਕੀਤੀ, ਉਹਨੂੰ ਤੰਦਰੁਸਤ ਕੀਤਾ, ਔਰ ਕਿਹਾ ਕਿ ਜੇ ਕੋਈ ਪੁੱਛੇ ਕਿਸ ਨੇ ਤੰਦਰੁਸਤ ਕੀਤਾ ਤਾਂ ਕਹਿਣਾ ਸ਼ਹੁ ਸੁਹਾਗਣ ਨੇ। ਤਾਂ ਇੰਝ ਉਹਦੇ ਕਹਿਣ ਕਰਕੇ ਫਿਰ ਸ਼ਹੁ ਸੁਹਾਗਣ ਦੀ ਫਿਰ ਮੰਨਤਾ ਜਿਹੜੀ ਸੀ ਉਹ ਹੋਣ ਲੱਗ ਪਈ, ਪਰ ਉਹ ਸੁਧਰ ਗਿਆ। ਇਸ ਪ੍ਰਕਾਰ ਇਉਂ ਜਿਹੜੇ ਦੰਭੀ ਪਖੰਡੀ ਲੋਕ ਨੇ ਉਹ ਕੀੜਿਆਂ ਦੀ ਨਿਆਈ ਉਹਨਾਂ ਸੰਤਾਂ ਭਗਤਾਂ ਦੀ ਰੀਸ ਕਰ ਲੈਂਦੇ ਨੇ, ਪਰ ਉਹ ਮੰਜ਼ਿਲ 'ਤੇ ਨਹੀਂ ਪਹੁੰਚ ਸਕਣਗੇ। ਸੋ ਇਸ ਪ੍ਰਕਾਰ ਉਹ ਕਰਮ ਵੀ ਸਹੀ ਨਹੀਂ ਕਰਦੇ ਅਤੇ ਵਿਖਾਵਾ ਕੇਵਲ ਕਰਦੇ ਨੇ ਸੰਤਾਂ ਦਾ, ਕਿਉਂਕਿ ਅਸਲ ਦੀ ਨਕਲ ਹੁੰਦੀ ਹੈ। ਸੋਨਾ ਮਹਿੰਗੀ ਧਾਤ ਆ, ਉਹਦੇ ਵਰਗੇ ਨਕਲੀ ਗਹਿਣੇ ਬਣਦੇ ਨੇ। ਸਾਧੂ ਸੰਤਾਂ ਦਾ ਸੰਸਾਰ ਵਿੱਚ ਸਤਿਕਾਰ ਹੁੰਦਾ, ਉਹਨਾਂ ਦੇ ਕੋਲ ਜਿਹੜੀਆਂ ਬਰਕਤਾਂ ਹਨ, ਰੱਬੀ ਬਖਸ਼ਿਸ਼ਾਂ ਹਨ, ਉਹਨਾਂ ਕਰਕੇ। ਪਰ ਉਹਨਾਂ ਵਰਗੀ ਰੀਸ ਲੋਕ ਕਰਨ ਲੱਗ ਪੈਂਦੇ ਨੇ। ਉਹਨਾਂ ਦੀ ਕਮਾਈ ਦੀ ਰੀਸ ਬਹੁਤ ਘੱਟ ਕਰਨ ਵਾਲੇ ਹੁੰਦੇ ਨੇ। ਸਾਧੂ ਦੀ ਰੀਸ, ਕਮਾਈ ਦੀ ਰੀਸ ਕਰਨੀ ਚੰਗੀ ਆ, ਪਰ ਉਹਨਾਂ ਵਰਗਾ ਲਿਬਾਸ ਧਾਰ ਕੇ ਬਿਨਾਂ ਕਮਾਈ ਤੋਂ, ਬਿਨਾਂ ਆਤਮ ਗਿਆਨ ਤੋਂ ਡੀਂਗਾ ਮਾਰਨੀਆਂ। ਜਿਵੇਂ ਡੇਰਾ ਸਾਹਿਬ ਲਾਹੌਰ 1947 ਤੋਂ ਪਹਿਲਾਂ ਦੀ ਬਾਤ ਹੈ। ਡੇਰਾ ਸਾਹਿਬ ਲਾਹੌਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਸੀ, ਅਤੇ ਇੱਕ ਦੰਭੀ ਪਖੰਡੀ 15-16 ਚੇਲੇ ਵੀ ਉਹਦੇ ਨਾਲ, ਅਤੇ ਉੱਥੇ ਆ ਕੇ ਉਹਦੇ ਚੇਲੇ ਪ੍ਰਚਾਰ ਕਰਨ ਭਈ ਹਮਾਰੇ ਸੰਤ ਗੁਰੂ ਵੀ ब्रह्म ज्ञानी हैं, ये भी श्री गुरु अर्जन देव जैसे हैं, हरख सोग से परे हैं। ऐसा प्रचार ਕਰਨ। ਉੱਥੇ ਕੁਝ ਸਿੰਘਾਂ ਨੇ ਉਸ ਬਨੌਟੀ ਸੰਤ ਨੂੰ ਸਮਝਾਇਆ ਵੀ ਤੇਰੇ ਚੇਲੇ ਗਲਤ ਪ੍ਰਚਾਰ ਕਰ ਰਹੇ ਨੇ, ਇਹਨਾਂ ਨੂੰ ਰੋਕ। ਤਾਂ ਉਹ ਵੀ ਅੱਗੋਂ ਬੋਲ ਪਿਆ, ਕਹਿਣ ਲੱਗਾ ਹਮ ਵੀ ब्रह्म ज्ञानी हैं, हम भी गुरु अर्जन देव जैसी अवस्था रखते हैं। ਔਰ ਫਿਰ ਸਿੰਘਾਂ ਨੇ ਆਪਸ ਵਿੱਚ ਵਿਚਾਰ ਵਿਮਰਸ਼ ਕੀਤੀ ਕਿ ਇੰਝ ਨਹੀਂ ਇਹ ਹਟੇਗਾ। ਉਹਨੂੰ ਬਾਹਾਂ ਤੋਂ ਫੜ ਲਿਆ ਸਿੰਘਾਂ ਨੇ ਅਤੇ ਚੁੱਕ ਕੇ ਅੰਦਰ ਲਿਜਾਣ ਲੱਗੇ ਲੰਗਰ ਵੱਲ। ਕਹਿਣ ਲੱਗਾ ਕਿੱਥੇ ਲੈ ਚੱਲੇ ਹੋ? ਕਹਿੰਦੇ ਜਿੱਥੇ ਮਾਈਆਂ ਨੇ ਲੋਹ ਤਾਈ ਹੋਈ ਹੈ ਨਾ ਪ੍ਰਸ਼ਾਦੇ ਪਕਾਉਣ ਲਈ, ਉਸ ਲੋਹ 'ਤੇ ਤੈਨੂੰ 1 ਘੰਟਾ ਬਿਠਾਉਣਾ। ਜੇ ਤਾਂ ਫਿਰ ਵੀ ਗਿਆਨ ਧਿਆਨ ਦੀਆਂ ਇਸੇ ਤਰ੍ਹਾਂ ਗੱਲਾਂ ਕਰੇਂਗਾ, ਫਿਰ ਤਾਂ ਤੈਨੂੰ ਬ੍ਰਹਮ ਗਿਆਨੀ ਗੁਰੂ ਅਰਜਨ ਦੇਵ ਜੀ ਵਰਗਾ ਮੰਨ ਕੇ ਮੱਥੇ ਟੇਕਾਂਗੇ, ਨਹੀਂ ਤਾਂ ਫਿਰ ਚੱਲ ਪਰਲੋਕ ਨੂੰ। 1 ਘੰਟਾ ਤਵੀ 'ਤੇ ਤਾਂ ਹੁਣ ਬਿਠਾਉਣਾ ਤੈਨੂੰ। ਫਿਰ ਉਹ ਹੱਥ ਖੜੇ ਕਰਕੇ ਅਤੇ ਰੌਲਾ ਪਾਉਣ ਲੱਗ ਪਿਆ ਵੀ ਸਿੰਘੋ ਮੈਨੂੰ ਬਖਸ਼ ਦਿਓ। ਜਿਵੇਂ ਮੈਂ ਅੱਗੇ 15-16 ਚੇਲੇ ਮਗਰ ਲਾਏ ਹੋਏ ਨੇ, ਇਵੇਂ ਤੁਹਾਨੂੰ ਵੀ ਮਗਰ, ਦੁਨੀਆ ਨੂੰ ਮਗਰ ਲਾਉਣਾ ਚਾਹੁੰਦਾ ਸੀ। ਮੈਂ ਗੁਰੂ ਅਰਜਨ ਦੇਵ ਜੀ ਵਰਗਾ ਬ੍ਰਹਮ ਗਿਆਨੀ ਨਹੀਂ ਹਾਂ। ਇਸ ਪ੍ਰਕਾਰ ਇਉਂ ਆਕਾਸ਼ ਦੀਆਂ ਗੱਲਾਂ ਸੁਣ ਕੇ, ਜਿਹਦਾ ਆਕਾਸ਼ ਬ੍ਰਹਮ ਦੀਆਂ ਗੱਲਾਂ ਸੁਣ ਕੇ ਅਤੇ ਕੀੜਿਆਂ ਨੂੰ ਜਿਵੇਂ ਰਈਸ ਆ ਜਾਏ, ਇਸ ਪ੍ਰਕਾਰ ਦੇ ਲੋਕ ਵੀ ਸੰਸਾਰ 'ਤੇ ਵਿਚਰਦੇ ਨੇ। ਹਜ਼ੂਰ ਕਹਿੰਦੇ ਨੇ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਇਹ ਜੋ ਦਾਤ ਹੈ ਵਾਹਿਗੁਰੂ ਦੇ ਮਾਰਗ 'ਤੇ ਚੱਲ ਕੇ ਪ੍ਰਾਪਤੀ ਕਰਨ ਦੀ, ਇਹ ਪਰਮਾਤਮਾ ਦੀ ਮਿਹਰ ਦੀ ਨਜ਼ਰ ਦੁਆਰਾ ਹੀ ਪ੍ਰਾਪਤ ਕੀਤੀ ਜਾਂਦੀ ਹੈ। ਪਰਮਾਤਮਾ ਬਖਸ਼ਿਸ਼ ਦੇ ਘਰ ਵਿੱਚ ਆਏ। ਇੱਕ ਸੰਤ ਕਰਤਾਰ ਸਿੰਘ ਖਾਲਸਾ ਜੀ ਦਾ ਬਚਨ ਹੈ,
ਵੀ ਆਪ ਯਤਨ ਕਰਕੇ ਬੇਅੰਤ ਮਿਹਨਤ ਕਰਕੇ ਵੀ ਆਪਣੇ ਕਰਮਾਂ ਦੇ ਬਲਬੂਤੇ ਕੋਈ ਸੰਤ ਨਹੀਂ ਬਣ ਸਕਦਾ। ਸੰਤ ਉਹ ਹੈ ਜਿਸ ਨੂੰ ਵਾਹਿਗੁਰੂ ਬਖਸ਼ਿਸ਼ ਕਰਕੇ ਸੰਤ ਬਣਾਏ। ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ, ਨਾਨਕ ਜਾ ਕੋ ਕਿਰਪਾ ਕੀਜੈ। ਜਿਸ ਦੇ ਉੱਪਰ ਵਾਹਿਗੁਰੂ ਜੀ ਕਿਰਪਾ ਕਰ ਦਿੰਦੇ ਹਨ ਉਹੀ ਜਪੀ ਤਪੀ ਗਿਆਨੀ ਭਗਤ ਹੈ, ਨਹੀਂ ਤਾਂ ਨਹੀਂ। ਜੋ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਚੜਿਆ ਉਹ ਭਗਤ ਨਹੀਂ। ਜਾਂ ਕਿ ਭਗਤ ਮੇਰਾ ਪ੍ਰਭ ਮਨ ਹੈ, ਜਿਹਦੀ ਕੀਤੀ ਭਗਤੀ ਵਾਹਿਗੁਰੂ ਮੰਨ ਲਵੇ, ਪ੍ਰਵਾਨ ਕਰ ਲੈ। ਹਾਂ, ਯਤਨ ਕਰਨਾ ਚਾਹੀਦਾ। ਕਬੀਰ ਜੀ ਨੇ ਕਿਹਾ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਅਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ। ਹੱਠ ਨਹੀਂ ਛੱਡ ਦੇਣਾ ਚਾਹੀਦਾ। ਸਿਰੜ ਸੂਰਮਿਆਂ ਵਾਲਾ ਜਿਹੜਾ ਸਿਰੜ ਹੁੰਦਾ, ਮੈਦਾਨੇ ਜੰਗ 'ਚ ਗਿਆ ਸੂਰਮਾ, ਆਪਣਾ ਹੱਠ ਛੱਡ ਦੇ, ਹਥਿਆਰ ਸੁੱਟ ਦੇ ਤੇ ਜੰਗ 'ਚ ਮਾਰਿਆ ਹੀ ਜਾਏਗਾ, ਕੁਛ ਵੀ ਨਹੀਂ ਪੱਲੇ ਪਵੇਗਾ। ਅਗਰ ਸੂਰਮ ਗਤੀ ਨਾਲ ਲੜਿਆ ਹੈ ਤੇ ਸਰੀਰਕ ਤੌਰ ਤੇ ਮਰ ਵੀ ਗਿਆ ਤੇ ਅਗਲੇ ਜਹਾਨ 'ਚ ਮੁੱਖ ਉਜਲਾ ਹੈ, ਇਸ ਦੁਨੀਆ 'ਚ ਵੀ ਜਸ ਹੈ। ਜਿੱਤ ਗਿਆ ਤੇ ਤਾਂ ਵੀ ਜਸ ਹੈ। ਸੋ ਇਸ ਪ੍ਰਕਾਰ ਜਾਂ ਜਿੱਤ ਤੇ ਜਾਂ ਸ਼ਹਾਦਤ, ਇਸੇ ਪ੍ਰਕਾਰ ਹੀ ਇਹ ਪਰਮਾਰਥ ਦਾ ਮਾਰਗ ਹੈ। ਇਸ ਮਾਰਗ ਤੇ ਚੱਲਦਿਆਂ ਹੋਇਆਂ ਆਪਣਾ ਸਿਰੜ ਨਾ ਤਿਆਗਿਆ ਜਾਏ ਤੇ ਫਿਰ ਮੰਜ਼ਿਲ ਦੀ ਪ੍ਰਾਪਤੀ ਵਾਹਿਗੁਰੂ ਜੀ ਬਖਸ਼ਿਸ਼ ਨਾਲ ਹੁੰਦੀ ਹੈ। ਬਾਬਾ ਬੁੱਢਾ ਜੀ ਜਦੋਂ ਸਰੀਰ ਤਿਆਗਣ ਲੱਗੇ ਤਾਂ ਉਸ ਵੇਲੇ ਕੁਝ ਸਿੱਖਾਂ ਸੇਵਕਾਂ ਨੇ ਪੁੱਛਿਆ ਬਾਬਾ ਜੀ ਨੂੰ, ਬਾਬਾ ਜੀ ਤੁਹਾਡੀ ਜ਼ਿੰਦਗੀ ਦਾ ਬਹੁਤ ਵੱਡਾ ਤਜਰਬਾ ਹੈ, 113 ਵਰ੍ਹੇ ਤੁਸੀਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਕਮਾਈ ਹੈ ਤੇ ਮਹਾਂਪੁਰਸ਼ੋ ਤੁਹਾਡਾ ਐਡਾ ਸਤਿਕਾਰ ਵੀ ਆ ਸਿੱਖ ਪੰਥ ਦੇ ਅੰਦਰ। ਬਾਬਾ ਬੁੱਢਾ ਜੀ ਨੂੰ ਸਿੱਖੀ ਦੀ ਹੱਦ ਮੰਨਿਆ ਗਿਆ, ਉਸ ਤੋਂ ਅੱਗੇ ਗੁਰਿਆਈ ਹੈ। ਔਰ ਕੋਈ ਆਪਣੇ ਤਜਰਬੇ ਵਿੱਚੋਂ ਬਚਨ ਸੁਣਾਓ ਤਾਂ ਉਹਨਾਂ ਇਹੀ ਸਿੱਖਿਆ ਦਿੱਤੀ ਸੀ ਕਿ ਗੁਰਸਿੱਖ ਪਿਆਰਿਓ, ਜਦੋਂ ਤੱਕ ਸਰੀਰ ਬਣਿਆ ਹੋਇਆ ਉਦੋਂ ਤੱਕ ਹੀਲਾ ਚਾਰਾ ਉਦਮ ਯਤਨ ਕਰਨਾ, ਸੇਵਾ ਸਿਮਰਨ ਕਮਾਈ ਦਾ। ਆਲਸੀ ਨਹੀਂ ਬਣਨਾ, ਛੱਡ ਨਹੀਂ ਦੇਣਾ ਇਸ ਮਾਰਗ ਨੂੰ ਕਿ ਕੁਛ ਪ੍ਰਾਪਤੀ ਨਹੀਂ ਹੋ ਰਹੀ, ਹੱਠ ਨਹੀਂ ਛੱਡ ਦੇਣਾ, ਲੱਗੇ ਰਹਿਣਾ। ਪਰ ਟੇਕ ਆਪਣੇ ਕਰਮਾਂ ਉੱਪਰ ਨਹੀਂ ਰੱਖਣੀ, ਟੇਕ ਸਤਿਗੁਰੂ ਦੀ ਬਖਸ਼ਿਸ਼ ਤੇ ਰੱਖਣੀ। ਸਾਡਾ ਕਰਮ ਹੈ ਇਸ ਤਰ੍ਹਾਂ ਜਿਵੇਂ ਦਰਵਾਜ਼ੇ ਤੇ ਬਹਿ ਕੇ ਆਵਾਜ਼ਾਂ ਦੇਣੀਆਂ, ਕੁੰਡਾ ਖੜਕਾਉਣਾ। ਮਾਲਕ ਦੀ ਮਰਜ਼ੀ ਕੁੰਡਾ ਖੋਲ੍ਹ ਕੇ ਅੰਦਰ ਆਉਣ ਦੇਵੇ ਜਾਂ ਨਾ ਆਉਣ ਦੇਵੇ, ਇਸ ਤਰ੍ਹਾਂ ਸਮਝਣਾ। ਕਰਕੇ ਨੀਚ ਸਦਾਵਣਾ ਤਾਂ ਪ੍ਰਭ ਲੇਖੈ ਅੰਦਰ ਪਾਈ, ਭਾਈ ਸਾਹਿਬ ਭਾਈ ਗੁਰਦਾਸ ਜੀ। ਸ਼ੁਭ ਕਰਮੀ ਹੋ ਕੇ ਜਾਂ ਜੋ ਵੀ ਸਤਿਗੁਰਾਂ ਨੇ ਕਰਮ ਦੱਸਿਆ ਸਾਨੂੰ ਸੇਵਾ ਸਿਮਰਨ ਦਾ, ਇਹ ਕਰਕੇ ਫਿਰ ਆਪਣੇ ਆਪ ਨੂੰ ਨੀਚ ਹੀ ਸਦਾਉਣਾ, ਮਨ ਕਰਕੇ ਵੀ ਸਮਝਣਾ, ਕੇਵਲ ਜ਼ਬਾਨ ਤੋਂ ਨਹੀਂ ਬੋਲੀ ਜਾਣਾ। ਜਿਵੇਂ ਇੱਕ ਮਸਕੀਨ ਜੀ ਨੇ ਬਚਨ ਸੁਣਾਇਆ ਵੀ ਸੀਸਗੰਜ ਸਾਹਿਬ ਕਥਾ ਕਰਨ ਉਹ ਆਏ ਸੀ ਤੇ ਉੱਥੇ ਇੱਕ ਬੰਦਾ ਆਪਣੇ ਆਪ ਨੂੰ ਆਪਣੀ ਜ਼ਬਾਨ ਤੋਂ ਕਹਿੰਦਾ ਸੀ, ਮੈਂ ਖਾਕ, ਮੈਂ ਮਿੱਟੀ, ਮੈਂ ਧੂੜ, ਮੈਂ ਨਾਚੀਜ਼। ਤੇ ਇੰਨਾ ਉਹਦਾ ਤਕੀਆ ਕਲਾਮ ਬਣ ਗਿਆ ਸੀ ਕਿ ਸਾਰੇ ਉਹਨੂੰ ਵੇਖ ਕੇ ਕਹਿਣ ਲੱਗ ਪੈਂਦੇ ਸੀ, ਉਹ ਖਾਕ ਤੁਰੀ ਆਉਂਦੀ ਆ। ਜ਼ਬਾਨ ਤੋਂ ਖਾਕ ਕਹਿੰਦਾ ਸੀ ਆਪਣੇ ਆਪ ਨੂੰ। ਤੇ ਇੱਕ ਦਿਨ ਮਸਕੀਨ ਜੀ ਉਹਦੇ ਸਾਹਮਣੇ ਆਏ ਤੇ ਉਹਨੇ ਫਤਿਹ ਬੁਲਾਈ ਤੇ ਮਸਕੀਨ ਜੀ ਨੇ ਪੁੱਛ ਲਿਆ, ਗੁਰਮੁਖ ਪਿਆਰਿਓ ਨਾਮ ਕੀ ਹੈ ਤੁਹਾਡਾ? ਕਹਿਣ ਲੱਗਾ ਜੀ ਮੈਂ ਖਾਕ, ਮੈਂ ਮਿੱਟੀ, ਮੈਂ ਧੂੜ। ਤਾਂ ਮਸਕੀਨ ਜੀ ਜਾਣ ਬੁੱਝ ਕੇ ਕਹਿਣ ਲੱਗੇ, ਮੈਂ ਵੀ ਕਈ ਦਿਨਾਂ ਦਾ ਵੇਖ ਰਿਹਾ, ਤੂੰ ਮਿੱਟੀ ਖਾਕ ਧੂੜ ਹੀ ਆ, ਹੋਰ ਕੁਛ ਨਹੀਂ। ਤਾਂ ਉਹਦੇ ਮੱਥੇ ਦੇ ਭਾਵ ਦੱਸ ਰਹੇ ਸੀ ਕਿ ਉਹਦੇ ਅੰਦਰ ਗੁੱਸਾ ਪੈਦਾ ਹੋ ਗਿਆ, ਨਾਰਾਜ਼ਗੀ ਪੈਦਾ ਹੋਈ, ਉਹ ਪਰੇ ਨੂੰ ਚਲਾ ਗਿਆ ਤੇ ਫਿਰ ਕਦੇ ਵੀ ਸਾਹਮਣੇ ਆ ਕੇ ਫਤਿਹ ਨਹੀਂ ਬੁਲਾਈ, ਨੇੜੇ ਨਹੀਂ ਆਇਆ, ਵੇਖ ਕੇ ਦੂਰ ਪਾਸੇ ਨੂੰ ਚਲਾ ਜਾਂਦਾ ਸੀ। ਇੱਕ ਦਿਨ ਫਿਰ ਮਸਕੀਨ ਜੀ ਚੱਲ ਕੇ ਉਹਦੇ ਪਾਸ ਗਏ ਤੇ ਕਹਿਣ ਲੱਗੇ, ਗੁਰਮੁਖ ਜਨੋ ਤੁਹਾਨੂੰ ਆਪ ਜ਼ਬਾਨ ਤੋਂ ਕਹਿੰਦਿਆਂ ਇੰਨਾ ਸਮਾਂ ਹੋ ਗਿਆ, ਮੈਂ ਮਿੱਟੀ, ਮੈਂ ਖਾਕ, ਮੈਂ ਧੂੜ, ਤੇ ਇੱਕ ਵਾਰੀ ਮੈਂ ਕਿਹਾ ਤੇ ਫਿਰ ਗੁੱਸਾ ਕਿਉਂ ਆਇਆ? ਉਹ ਸੋਚੀ ਪੈ ਗਿਆ ਤੇ ਮਸਕੀਨ ਜੀ ਕਹਿਣ ਲੱਗੇ, ਇਹਦਾ ਮਤਲਬ ਇਹ ਹੈ ਵੀ ਜ਼ਬਾਨ ਕਹਿ ਰਹੀ ਸੀ ਮੈਂ ਖਾਕ ਹਾਂ, ਮੈਂ ਮਿੱਟੀ ਹਾਂ, ਮੈਂ ਧੂੜ ਹਾਂ, ਮੈਂ ਨਾਚੀਜ਼ ਹਾਂ, ਸਭ ਤੋਂ ਬੁਰਾ ਹਾਂ, ਪਰ ਅੰਦਰ ਹਿਰਦੇ 'ਚ ਭਾਵਨਾ ਨਹੀਂ ਬਣੀ। ਅੰਦਰ ਭਾਵਨਾ ਹੈ ਕਿ ਲੋਕ ਮੇਰੀ ਵਡਿਆਈ ਕਰਨ, ਮੈਨੂੰ ਸਤਿਕਾਰ ਦੇਣ, ਮੈਨੂੰ ਆਦਰ ਦੇਣ, ਮਾਣ ਕਰਨ, ਇੱਜ਼ਤ ਕਰਨ। ਅੰਦਰ ਤੇ ਫਿਰ ਇਹੀ ਗੱਲ ਬੈਠੀ ਹੋਈ ਹੈ। ਜ਼ਬਾਨ ਤੋਂ ਇੰਨਾ ਜ਼ਿਆਦਾ ਬੋਲੀ ਜਾਣ ਦਾ ਕੋਈ ਲਾਭ ਨਹੀਂ ਹੋਇਆ ਕਿਉਂਕਿ ਮਨ ਨੇ ਉਹ ਗੱਲ ਗ੍ਰਹਿਣ ਨਹੀਂ ਕੀਤੀ। ਸੋ ਇਸ ਪ੍ਰਕਾਰ ਇਉਂ ਕਈ ਲੋਕ ਇਉਂ ਹੁੰਦੇ ਤਾਂ ਮਾਨਸਿਕ ਤੌਰ 'ਤੇ ਅੰਦਰੋਂ ਕੀੜਿਆਂ ਦੀ ਨਿਆਈ ਨੇ,
ਤੇ ਆਕਾਸ਼ਚਾਰੀਆਂ ਦੀ ਰੀਸ ਕਰਦੇ ਨੇ। ਇੰਜ ਗੱਲ ਨਹੀਂ ਬਣਦੀ। ਹਜੂਰ ਕਹਿੰਦੇ ਨੇ ਨਦਰੀ ਪਾਈ ਹੈ। ਨਦਰ ਵਾਲਾ ਜੋ ਵਾਹਿਗੁਰੂ ਪਰਮਾਤਮਾ ਹੈ, ਉਸ ਦੀ ਮਿਹਰ ਦੀ ਨਜ਼ਰ ਦੁਆਰਾ ਇਹ ਦਾਤ ਪ੍ਰਾਪਤ ਕੀਤੀ ਜਾ ਸਕਦੀ ਹੈ, ਬਖਸ਼ਿਸ਼। ਕੂੜੀ ਕੂੜਾ ਠੀਸ। ਕਈ ਵਾਰੀ ਲੋਕ ਆਪਣੇ ਆਪ ਦੀ ਵਡਿਆਈ ਆਪ ਕਰਦੇ ਨੇ ਤੇ ਝੂਠਿਆਂ ਦੀ ਝੂਠੀ ਗੱਪ ਹੁੰਦੀ ਹੈ। ਝੂਠਿਆਂ ਵੱਲੋਂ ਆਪਣੇ ਆਪ ਦੀ ਕੀਤੀ ਕੂੜੀ ਵਡਿਆਈ ਉਹ ਠੀਸ ਹੈ, ਗੱਪ ਹੈ, ਵਿਅਰਥ ਹੈ। ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਰਾਮ ਤੀਰਥ ਸਥਾਨ ਹੈ ਅੰਮ੍ਰਿਤਸਰ ਜ਼ਿਲ੍ਹੇ ਵਿੱਚ, ਉੱਥੇ ਗਏ ਤਾਂ ਉੱਥੇ ਇੱਕ ਬ੍ਰਾਹਮਣ ਮੁਜੰਗੀ ਉਹਨੇ ਰੱਖੀ ਸੀਗੀ ਤੇ ਉੱਤੇ ਕੁਝ ਮੂਰਤੀਆਂ ਰੱਖੀਆਂ ਹੋਈਆਂ ਔਰ ਬੜਾ ਸਜਿਆ ਫਬਿਆ, ਤਿਲਕ ਤੁਲਕ ਲਾਏ ਹੋਏ। ਤਾਂ ਹਜੂਰ ਉਹਦੇ ਕੋਲ ਪਹੁੰਚ ਗਏ ਤੇ ਕਹਿਣ ਲੱਗੇ, ਪੰਡਤ ਜੀ, ਮਿਸਰ ਜੀ, ਇਹ ਜਿਨ੍ਹਾਂ ਮੂਰਤੀਆਂ ਦਾ ਤੁਸੀਂ ਧਿਆਨ ਧਰਦੇ ਹੋ ਤਾਂ ਤੁਹਾਡੇ ਸਾਹਮਣੇ ਹੁਣ ਮੁਜੰਗੀ ਉੱਪਰ ਚੌਂਕੀ 'ਤੇ ਰੱਖੀਆਂ ਹੋਈਆਂ, ਫਿਰ ਤੁਸੀਂ ਨੇਤਰ ਕਿਉਂ ਬੰਦ ਕਰਦੇ ਹੋ? ਨੇਤਰ ਬੰਦ ਕਰਕੇ ਉਹ ਪਖੰਡ ਕਰਦਾ ਸੀ, ਲੋਕਾਂ ਨੂੰ ਵਿਖਾਉਂਦਾ ਸੀ ਵੀ ਮੇਰੀ ਸਮਾਧੀ ਲੱਗੀ ਹੋਈ ਹੈ। ਕਹਿਣ ਲੱਗਾ, ਜਾਓ ਆਪਣਾ ਕੰਮ ਕਰੋ, ਮੈਂ ਸਮਾਧੀ ਸਥਿਤ ਹੁੰਦਾ ਹਾਂ ਤਾਂ ਤਿੰਨਾਂ ਲੋਕਾਂ ਦਾ ਗਿਆਨ ਹੁੰਦਾ ਮੈਨੂੰ, ਤਿੰਨਾਂ ਲੋਕਾਂ ਵੱਲ ਮੇਰੀ ਦ੍ਰਿਸ਼ਟੀ ਖੁੱਲੀ ਹੋਈ ਹੈ। ਸਤਿਗੁਰੂ ਜੀ ਕਹਿਣ ਲੱਗੇ, ਅੱਛਾ ਖਿਮਾ ਕਰਨਾ, ਤੁਹਾਡੇ ਧਿਆਨ 'ਚ ਵਿਘਨ ਪਾਇਆ। ਹਜੂਰ ਪਾਸੇ ਹੋ ਗਏ। ਤਾਂ ਜਿਸ ਵੇਲੇ ਉਹਨੇ ਦੁਬਾਰਾ ਨੇਤਰ ਬੰਦ ਕੀਤੇ ਤਾਂ ਇੱਕ ਸਿੱਖ ਨੂੰ ਆਗਿਆ ਕੀਤੀ ਕਿ ਇਹਦੇ ਅੱਗੋਂ ਮੂਰਤੀਆਂ ਚੱਕ ਲਾ ਤੇ ਪਿਛਲੇ ਬੰਨੇ ਲਗਾ ਦੇ। ਜਦੋਂ ਮੂਰਤੀਆਂ ਚੱਕੀਆਂ ਤੇ ਉਹਦੇ ਨੇਤਰ ਖੁੱਲ੍ਹ ਗਏ। ਕੁਝ ਸਮੇਂ ਬਾਅਦ ਤੇ ਉੱਚੀ ਉੱਚੀ ਰੌਲਾ ਪਾ ਰਿਹਾ ਸੀ ਵੀ ਇੱਥੋਂ ਮੂਰਤੀਆਂ ਕੌਣ ਚੁੱਕ ਕੇ ਲੈ ਗਿਆ, ਕਿੰਨੇ ਮੂਰਤੀਆਂ ਚੋਰੀ ਕੀਤੀਆਂ। ਗੁਰੂ ਨਾਨਕ ਸਾਹਿਬ ਉਸ ਦੇ ਅੱਗੇ ਜਾ ਖਲੋਤੇ, ਕਹਿਣ ਲੱਗੇ, ਪੰਡਤ ਜੀ, ਇੰਨੇ ਖਫਾ ਕਿਉਂ ਹੋ ਰਹੇ ਹੋ? ਕਹਿਣ ਲੱਗਾ, ਮੇਰੇ ਅੱਗੋਂ ਮੂਰਤੀਆਂ ਕੋਈ ਚੁੱਕ ਕੇ ਲੈ ਗਿਆ। ਤਾਂ ਹਜੂਰ ਕਹਿਣ ਲੱਗੇ, ਤੁਸੀਂ ਜਰਾ ਨੇਤਰ ਬੰਦ ਕਰਕੇ ਸਮਾਧੀ ਲਾਓ, ਵੇਖੋ ਤਿੰਨਾਂ ਲੋਕਾਂ ਤੋਂ ਬਾਹਰ ਤੇ ਕਿਤੇ ਨਹੀਂ ਗਈਆਂ ਹੋਣਗੀਆਂ। ਜੇ ਤਿੰਨਾਂ ਲੋਕਾਂ ਦਾ ਗਿਆਨ ਹੈ ਤੇ ਮੂਰਤੀਆਂ ਦਾ ਝੱਟ ਲੱਭ ਜਾਣਗੀਆਂ। ਪਰ ਉਹ ਸ਼ਰਨ ਪੈ ਗਿਆ ਸਤਿਗੁਰਾਂ ਦੀ। ਕਹਿਣ ਲੱਗਾ, ਤੁਸੀਂ ਮੇਰਾ ਪਾਜ ਉਧੇੜਿਆ, ਮੈਂ ਤਾਂ ਭੋਲੇ ਭਾਲੇ ਲੋਕਾਂ ਨੂੰ ਠੱਗਣ ਵਾਸਤੇ ਸਾਰਾ ਕੁਝ ਅਡੰਬਰ ਰਚਿਆ ਹੋਇਆ ਵੀ ਲੋਕ ਪੂਜਾ ਚੰਗੀ ਕਰਦੇ ਨੇ, ਮਾਇਆ ਖੁੱਲੀ ਮੇਰੇ ਅੱਗੇ ਰੱਖ ਕੇ ਮੱਥੇ ਟੇਕ ਰਹੇ ਨੇ। ਤਾਂ ਹਜੂਰ ਨੇ ਉੱਥੇ ਸ਼ਬਦ ਉਚਾਰਨ ਕੀਤਾ ਸੀ, ਕਾਲ ਨਾਹੀ ਜੋਗ ਨਾਹੀ ਸਤ ਕਾ ਢਬ, ਥਾਨਾਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ, ਕਲ ਮਹਿ ਰਾਮ ਨਾਮ ਸਾਰ, ਅੱਖੀ ਤਾਂ ਮੀਟ ਹੈ ਨਾਕ ਪਕੜ ਹੈ ਠੱਗਣ ਕੋ ਸੰਸਾਰ, ਆਂਟ ਸੇਤੀ ਨਾਕ ਪਕੜ ਹੈ ਸੂਝਤੇ ਤਿਨ ਲੋ, ਮਗਰ ਪਾਸ਼ਾ ਕਛ ਨ ਸੂਝੈ ਹੋ ਪਦਮ ਅਲੋ, ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ, ਅਸ਼ਟ ਸਾਜ ਸਜ ਪੁਰਾਣ ਸੁਧ ਹੈ ਕਰਹਿ ਬੇਦ ਅਭਿਆਸ, ਬਿਨ ਨਾਮ ਹਰ ਕੇ ਮੁਕਤ ਨਾਹੀ ਕਹਿ ਨਾਨਕ ਦਾਸ। ਇਹ ਧਨਾਸਰੀ ਰਾਗ ਵਿੱਚ ਹਜੂਰ ਨੇ ਇਸ ਪ੍ਰਥਾਈ ਸ਼ਬਦ ਉਚਾਰਿਆ। ਦੁਨੀਆ ਦੀ ਹਾਲਤ ਦੱਸੀ ਭਈ ਇਹ ਲੋਕ ਪਖੰਡ ਕਿੰਨਾ ਇਹਨਾਂ ਨੇ ਖਿਲਾਰਿਆ ਹੋਇਆ ਧਾਰਮਿਕ ਸਥਾਨਾਂ 'ਤੇ। ਇਸ ਪ੍ਰਕਾਰ ਹਜੂਰ ਕਹਿੰਦੇ ਝੂਠਿਆਂ ਲੋਕਾਂ ਦੀਆਂ ਝੂਠੀਆਂ ਗੱਪਾਂ ਬਥੇਰੀਆਂ ਨੇ, ਪਰ ਜਿਹੜੀ ਅੰਦਰ ਵਾਲੀ ਬਖਸ਼ਿਸ਼ ਹੈ ਉਹ ਵਾਹਿਗੁਰੂ ਦੀ ਮਿਹਰ ਦੀ ਨਜ਼ਰ ਦੁਆਰਾ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਹੁਣ ਸਤਿਗੁਰੂ ਮਹਾਰਾਜ ਜੀ ਅਗਲੀ ਪੌੜੀ ਵਿੱਚ ਬਹੁਤ ਉੱਚੀ ਅਵਸਥਾ ਵਾਲੇ ਗੁਰਮੁਖਾਂ ਦੇ ਬਾਰੇ 'ਚ ਦੱਸ ਰਹੇ ਨੇ। ਜਦੋਂ ਇਸ ਤਰ੍ਹਾਂ ਨਾਮ ਜਪਦਿਆਂ ਜਪਦਿਆਂ ਇੰਨੀ ਤੀਬਰ ਤਾਂਘ ਨਾਲ ਵਾਹਿਗੁਰੂ ਦੇ ਨਾਮ ਨਾਲ ਜੁੜਿਆ ਹੋਇਆਂ ਕੋਈ ਵਾਹਿਗੁਰੂ ਦੀ ਨਜ਼ਰ ਦੁਆਰਾ ਇਹ ਅਵਸਥਾ ਪ੍ਰਾਪਤ ਕਰ ਲੈਂਦਾ ਤਾਂ ਫਿਰ ਉਹ ਕੀ ਕਹਿੰਦਾ? ਹਜ਼ੂਰ ਕਹਿੰਦੇ ਨੇ, ਆਖਣ ਜੋਰ ਚੁੱਪੈ ਨਾ ਹੈ ਜੋਰ। ਉਹਦੀ ਇਹ ਅਵਸਥਾ ਹੈ। ਪਰਮਾਤਮਾ 'ਚ ਐਸਾ ਇੱਕਮਿਕ ਹੋਇਆ ਵਾਹਿਗੁਰੂ ਦੇ ਗਿਆਨ ਵਿੱਚ। ਉਹ ਕਹਿੰਦਾ ਹੈ ਕਿ ਆਖਣ ਵਿੱਚ ਵੀ, ਭਾਵ ਬੋਲਣ ਵਿੱਚ ਵੀ ਸਾਡਾ ਆਪਣਾ ਕੋਈ ਜ਼ੋਰ, ਬਲ, ਤਾਕਤ, ਸਮਰੱਥਾ ਨਹੀਂ ਹੈ। ਆਪਣੀ ਮਰਜ਼ੀ ਦੇ ਨਾਲ ਅਸੀਂ ਕੁਝ ਬੋਲ ਨਹੀਂ ਸਕਦੇ। ਚੁੱਪ ਹੈ ਨਾ ਜ਼ੋਰ। ਚੁੱਪ ਰਹਿਣ ਵਿੱਚ ਵੀ ਸਾਡਾ ਜ਼ੋਰ ਆਪਣਾ ਨਹੀਂ ਚੱਲਦਾ। ਜਿਹੜਾ ਮਨ ਨੇ ਸਮਝਿਆ ਹੋਇਆ ਵੀ ਮੈਂ ਬੜਾ ਸਿਆਣਾ, ਮੈਂ ਵਿਦਵਾਨ, ਮੈਂ ਚੰਗਾ ਬੋਲ ਸਕਦਾ ਹਾਂ, ਔਰ ਜਾਂ ਕੁਝ ਲੋਕ ਚੁੱਪ ਧਾਰ ਲੈਂਦੇ ਨੇ, ਮੌਨੀ ਬਣ ਜਾਂਦੇ ਨੇ ਕਿ ਅਸੀਂ ਮੌਨੀ ਹਾਂ, ਅਤੇ ਪਤਾ ਨਹੀਂ ਕਿਹੜੇ ਵੇਲੇ ਫਟਾਫਟ ਉਹ ਬੋਲ ਦੇਣ। ਇਹ ਮਤ ਕੋਈ ਸਮਝੇ ਵੀ ਅਸੀਂ ਚੁੱਪ ਰਹਿ ਸਕਦੇ ਹਾਂ। ਜਿਵੇਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਲਿਖਵਾ ਰਹੇ ਸੀ, ਭਾਈ ਗੁਰਦਾਸ ਜੀ ਤੋਂ ਸਾਰੀ ਬਾਣੀ ਇਕੱਤਰ ਕਰ ਰਹੇ ਸੀ, ਉਸ ਵੇਲੇ
ਲਾਹੌਰ ਤੋਂ ਚੱਲ ਕੇ 4 ਭਗਤ ਆਏ ਸੀ, ਕਾਨ੍ਹਾ, ਛੱਜੂ, ਪੀਲੋ ਤੇ ਸ਼ਾਹ ਹੁਸੈਨ। ਖੈਰ ਲੰਬੀ ਸਾਖੀ ਹੈ। ਜਿਹੜਾ ਸ਼ਾਹ ਹੁਸੈਨ ਸੀ ਉਹਨੇ ਕਿਹਾ ਸੀ ਇਹਨਾਂ ਸਾਰਿਆਂ ਵੀ ਸਾਡੀ ਬਾਣੀ ਲਿਖਵਾਓ। ਤੁਸੀਂ ਪੁਰਾਤਨ ਸਮੇਂ ਦੇ ਹੋਏ ਗੁਜ਼ਰੇ ਜਿਹੜੇ ਭਗਤ ਨੇ ਉਹਨਾਂ ਦੀ ਬਾਣੀ ਲਿਖਵਾ ਰਹੇ ਹੋ, ਸੁਣਿਆ ਤੁਸੀਂ ਵਿਤਕਰਾ ਨਹੀਂ ਕਰਦੇ, ਤੇ ਅਸੀਂ ਮੌਜੂਦਾ ਸਮੇਂ ਦੇ ਭਗਤਾਂ, ਸਾਡੀ ਵੀ ਬਾਣੀ ਲਿਖਵਾਓ। ਹਜ਼ੂਰ ਕਹਿਣ ਲੱਗੇ ਜੇ ਯੋਗ ਹੋਈ ਤੇ ਫਿਰ ਅਸੀਂ ਜ਼ਰੂਰ ਲਿਖਾਵਾਂਗੇ। ਜੇ ਆਸ਼ਾ ਠੀਕ ਹੋਇਆ, ਸੰਸਾਰ ਦੀ ਕਲਿਆਣ ਵਾਲਾ ਆਸ਼ਾ ਹੋਇਆ, ਜ਼ਰੂਰ ਲਿਖਵਾਵਾਂਗੇ, ਵਿਤਕਰਾ ਕੋਈ ਨਹੀਂ। ਵੱਖਰੀ ਵੱਖਰੀ ਬਾਣੀ ਸਾਰਿਆਂ ਨੇ ਬੋਲੀ ਸੀ। ਜਿਹੜਾ ਸ਼ਾਹ ਹੁਸੈਨ ਸੀ ਉਹਨੇ ਕਿਹਾ ਸੀ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਏ ਵੇ ਅੜਿਆ, ਸੱਜਣਾ ਬੋਲਣ ਦੀ ਜਾਏ ਨਾਹੀਂ, ਅੰਦਰ ਬਾਹਰ ਇੱਕਾ ਸਾਈਂ ਕਿਸਨੋਂ ਆਖ ਸੁਣਾਈ, ਕਹਿ ਹੁਸੈਨ ਫਕੀਰ ਨਿਮਾਣਾ ਸਤਿਗੁਰ ਥੋਂ ਬਲਬਲ ਜਾਈ। ਤਾਂ ਹਜ਼ੂਰ ਕਹਿਣ ਲੱਗੇ ਜੋ ਤੁਸੀਂ ਚੁੱਪ ਰਹਿਣ ਦਾ ਉਪਦੇਸ਼ ਦੇ ਰਹੇ ਹੋ, ਆਪ ਤੁਸੀਂ ਚੁੱਪ ਨਹੀਂ ਕਰਦੇ, ਤੇ ਇਸ ਤਰ੍ਹਾਂ ਆਪ ਯਤਨ ਕਰਨ ਦੇ ਨਾਲ ਚੁੱਪ ਨਹੀਂ ਹੋਇਆ ਜਾਂਦਾ। ਦੂਸਰੀ ਗੱਲ ਸਾਡਾ ਮਤ ਹੈ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਜਦੋਂ ਤੱਕ ਸੰਸਾਰ 'ਚ ਰਹਿਣਾ, ਇਹ ਜੀਵਾ, ਇਹ ਰਸਨਾ ਪ੍ਰਮਾਤਮਾ ਨੇ ਬੋਲਣ ਵਾਸਤੇ ਦਿੱਤੀ ਹੈ। ਹਾਂ ਇੰਨਾ ਜ਼ਰੂਰ ਕਿ ਚੰਗਾ ਬੋਲੋ, ਚੰਗਾ ਸੁਣੋ, ਕੰਨ ਵੀ ਇਸ ਵਾਸਤੇ ਦਿੱਤੇ ਨੇ। ਇਹ ਨਹੀਂ ਵੀ ਕੰਨਾਂ ਨੂੰ ਮੂੰਦ ਲਓ, ਕਿਸੇ ਦੀ ਗੱਲ ਕੋਈ ਬਚਨ ਸੁਣੋ ਹੀ ਨਾ, ਤੇ ਜ਼ਬਾਨ ਨੂੰ ਵੀ ਚੁੱਪ ਕਰਾ ਦਿਓ, ਬੰਦ ਕਰਾ ਦਿਓ। ਗਿਆਨ ਦੀ ਪ੍ਰਾਪਤੀ ਕਰਕੇ ਚੁੱਪ ਕਰ ਜਾਓ ਤੇ ਫਿਰ ਸੰਸਾਰ 'ਚ ਗਿਆਨ ਕਿਵੇਂ ਵੰਡਿਆ ਜਾਏ। ਇਸ ਵਾਸਤੇ ਹਜ਼ੂਰ ਨੇ ਕਿਹਾ ਹੈ ਚੁੱਪ ਰਹਿਣ ਵਿੱਚ ਆਪਣਾ ਜ਼ੋਰ ਵੀ ਨਹੀਂ ਹੈ। ਕੁਝ ਤਾਂ ਭਗਤੀ ਕਰਦੇ ਗੁਰਮੁਖ ਪਿਆਰੇ ਸੰਸਾਰ ਦੀਆਂ ਗੱਲਾਂ ਵੱਲੋਂ ਚੁੱਪ ਧਾਰ ਲੈਂਦੇ, ਬਹੁਤ ਘਟ ਜਾਂਦਾ ਬੋਲ ਚੱਲ ਉਹਨਾਂ ਦਾ। ਪਰ ਜਿਵੇਂ ਸੰਤ ਗੁਰਬਚਨ ਸਿੰਘ ਖਾਲਸਾ ਜੀ ਨੂੰ ਕਿਹਾ ਸੀ ਜੀ ਤੁਸੀਂ ਤਾਂ ਬੜੀ ਉੱਚੀ ਅਵਸਥਾ ਵਾਲੇ ਹੋ, ਫਿਰ ਰਸਨਾ ਦੇ ਨਾਲ ਵੀ ਤੁਸੀਂ ਜਾਪ ਇੰਨਾ ਕਿਉਂ ਕਰਦੇ ਹੋ। ਉਹ ਕਹਿਣ ਲੱਗੇ ਸਤਿਗੁਰੂ ਮਹਾਰਾਜ ਦਾ ਉਪਦੇਸ਼ ਹੈ, ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਨਹੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ। ਇਉਂ ਸਤਿਗੁਰੂ ਜੀ ਨੇ ਕਿਹਾ ਵੀ ਰਸਨਾ ਨਾਮ ਜਪਣ ਲਈ ਬਖਸ਼ੀ ਹੈ, ਤੇ ਫਿਰ ਇਹਨੂੰ ਵਿਹਲੀ ਕਿਉਂ ਰਹਿਣ ਦਈਏ। ਇਹ ਰਸਨਾ ਦੇ ਨਾਲ ਵੀ ਨਾਮ ਜਪੀਏ। ਸਰੀਰਕ ਤੌਰ 'ਤੇ ਇਹ ਜਿਹੜੇ ਇੰਦਰੇ ਨੇ ਇਹਨਾਂ ਨੂੰ ਵਰਤੀਏ ਵਾਹਿਗੁਰੂ ਜੀ ਦੇ ਨਾਮ ਨੂੰ ਉਚਾਰਨ ਵਾਸਤੇ, ਉਸਤਤੀ ਗਾਇਨ ਕਰਨ ਲਈ, ਸੁਣਨ ਲਈ। ਔਰ ਰਹੋ ਵਿਚਾਰ, ਹਜ਼ੂਰ ਕਹਿੰਦੇ ਨੇ ਕਿ ਆਪਣੇ ਵੱਸ ਵਿੱਚ ਨਹੀਂ ਹੈ, ਆਪਣਾ ਕੋਈ ਜ਼ੋਰ ਨਹੀਂ ਹੈ ਕਿ ਅਸੀਂ ਕੁਝ ਬੋਲੀਏ ਜਾਂ ਅਸੀਂ ਚੁੱਪ ਕਰ ਜਾਈਏ। ਦੋਵਾਂ ਕੰਮਾਂ 'ਚ ਆਪਣਾ ਕੋਈ ਜ਼ੋਰ ਨਹੀਂ। ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਮੰਗਤੇ ਬਣ ਕੇ ਮੰਗਣ ਵਿੱਚ ਵੀ ਆਪਣਾ ਜ਼ੋਰ ਨਹੀਂ। ਮੰਗਤ ਮਾਨ ਨਾ ਪਾਇਆ, ਮੰਗਣ ਵਾਲੇ ਦੀ ਇੱਜ਼ਤ ਨਹੀਂ ਕੋਈ ਲੋਕ ਕਰਦੇ। ਮੰਗਤਾ ਜਾਣ ਕੇ ਦੁਰਕਾਰਦੇ ਨੇ, ਝਿੜਕਦੇ ਨੇ। ਮੰਗਣ ਵਾਲਾ ਮਹਿਸੂਸ ਕਰਦਾ ਵੀ ਮੇਰਾ ਨਿਰਾਦਰ ਹੋ ਰਿਹਾ, ਅਪਮਾਨ ਹੋ ਰਿਹਾ, ਪਰ ਉਹਦੇ ਵੱਸ ਨਹੀਂ ਹੈ। ਹਜ਼ੂਰ ਨੇ ਕਿਹਾ ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਇਕਨਾਂ ਨੂੰ ਤੁਸੀਂ ਮਹਾਰਾਜ ਭਿਖਾਰੀ ਬਣਾਤਾ, ਇੱਕ ਭਿਖਾਰੀ ਇੱਕ ਦਾਤੇ ਬਣਾਏ ਨੇ। ਸੋ ਇਸ ਪ੍ਰਕਾਰ ਇਹਦੇ 'ਚ ਤੇਰੀ ਖੇਡ ਹੈ ਸਾਰੀ, ਕੁਛ ਕਿਹਾ ਨਹੀਂ ਜਾ ਸਕਦਾ। ਕਬਹੂ ਭਿਖਾਰੀ ਹੋਏ ਕੈ ਮੰਗਤ ਫਿਰਤ ਭੀਖ, ਕਹੂੰ ਮਹਾਦਾਨ ਹੋਏ ਕਿ ਦਇਆ ਦਾਨ ਦੇਤ ਹੋ। ਕਿਤੇ ਮਹਾਨ ਦਾਨੀ ਬਣ ਕੇ ਦਇਆ ਚਾਹ ਕੇ ਦਾਨ ਦੇ ਰਹੇ ਹੋ, ਕਿਧਰੇ ਭਿਖਾਰੀ ਬਣ ਕੇ ਮੰਗ ਰਹੇ ਹੋ। ਇਹ ਵਾਹਿਗੁਰੂ ਜੀ ਸਭ ਪਾਸੇ ਤੁਸੀਂ ਨਜ਼ਰ ਆਉਂਦੇ ਹੋ, ਕਿਉਂਕਿ ਸਾਰਿਆਂ ਜੀਆਂ ਵਿੱਚ ਵਾਹਿਗੁਰੂ ਦੀ ਜੋਤ ਆ। ਤੇ ਜੇ ਭਿਖਾਰੀ ਵਿੱਚ ਵੀ ਤੇਰੀ ਜੋਤ ਹੈ, ਫਿਰ ਤੂੰ ਆਪ ਹੀ ਭਿਖਾਰੀ ਬਣਿਆ ਹੋਇਆ, ਆਪ ਹੀ ਦੂਜੇ ਰੂਪ ਵਿੱਚ ਦਾਨੀ ਬਣ ਕੇ ਦਾਨ ਦੇ ਰਿਹਾ। ਜੀਆਂ ਦੇ ਆਪਣੇ ਵੱਸ ਵਿੱਚ ਨਹੀਂ ਮੰਗਣਾ, ਇਹਦੇ 'ਚ ਆਪਣਾ ਜ਼ੋਰ ਨਹੀਂ ਚੱਲਦਾ। ਦੇਣ ਨਾ ਜ਼ੋਰ, ਤੇ ਆਪਣੀ ਤਾਕਤ ਨਾਲ ਕਿਸੇ ਨੂੰ ਕੁਛ ਦਿੱਤਾ ਵੀ ਨਹੀਂ ਜਾ ਸਕਦਾ। ਮਤ ਸਮਝੀਏ ਕਿ ਜੇ ਸਾਡੇ ਹੱਥੋਂ ਕੁਛ ਦਿੱਤਾ ਗਿਆ ਤੇ ਇਹ ਸਾਡੀ ਤਾਕਤ ਹੈ, ਸਾਡਾ ਜ਼ੋਰ ਹੈ, ਸਾਡਾ ਬਲ ਹੈ। ਨਹੀਂ, ਜੇ ਪ੍ਰਮਾਤਮਾ ਨੇ ਕੁਛ ਦਾਤ ਸਾਨੂੰ ਦਿੱਤੀ ਹੈ, ਸਾਡੀ ਬੁੱਧੀ ਅੰਦਰੇ ਪ੍ਰਕਾਸ਼ ਪਾਇਆ, ਸਾਡੇ ਮਨ ਨੂੰ ਪ੍ਰੇਰਨਾ ਦਿੱਤੀ ਹੈ, ਤੇ ਤਾਂ ਹੀ ਅਸੀਂ ਕੁਛ ਦੇ ਸਕਦੇ ਹਾਂ। ਹਜ਼ੂਰ ਹੰਕਾਰ ਛਡਾ ਰਹੇ ਨੇ। ਤੇ ਜਿਹੜਾ ਬ੍ਰਹਮ ਗਿਆਨ ਦੀ ਅਵਸਥਾ ਵਿੱਚ, ਅਕਰਾ ਅਵਸਥਾ ਵਿੱਚ ਚਲਾ ਗਿਆ ਹੈ, ਉਹ ਸੁਦੇ ਸੁਧ ਵਾਹਿਗੁਰੂ ਦੀ ਰਜ਼ਾ ਵਿੱਚ, ਪ੍ਰਮਾਤਮਾ ਵਿੱਚ ਹੀ ਵਿਚਰਦਾ। ਉਹਦੀ ਅਵਸਥਾ ਹੈ, ਉਹ ਕਹਿੰਦਾ ਵੀ ਮੰਗਣ ਵਿੱਚ ਵੀ ਜ਼ੋਰ ਨਹੀਂ ਤੇ ਦਾਨ ਦੇਣ ਵਿੱਚ ਵੀ ਕਿਸੇ ਦਾ ਕੁਛ ਜ਼ੋਰ ਨਹੀਂ। ਜ਼ੋਰ ਨਾ ਜੀਵਨ ਮਰਨ ਨਾ ਹੈ ਜ਼ੋਰ। ਜੀਵਨ ਇਹ ਅਸੀਂ ਆਪ ਖੁਦ ਨਹੀਂ ਪ੍ਰਾਪਤ ਕੀਤਾ, ਆਪਣੇ ਜ਼ੋਰ ਨਾਲ ਸਾਨੂੰ ਇਹ ਜੀਵਨ ਨਹੀਂ ਮਿਲਿਆ।
ਸਾਨੂੰ ਨਹੀਂ ਪਤਾ ਸਾਡੀ ਬਣਤਰ ਕਿਵੇਂ ਬਣੀ ਹੈ, ਕਿਉਂ ਸਾਨੂੰ ਪ੍ਰਮਾਤਮਾ ਨੇ ਦੇਹ ਦਿੱਤੀ ਹੈ, ਕੀ ਕਾਰਨ ਹੈ। ਆਪੇ ਤੇ ਅਸੀਂ ਬਣੇ ਨਹੀਂ। ਅਸੀਂ ਪ੍ਰਮਾਤਮਾ ਨੂੰ ਕਹਿ ਕੇ ਜਾਂ ਆਪਣੇ ਜ਼ੋਰ ਨਾਲ ਇਹ ਆਪਣਾ ਸਿਰ ਨਹੀਂ ਬਣਾਇਆ, ਆਪਣੇ ਚਿਹਰੇ ਦਾ ਸਰੂਪ ਜਿਸ ਤਰ੍ਹਾਂ ਦਾ ਵੀ ਰੱਬ ਨੇ ਬਣਾਇਆ ਉਸੇ ਤਰ੍ਹਾਂ ਦਾ। ਨੱਕ ਜਾਂ ਅੱਖਾਂ ਜਾਂ ਕੰਨ ਸਾਡੀ ਮਰਜ਼ੀ ਨਾਲ ਨਹੀਂ ਲਗਾਏ ਗਏ। ਸੋ ਇਸ ਪ੍ਰਕਾਰ ਜਨਮ ਹੋਣਾ, ਜੀਵਨ ਬਤੀਤ ਕਰਨਾ ਤੇ ਮਰ ਜਾਣਾ, ਇਹ ਵੀ ਆਪਣੇ ਵੱਸ ਵਿੱਚ ਨਹੀਂ ਹੈ। ਜ਼ੋਰ ਨਾ ਜੀਵਨ, ਜਿਉਂਦੇ ਰਹਿਣਾ ਵੀ ਆਪਣੇ ਜ਼ੋਰ ਵਿੱਚ ਨਹੀਂ। ਜਿਹੜੇ ਨਾਸਤਿਕ ਲੋਕ ਹਨ ਉਹ ਇਹ ਗੱਲ ਤਾਂ ਮੰਨਦੇ ਨੇ ਕਿ ਜਨਮ ਵੀ ਆਪਣੇ ਜ਼ੋਰ ਨਾਲ ਨਹੀਂ ਹੋਇਆ ਤੇ ਜੀਵਨ ਵੀ ਸਾਡੇ ਜ਼ੋਰ ਨਾਲ ਨਹੀਂ, ਕਿਉਂਕਿ ਪ੍ਰਮਾਤਮਾ ਸਾਨੂੰ ਜਦੋਂ ਮਰਜ਼ੀ ਮਾਰ ਸਕਦਾ ਹੈ। ਪਰ ਮਰਨ ਸਾਡੇ ਹੱਥ ਵਿੱਚ ਹੈ। ਮਤਲਬ ਉਹ ਕਹਿੰਦੇ ਖੁਦਕਸ਼ੀ ਤੇ ਆਪ ਅਸੀਂ ਕਰ ਹੀ ਸਕਦੇ ਹਾਂ ਨਾ। ਨਹੀਂ, ਇਹ ਨਾਸਤਿਕਾਂ ਦੀ ਗੱਲ ਹੈ। ਸਤਿਗੁਰੂ ਕਹਿ ਰਹੇ ਨੇ ਵੀ ਮਰਨ ਵਿੱਚ ਵੀ ਆਪਣਾ ਜ਼ੋਰ ਨਹੀਂ ਚੱਲਦਾ। ਅਕਸਰ ਜੇ ਖੁਦਕਸ਼ੀ ਵੀ ਕੋਈ ਕਰੇ ਤੇ ਅੰਦਰਲੀ ਅਵਸਥਾ ਆਪਣੇ ਕੰਟਰੋਲ 'ਚ ਨਾ ਰਹੇ, ਸਿਆਣਪ ਨਾ ਰਹੇ, ਐਸੀ ਗੱਲ ਬਣ ਜਾਏ ਮਾਨਸਿਕ ਅਵਸਥਾ 'ਚ, ਤੇ ਫਿਰ ਹੀ ਕੋਈ ਮਰਦਾ ਹੈ। ਤੇ ਜਦੋਂ ਤੱਕ ਵਾਹਿਗੁਰੂ ਦੀ ਆਗਿਆ ਨਹੀਂ, ਆਤਮ ਹੱਤਿਆ, ਖੁਦਕਸ਼ੀ ਵੀ ਆਪਣੀ ਮਰਜ਼ੀ ਨਾਲ ਮਰ ਵੀ ਨਹੀਂ ਸਕਦਾ। ਪਟਿਆਲੇ ਵਾਲਾ ਰਾਜਾ ਜਦੋਂ ਬਿਮਾਰ ਸੀ ਭੁਪਿੰਦਰ ਸਿੰਘ, ਤਾਂ ਬਾਬਾ ਆਨੰਦ ਸਿੰਘ ਜੀ ਗਏ ਸਨ ਤੇ ਉਹ ਤਰਲੇ ਮਾਰਦਾ ਸੀ ਵੀ ਮੇਰਾ ਸਰੀਰ ਛੁੱਟ ਜਾਏ। ਐਸੀ ਬੁਰੀ ਹਾਲਤ ਸੀ, ਬਿਮਾਰ ਸੀ, ਇੰਨਾ ਐਸਾ ਰੋਗ ਲੱਗਾ ਹੋਇਆ ਸੀ। ਤੇ ਫਿਰ ਬਾਬਾ ਆਨੰਦ ਸਿੰਘ ਜੀ ਨੇ ਕਿਹਾ ਜਾ ਹੁਣ ਭੂਪਿਆ, ਔਰ ਇਸ ਤਰ੍ਹਾਂ ਉਹਦਾ ਸਰੀਰ ਛੁੱਟਿਆ ਸੀ। ਮਰਨ ਵਿੱਚ ਵੀ ਆਪਣਾ ਜ਼ੋਰ ਨਹੀਂ ਚੱਲਦਾ। ਜਦੋਂ ਤੱਕ ਪ੍ਰਮਾਤਮਾ ਨਾਲ ਸਾਡੇ ਪ੍ਰਾਣ ਕੱਢੇ ਅਸੀਂ ਮਰ ਵੀ ਨਹੀਂ ਸਕਦੇ। ਜ਼ੋਰ ਨਾ ਰਾਜ ਮਾਲ ਮਨ ਸੋਰ, ਜਿਸ ਰਾਜ ਮਾਲ ਕਰਕੇ, ਰਾਜ ਹਕੂਮਤ, ਮਾਲ ਦੁਨਿਆਵੀ ਪਦਾਰਥ ਜਿਵੇਂ ਗਊ ਧਨ, ਗਜ ਧਨ, ਭੂਮ ਧਨ ਇਤਿਆਦਿ ਕੇ ਧਨ ਮੰਨੇ ਗਏ ਨੇ। ਜਿਹਦੇ ਘਰ 'ਚ ਬਹੁਤੀਆਂ ਗਊਆਂ ਹੁੰਦੀਆਂ ਇਸ ਨੂੰ ਕਹਿੰਦੇ ਉਹਦੇ ਘਰ ਗਊ ਧਨ ਬਹੁਤ ਹੈ। ਹਾਥੀ ਘੋੜੇ ਹਸਤ ਧਨ, ਹਾਥੀ ਘੋੜੇ ਬੜੇ ਹਨ, ਇਹ ਧਨ ਆ ਉਹਦੇ ਕੋਲ। ਸੋ ਇਸ ਪ੍ਰਕਾਰ ਇਹ ਮਾਲ ਮਤਾ, ਜ਼ਮੀਨਾਂ ਜਾਇਦਾਦਾਂ, ਇਹ ਜਿਹੜਾ ਰਾਜ ਭਾਗ ਮਾਲ ਸੁਭਾਵ ਹੈ, ਜਿਸ ਕਰਕੇ ਸਾਡੇ ਮਨ ਦੇ ਅੰਦਰ ਹਜ਼ੂਰ ਕਹਿੰਦੇ ਸ਼ੋਰ ਸ਼ਰਾਬਾ ਰੌਲਾ ਰੱਪਾ ਪੈਂਦਾ ਰਹਿੰਦਾ। ਸੋ ਇਹ ਵੀ ਆਪਣੇ ਜ਼ੋਰ ਨਾਲ, ਕੋਈ ਤਾਕਤ ਨਾਲ ਪ੍ਰਾਪਤ ਨਹੀਂ ਕਰ ਸਕਦਾ। ਚਾਹੁੰਦੇ ਤਾਂ ਸਾਰੇ ਨੇ ਕਿ ਮੇਰਾ ਰਾਜ, ਮੇਰੀ ਹਕੂਮਤ ਰਹੇ। ਜਿਵੇਂ ਸ਼ੇਰ ਸ਼ਾਹ ਸੂਰੀ ਕੋਲੋਂ ਬੁਥਾੜ ਭਨਵਾ ਕੇ ਜਿਹੜਾ ਸੀ ਹਮਾਯੂ ਤੇ ਦੌੜਿਆ ਸੀ। ਹੁਣ ਜਿਹੜੇ ਹਾਰ ਜਾਂਦੇ ਨੇ ਉਹ ਵੀ ਚਾਹੁੰਦੇ ਨੇ ਵੀ ਰਾਜ ਸਾਡਾ ਰਹੇ, ਅਸੀਂ ਜਿੱਤੀਏ, ਸਾਡਾ ਰਾਜ ਖੁੱਸ ਨਾ ਜਾਏ। ਪਰ ਵਾਹਿਗੁਰੂ ਦੀ ਦੇਵਨੇਤ ਜਦੋਂ ਹੁਕਮ ਹੁੰਦਾ ਹੈ ਤੇ ਉਸ ਵੇਲੇ ਰਾਜ ਨਹੀਂ ਕੋਲ ਰਹਿੰਦਾ। ਜਿਵੇਂ ਸ਼ਾਹਜਹਾਨ ਬਾਦਸ਼ਾਹ ਸੀ ਹਿੰਦੁਸਤਾਨ ਦਾ, ਪਰ ਉਹਦੇ ਪੁੱਤਰ ਔਰੰਗਜ਼ੇਬ ਨੇ ਜਿਉਂਦੇ ਨੂੰ ਪਕੜ ਕੇ ਕੈਦ 'ਚ ਪਾ ਦਿੱਤਾ ਸੀ। ਰੋਟੀ ਪਾਣੀ ਤੋਂ ਭੁੱਖਾ ਧਿਆਇਆ, ਤੜਫਦਾ ਮਰਿਆ ਸ਼ਾਹਜਹਾਨ। ਇਸ ਪ੍ਰਕਾਰ ਇਹ ਜਿਸ ਰਾਜ ਭਾਗ ਵਾਸਤੇ ਸਾਡੇ ਮਨ ਦੇ ਅੰਦਰ ਅਨੇਕਾਂ ਤਰ੍ਹਾਂ ਦੀਆਂ ਵਾਸ਼ਨਾਵਾਂ ਚੱਲਦੀਆਂ ਨੇ, ਸ਼ੋਰ ਸ਼ਰਾਬਾ ਰੌਲਾ ਰੱਪਾ ਦਿਨੇ ਰਾਤ ਪੈਂਦਾ ਰਹਿੰਦਾ, ਇਹ ਵੀ ਆਪਣੇ ਜ਼ੋਰ ਬਲ ਦੇ ਨਾਲ ਨਹੀਂ ਕੋਈ ਪ੍ਰਾਪਤ ਕਰ ਸਕਦਾ। ਵਾਹਿਗੁਰੂ ਦੀ ਰਜ਼ਾ ਹੀ ਹੋਏ ਤੇ ਫਿਰ ਹੀ ਉਹਦੇ ਹੁਕਮ ਦੇ ਅੰਦਰ ਹੀ ਕਿਸੇ ਨੂੰ ਰਾਜ ਤੇ ਇਹ ਮਾਲ ਪਦਾਰਥ, ਧਨ ਦੌਲਤਾਂ ਪ੍ਰਾਪਤ ਹੁੰਦੀਆਂ ਨੇ। ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਸੁਰਤੀ ਆਤਮਕ ਜਾਗ, ਆਤਮਕ ਜਾਗ, ਅੰਦਰੋਂ ਜਾਗ ਪੈਣਾ। ਸੁਰਤੀ ਕੈ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ। ਰੱਬ ਦਾ ਪਿਆਰਾ ਸਰੀਰਕ ਤੌਰ 'ਤੇ ਰਹਿੰਦਾ ਤੇ ਦੁਨੀਆ ਵਿੱਚ ਹੀ ਹੈ, ਪਰ ਸੁਰਤ ਬਹੁਤ ਉੱਚੀ ਚਲੀ ਜਾਂਦੀ ਹੈ। ਸੁਰਤੀ ਕਰਕੇ ਪਤਾ ਨਹੀਂ ਉਹ ਕਿਹੜੇ ਦੇਸ਼ ਵਿੱਚ ਵਿਚਰ ਰਿਹਾ। ਜਿਵੇਂ ਰਵਿਦਾਸ ਜੀ ਨੇ ਕਿਹਾ ਹੈ, ਬੇਗਮਪੁਰਾ ਸ਼ਹਿਰ ਕੋ ਨਾਉ। ਅਕਸਰ ਉਹਨਾਂ ਨੇ ਬੇਗਮਪੁਰਾ ਵੇਖਿਆ ਤੇ ਕਹਿ ਰਹੇ ਨੇ, ਹੁਣ ਉਹ ਸਰੀਰਕ ਤੌਰ 'ਤੇ ਤਾਂ ਸੰਸਾਰ ਦੇ ਵਿੱਚ ਹੀ ਸਨ। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋਹ ਨਹੀਂ ਤੇ ਠਾਓ। ਨਾ ਤਸਵੀਸ ਖਿਰਾਜ ਨ ਮਾਲ, ਖੌਫ ਨ ਖਤਾ ਨ ਤਰਸ ਜਵਾਲ। ਅਬ ਮੋਹਿ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਪਾਈ। ਕਾਇਮ ਦਾਇਮ ਸਦਾ ਪਾਤ ਸ਼ਾਹੀ, ਦੋਮ ਨ ਸੇਮ ਏਕ ਸੋ ਆਹੀ। ਆਬਾਦਾਨ ਸਦਾ ਮਸ਼ਹੂਰ, ਊਹਾਂ ਗਨੀ ਬਸਹਿ ਮਾਮੂਰ। ਤਿਉ ਤਿਉ ਸੈਲ ਕਰਹਿ ਜਿਉ ਭਾਵੈ, ਮਹਿਰਮ ਮਹਿਲ ਨਾ ਕੋ ਟਕਾਵੈ। ਇਹ ਸੁਰਤੀ ਦੁਆਰਾ ਉਸ ਅਵਸਥਾ 'ਚ ਪਹੁੰਚੀਦਾ।
ਇੱਕ ਬਚਨ ਇਤਿਹਾਸਕ ਯਾਦ ਆਇਆ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਲਾਹੌਰ ਗਏ ਹੋਏ ਸਨ ਅਤੇ ਸਾਈਂ ਮੀਆਂ ਮੀਰ ਜੀ ਉਦੋਂ ਬਹੁਤ ਬਿਰਧ ਹੋ ਚੁੱਕੇ ਸੀ। ਉੱਥੇ ਲਾਹੌਰ 'ਚ ਕਰਮਦੀਨ ਦਾ ਤਕੀਆ ਸੀ, ਉੱਥੇ ਹਜ਼ੂਰ ਠਹਿਰੇ ਸੀ। ਬੜੇ ਫਕੀਰਾਂ ਨੇ ਆ ਕੇ ਸਤਿਗੁਰਾਂ ਤੋਂ ਪਰਮਾਰਥ ਦਾ ਲਾਭ ਲਿਆ, ਸਵਾਲ ਪੁੱਛੇ, ਜਵਾਬ ਦਿੱਤੇ, ਬੜੀਆਂ ਘੁੰਡੀਆਂ ਖੋਲ੍ਹੀਆਂ। ਅਤੇ ਉੱਧਰੋਂ ਸਾਈਂ ਮੀਆਂ ਮੀਰ ਜੀ ਨੇ ਫੁਰਨਾ ਕਰ ਲਿਆ ਕਿ ਮੈਂ ਸਤਿਗੁਰਾਂ ਦੇ ਦਰਸ਼ਨ ਕਰਕੇ ਆਵਾਂ। ਸਾਈਂ ਜੀ ਤਿਆਰ ਹੋ ਰਹੇ ਸੀ ਅਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਵਿਚਾਰ ਕੇ ਕਿ ਸਾਈਂ ਜੀ ਨੂੰ ਖੇਦ ਹੋਵੇਗਾ, ਤਕਲੀਫ ਹੋਵੇਗੀ ਇੱਥੇ ਪਹੁੰਚਣ 'ਚ। ਸੱਚੇ ਪਾਤਸ਼ਾਹ ਆਪ ਪਹੁੰਚ ਗਏ। ਸਾਈਂ ਜੀ ਤਕੀਏ 'ਚੋਂ ਬਾਹਰ ਨਿਕਲ ਰਹੇ ਸੀ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਘੋੜੇ ਤੋਂ ਉਤਰਾਇਆ ਅਤੇ ਆਪਣੇ ਮੋਢੇ 'ਤੇ ਸਤਿਗੁਰਾਂ ਦਾ ਹੱਥ ਰੱਖ ਕੇ ਰਕਾਬ ਵੀ ਚੁੰਮੀ ਸੀ ਹਜ਼ੂਰ ਦੀ, ਅਤੇ ਬੜੇ ਸਤਿਕਾਰ ਆਦਰ ਨਾਲ ਅੰਦਰ ਲੈ ਕੇ ਗਿਆ। ਉੱਚੀ ਥਾਂ 'ਤੇ ਸਤਿਗੁਰਾਂ ਨੂੰ ਬਿਠਾਇਆ, ਆਪ ਚਰਨਾਂ 'ਚ ਬੈਠਾ ਮੀਆਂ ਮੀਰ। ਬਚਨ ਬਿਲਾਸ ਵੀ ਕੁਝ ਹੋਏ, ਆਤਮਿਕ ਰਮਜਾਂ ਹੋਈਆਂ, ਅਤੇ ਫਿਰ ਸਤਿਗੁਰੂ ਜੀ ਤੁਰੇ ਅਤੇ ਵਿਦਾ ਕਰਨ ਸਾਈਂ ਜੀ ਆਏ। ਘੋੜੇ ਤੱਕ ਛੱਡਣ ਵਾਸਤੇ ਆਏ, ਤਕੀਏ ਤੋਂ ਬਾਹਰ ਤੱਕ। ਔਰ ਸ਼ਾਹਜਹਾਨ ਨੂੰ ਪਤਾ ਲੱਗਾ ਅਤੇ ਅਗਲੇ ਦਿਨ ਉਹਦੇ ਤਕੀਏ 'ਚ ਪਹੁੰਚ ਗਿਆ ਅਤੇ ਕਿਹਾ ਕਿ ਤੁਸਾਂ ਕੱਲ੍ਹ ਇਸਲਾਮ ਦੀ ਬੜੀ ਤੋਹੀਨ ਕਰਾਈ। ਕਹਿੰਦੇ ਬਾਦਸ਼ਾਹ ਕਿਵੇਂ? ਕਹਿੰਦੇ ਉਹ ਹਿੰਦ ਦਾ ਪੀਰ ਜਿਹਨੂੰ ਕਹਿੰਦੇ ਨੇ, ਜਿਹਨੂੰ ਸੱਚਾ ਪਾਤਸ਼ਾਹ ਲੋਕ ਕਹਿੰਦੇ ਹਿੰਦੂ ਸਿੱਖ ਆਦਿਕ, ਅਤੇ ਤੁਸੀਂ ਇਸਲਾਮ ਦੇ ਵਡਕੇ ਹੋ, ਐਡੇ ਵੱਡੇ ਪੀਰ, ਤੁਸੀਂ ਝੁਕੇ ਅਤੇ ਸਾਰਾ ਇਸਲਾਮ ਝੁਕ ਗਿਆ। ਤੁਸੀਂ ਐਡਾ ਮਾਣ ਆਦਰ ਕਿਉਂ ਕੀਤਾ? ਉਹਨਾਂ ਦਾ ਉੱਚੇ ਥਾਂ ਬਿਠਾਇਆ, ਅੱਗੋਂ ਦੀ ਲੈਣ ਗਏ, ਰਕਾਬ ਚੁੰਮੀ, ਚਰਨ ਚੁੰਮੇ, ਕਦਮ ਬੋਸੀ ਕੀਤੀ, ਇਹ ਕਿਉਂ? ਤਾਂ ਸਾਈਂ ਮੀਆਂ ਮੀਰ ਜੀ ਕਹਿਣ ਲੱਗੇ, ਬਾਦਸ਼ਾਹ ਤੈਨੂੰ ਆਪਣੇ ਕੰਮ ਕਾਜਾਂ ਦਾ ਰਾਜ ਭਾਗ ਦਾ ਪਤਾ, ਤੂੰ ਚਲਾ, ਸਾਡੇ ਕੰਮ 'ਚ ਦਖਲਅੰਦਾਜ਼ੀ ਤੂੰ ਨਾ ਕਰ, ਅਸੀਂ ਤੇਰੇ ਕੰਮ 'ਚ ਨਹੀਂ ਕਰਦੇ। ਕਹਿਣ ਲੱਗਾ ਨਹੀਂ, ਫਿਰ ਵੀ ਇਸ ਪ੍ਰਸ਼ਨ ਦਾ ਸਵਾਲ ਦਾ ਜਵਾਬ ਤਾਂ ਦੇਣਾ ਬਣਦਾ ਨਾ, ਵੀ ਕਿਉਂ ਇੰਝ ਕੀਤਾ? ਅਤੇ ਉਸ ਵੇਲੇ ਮੀਆਂ ਮੀਰ ਜੀ ਕਹਿਣ ਲੱਗੇ ਸਾਈਂ ਜੀ ਕਿ ਬਾਦਸ਼ਾਹ ਮੈਂ ਦੱਸ ਦਿਆਂਗਾ, ਪਰ ਤੇਰੀ ਤਸੱਲੀ ਨਹੀਂ ਹੋ ਸਕਦੀ। ਕਹਿਣ ਲੱਗਾ ਦੱਸੋਗੇ ਤਾਂ ਸ਼ਾਇਦ ਤਸੱਲੀ ਵੀ ਹੋ ਜਾਏ, ਦੱਸੋ ਤਾਂ ਸਹੀ। ਤਾਂ ਸਾਈਂ ਜੀ ਕਹਿਣ ਲੱਗੇ, ਅਸੀਂ ਜੋ ਭਗਤ ਫਕੀਰ ਲੋਕ ਆ ਨਾ, ਪਰਮਾਰਥ ਦੇ ਮਾਰਗ 'ਤੇ ਚੱਲਣ ਵਾਲੇ, ਹਕੀਕਤ ਦੀ ਖੋਜ ਕਰਨ ਵਾਲੇ, ਸਾਡਾ ਮਾਰਗ ਹੈ ਸੁਰਤੀ ਦਾ ਮਾਰਗ। ਜਿਹੜੀ ਸੁਰਤ ਹੈ ਸੰਸਾਰ 'ਚੋਂ ਕੱਢ ਕੇ ਅੱਲਾਹ ਤਾਲਾ ਖੁਦਾ ਰੱਬ ਦੇ ਨਾਲ ਜੋੜਨੀ, ਅਤੇ ਇਸ ਤਰ੍ਹਾਂ ਸੁਰਤ ਨੂੰ ਸੰਸਾਰ ਦੀ ਪਕੜ 'ਚੋਂ ਉੱਪਰ ਲਿਜਾਣਾ। ਅਤੇ ਸਾਡੇ 'ਚੋਂ ਵਿਰਲੇ ਟਾਵੇਂ ਕਾਮਯਾਬ ਹੁੰਦੇ ਨੇ ਸੁਰਤੀ ਦੇ ਮਾਰਗ 'ਤੇ ਚੱਲ ਕੇ ਖੁਦਾ ਦੀ ਦਰਗਾਹ ਤੱਕ, ਜਿਨ੍ਹਾਂ ਦੀ ਰਸੀਦ ਹੁੰਦੀ ਹੈ, ਰਸੀਦ ਪਹੁੰਚ। ਅਤੇ ਖੁਦਾ ਦੀ ਬਖਸ਼ਿਸ਼ ਨਾਲ ਮੇਰੀ ਖੁਦਾ ਦੀ ਦਰਗਾਹ ਤੱਕ ਰਸੀਦ ਹੈ। ਅਤੇ ਅਸੀਂ ਜਿੰਨੇ ਉੱਥੇ ਪੀਰ ਫਕੀਰ ਭਗਤ ਉੱਥੇ ਪਹੁੰਚਦੇ ਹਾਂ ਖੁਦਾ ਦੀ ਦਰਗਾਹ ਤੱਕ, ਉੱਥੇ ਜੋ ਦਰਸ਼ਨ ਅਸੀਂ ਕਰਦੇ ਹਾਂ ਉਹ ਇਹਨਾਂ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਜਿਹੜਾ ਉੱਥੇ ਖੁਦਾ ਬੈਠਾ ਦਰਗਾਹ ਵਿੱਚ, ਉਹ ਇੱਥੇ ਸਰੀਰ ਧਾਰੀ ਹੋ ਕੇ ਆਇਆ ਹੋਵੇ, ਆਪ ਚੱਲ ਕੇ ਸਾਡੇ ਤਕੀਏ ਜਾਏ, ਅਤੇ ਦੱਸ ਫਿਰ ਗਿਆਨਵਾਨ ਬੰਦਾ ਜਿਹਦੀ ਸੁਰਤ ਉੱਥੋਂ ਤੱਕ ਪਹੁੰਚੀ ਹੋਈ ਹੈ ਖੁਦਾ ਦੀ ਦਰਗਾਹ ਤੱਕ, ਉਹ ਸਤਿਕਾਰ ਭਲਾ ਕਿਉਂ ਨਾ ਕਰੇ? ਅਤੇ ਬਾਦਸ਼ਾਹ ਕਹਿਣ ਲੱਗਾ ਮੈਂ ਨਹੀਂ ਨਾ ਮੰਨਦਾ, ਆਪਣੇ ਪੱਲੇ ਹੈ ਕੁਛ ਨਹੀਂ, ਅਤੇ ਆਪਣੇ ਆਪ ਨੂੰ ਫਿਰ ਵੀ ਮਨੁੱਖ ਵੱਡਾ ਸਮਝਦਾ ਵੀ ਮੈਂ ਸ਼ਰ੍ਹਾ ਦੇ ਵਿੱਚ ਬੜਾ ਪੱਕਾ, ਮੈਂ ਪੱਕਾ ਮੁਸਲਮਾਨ ਹਾਂ, 5 ਵਕਤ ਦਾ ਨਮਾਜ਼ੀ ਹਾਂ। ਮਨ ਭਾਵੇਂ 1 ਮਿੰਟ ਵੀ ਨਾ ਟਿਕਿਆ ਹੋਏ, ਸੁਰਤੀ ਸੰਸਾਰ ਵਿੱਚੋਂ ਕਦੇ ਨਿਕਲੀ ਨਾ ਹੋਵੇ, ਕਦੇ ਅਗਲੇ ਜਹਾਨ ਦੀ ਗੱਲ ਵਿਚਾਰੀ ਨਾ ਹੋਵੇ ਮਨ ਨੇ, ਸੁਰਤ ਕਦੇ ਰੱਬ ਵਾਲੇ ਪਾਸੇ ਗਈ ਨਹੀਂ, ਪਰ ਉਹ ਸਮਝਦਾ ਆਪਣੇ ਆਪ ਨੂੰ ਕਿ ਮੈਂ ਬੜਾ ਵੱਡਾ ਧਾਰਮਿਕ ਜਾਂ ਧਰਮੀ ਹਾਂ, ਅਤੇ ਇਸ ਕਰਕੇ ਉਹ ਗੱਲਾਂ ਨਹੀਂ ਸਮਝ ਸਕਦਾ। ਇਸ ਲਈ ਹਜ਼ੂਰ ਕਹਿੰਦੇ ਨੇ ਇਹ ਸੁਰਤੀ ਦਾ ਮਾਰਗ ਵੀ ਆਪਣੇ ਜ਼ੋਰ ਨਾਲ ਨਹੀਂ, ਸੁਰਤੀ ਦੇ ਮਾਰਗ 'ਤੇ ਚੱਲਣਾ ਵੀ ਆਪਣੇ ਜ਼ੋਰ, ਆਪਣਾ ਬਲ ਇੱਥੇ ਨਹੀਂ ਚੱਲਦਾ। ਗਿਆਨ ਵਿਚਾਰ ਔਰ ਆਤਮ ਗਿਆਨ ਦੀ ਪ੍ਰਾਪਤੀ ਹੋ ਜਾਣੀ, ਇਹ ਵੀ ਆਪਣੇ ਜ਼ੋਰ ਵਿੱਚ ਨਹੀਂ। ਗਿਆਨ ਦਾ ਅਰਥ ਇੱਥੇ ਅੱਖਰਾਂ ਨਾਲ ਪੜ੍ਹਿਆ ਹੋਇਆ ਗਿਆਨ ਨਹੀਂ, ਇੱਥੇ ਨਿਰਾਵਰਨ ਗਿਆਨ ਦੀ ਗੱਲ ਕਰ ਰਹੇ ਨੇ ਸਤਿਗੁਰੂ। ਗਿਆਨ ਜਿਹੜਾ ਆਤਮਦਰਸ਼ੀ ਹੋਣਾ, ਗਿਆਨ ਦੇ ਵਿੱਚ ਵੀ ਆਪਣਾ ਜ਼ੋਰ ਨਹੀਂ ਹੈ। ਵਿਚਾਰ, ਬਾਹਰੀ ਗਿਆਨ ਵੀ ਪ੍ਰਾਪਤ ਕਰਨ ਵਿੱਚ ਜ਼ੋਰ ਨਹੀਂ, ਅਤੇ ਅੰਤਰੀਵ ਗਿਆਨ ਪ੍ਰਾਪਤ ਕਰਨ ਵਿੱਚ ਵੀ ਆਪਣਾ ਜ਼ੋਰ ਨਹੀਂ, ਰੱਬ ਦੀ ਬਖਸ਼ਿਸ਼ ਨਾਲ ਹੀ ਹੁੰਦਾ। ਵਿਚਾਰ, ਵਿਚਾਰਨ ਵਿੱਚ ਵੀ, ਵਿਚਾਰਾਂ ਵਿੱਚ ਵੀ ਆਪਣਾ ਜ਼ੋਰ ਨਹੀਂ। ਜੈਸੀ ਵਿਚਾਰ ਵਾਹਿਗੁਰੂ ਜੀ ਬਖਸ਼ਦੇ ਨੇ ਉਹੀ ਮਨੁੱਖ ਦੇ ਕੋਲ ਹੁੰਦੀ। ਵਿਚਾਰਾਂ ਦਾ ਸਮੁਦਾਇ ਆ ਮਨੁੱਖ ਦਾ ਜੀਵਨ। ਜਿਹੋ ਜਿਹੀ ਅੰਦਰਲੀ ਅਵਸਥਾ ਹੈ ਉਹੋ ਜਿਹੀਆਂ ਮੁੱਖ ਤੋਂ ਵਿਚਾਰਾਂ ਵੀ ਨਿਕਲਦੀਆਂ ਨੇ, ਗੱਲਾਂ ਬਾਤਾਂ। ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਤਰ੍ਹਾਂ ਇਹ ਮਨੁੱਖ ਸੰਸਾਰ ਤੋਂ ਛੁੱਟ ਜਾਏ, ਭਾਵ ਜੰਮਣਾ ਮਰਨਾ ਜਿਹੜਾ ਮੁੱਕ ਜਾਏ,
ਜੰਮਣ ਮਰਨ ਤੋਂ ਖਹਿੜਾ ਛੁੱਟ ਜਾਏ, ਖਲਾਸੀ, ਸੰਸਾਰ ਤੋਂ ਖਲਾਸੀ ਹੋ ਜਾਏ। ਉਹ ਜਿਹੜੀ ਜੁਗਤੀ ਹੈ ਸੰਸਾਰ ਤੋਂ ਖਲਾਸੀ ਪ੍ਰਾਪਤ ਕਰਨ ਦੀ, ਜੰਮਣ ਮਰਨ ਤੋਂ ਖਹਿੜਾ ਛੁਡਾਉਣ ਵਾਲੀ ਜੁਗਤੀ, ਉਹਦੇ ਵਿੱਚ ਵੀ ਆਪਣਾ ਜ਼ੋਰ, ਬਲ, ਤਾਕਤ, ਆਪਣੀ ਸਮਰੱਥਾ ਨਹੀਂ ਹੈ, ਆਪਣੇ ਵੱਸ ਵਿੱਚ ਨਹੀਂ ਹੈ। ਜਿਸ ਹੱਥ ਜ਼ੋਰ ਕਰ ਵੇਖਿਆ ਸੋਏ, ਇਹ ਉਹ ਅਵਸਥਾ ਹੈ ਜਿੱਥੇ ਹਉਮੈ ਖਤਮ ਹੋ ਜਾਂਦੀ ਹੈ। ਅਸੀਂ ਸੰਸਾਰੀ ਜੀਵ ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖੱਟਿਆ, ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੁੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਹੱਸੈ, ਹਉ ਵਿੱਚ ਰੋਵੈ, ਹਉ ਵਿੱਚ ਜਾਤੀ ਜਿਨਸੀ ਖੋਵੈ। ਅਸੀਂ ਜੋ ਕੁਝ ਵੀ ਕਰਦੇ ਹਾਂ ਹਉ ਦੇ ਵਿੱਚ ਹੀ, ਹੰਗਤਾ ਹੰਕਾਰ ਦੇ ਵਿੱਚ ਹੀ ਕਰਦੇ ਹਾਂ। ਪਰ ਜਦੋਂ ਹਉਮੈ ਕਿਸੇ ਦੀ ਖਤਮ ਹੋ ਜਾਂਦੀ ਹੈ, ਉਹ ਇਸ ਤਰ੍ਹਾਂ ਉਹਦੀ ਵਿਚਾਰ ਅੰਦਰ ਹੁੰਦੀ ਹੈ। ਉਸ ਦੇ ਅੰਦਰ ਇਹੋ ਜਿਹੀ ਅਵਸਥਾ ਹੁੰਦੀ ਆ ਭਈ ਉਹ ਜੁਗਤੀ ਜਿਹਦੇ ਦੁਆਰਾ ਸੰਸਾਰ ਦੇ ਜੰਮਣ ਮਰਨ ਤੋਂ ਅਸੀਂ ਛੁੱਟ ਸਕਦੇ ਹਾਂ। ਸੰਸਾਰ ਜੰਮਣ ਮਰਨ ਦਾ ਨਾਮ ਹੀ ਹੈ। ਜਿਸ ਤਰ੍ਹਾਂ ਸੰਸਾਰ ਛੁੱਟ ਜਾਏ, ਮਤਲਬ ਜੰਮਣਾ ਮਰਨਾ ਤੋਂ ਖਹਿੜਾ ਛੁੱਟ ਜਾਏ, ਉਹ ਜੁਗਤੀ ਵਿੱਚ ਵੀ ਆਪਣਾ ਜ਼ੋਰ ਨਹੀਂ ਹੈ। ਵੀ ਜੁਗਤੀ ਵਾਹਿਗੁਰੂ ਹੀ ਅੰਦਰ ਪ੍ਰਗਟ ਕਰਦੇ ਨੇ। ਉਸ ਜੁਗਤੀ ਦੁਆਰਾ ਕੋਈ ਪਰਮਾਰਥ ਦੇ ਮਾਰਗ ਤੇ ਚੱਲਦਾ ਹੋਇਆ ਸੰਸਾਰ ਤੋਂ ਛੁੱਟ ਜਾਂਦਾ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਇਸ ਪੰਕਤੀ ਦਾ ਦੋ ਤਰ੍ਹਾਂ ਨਾਲ ਅਰਥ ਕੀਤਾ ਵਿਦਵਾਨਾਂ ਨੇ। ਵੀ ਜੇ ਕੋਈ ਵਿਅਕਤੀ ਸਮਝੇ ਮੇਰੇ ਹੱਥ ਦੇ ਅੰਦਰ ਕੋਈ ਜ਼ੋਰ ਬਲ ਹੈ ਤਾਂ ਫਿਰ ਕਰਕੇ ਵੇਖ ਲਵੇ। ਭਾਵ ਕਿ ਹੈ ਨਹੀਂ। ਕੀਤਾ ਕਰਨਾ ਸਰਵ ਰਜਾਈ, ਕਿਛ ਕੀਚੈ ਜੇ ਕਰ ਸਕੀਏ, ਆਪਣਾ ਕੀਤਾ ਕਿਛੂ ਨਾ ਹੋਵੇ, ਜੋ ਹਰ ਭਾਵੈ ਤਿਉ ਰੱਖੀਐ। ਇਸ ਸ਼ਬਦ ਦੇ ਅੰਦਰ ਹੀ ਸਤਿਗੁਰੂ ਕਹਿੰਦੇ ਨੇ, ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ। ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਜੇ ਕੋਈ ਡੀਂਗ ਮਾਰੇ ਕਿ ਮੈਂ ਵੀ ਕਰ ਸਕਦਾ ਕੁਛ, ਤੇ ਜੇ ਇਹ ਡੀਂਗ ਮਾਰਦਾ ਵੀ ਮੇਰੇ ਕੋਲ ਬਲ ਹੈ, ਮੈਂ ਕੁਛ ਕਰ ਸਕਦਾ, ਤੇ ਫਿਰ ਪੰਜਾਂ ਤੱਤਾਂ ਵਰਗਾ ਛੇਵਾਂ ਤੱਤ ਪੈਦਾ ਕਰਕੇ ਵਿਖਾਏ। ਰੱਬ ਨੇ ਪੰਜ ਤੱਤ ਪੈਦਾ ਕੀਤੇ, ਅੱਗ, ਪਾਣੀ, ਧਰਤੀ, ਆਕਾਸ਼, ਹਵਾ, ਤੇ ਫਿਰ ਕੋਈ ਛੇਵਾਂ ਤੱਤ ਇਸ ਤਰ੍ਹਾਂ ਪੈਦਾ ਕਰਕੇ ਵਿਖਾਏ, ਰੱਬ ਦਾ ਸ਼ਰੀਕ ਬਣ ਕੇ ਵਿਖਾਏ? ਹਾਂ, ਨਹੀਂ। ਦੂਸਰਾ ਅਰਥ ਹੈ, ਜਿਸ ਪਰਮਾਤਮਾ ਦੇ ਹੱਥ ਵਿੱਚ ਸਾਰਾ ਜ਼ੋਰ ਬਲ ਹੈ, ਕਰ ਵੇਖਿਆ ਸੋਏ, ਉਸ ਬਲ ਦੁਆਰਾ ਉਹ ਰਚਨਾ ਰਚ ਕੇ, ਕਰ ਦੇ ਰਾਰੇ ਨੂੰ ਸਿਆਰੀ ਹੈ, ਯਾਨੀ ਰਚਨਾ ਰਚ ਕੇ ਵੇਖਿਆ ਸੋਏ, ਉਹੀ ਵੇਖ ਰਿਹਾ ਹੈ। ਆਪਣੀ ਰਚਨਾ ਕਰ ਕਰਕੇ ਜੀਆਂ ਨੂੰ ਰਚ ਰਚ ਕੇ ਉਹਨਾਂ ਦੀ ਸੰਭਾਲ ਵੀ ਆਪ ਕਰ ਰਿਹਾ, ਉਹਨਾਂ ਦੀ ਦੇਖ ਰੇਖ ਵੀ ਆਪ ਕਰ ਰਿਹਾ ਹੈ। ਕਿਹਨੂੰ ਕੀ ਦੇਣਾ ਹੈ। ਨਾਨਕ ਉੱਤਮ ਨੀਚ ਨਾ ਕੋਏ। ਉਹ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਕਹਿੰਦਾ ਹੈ ਕਿ ਨਾ ਕੋਈ ਉੱਤਮ ਹੈ, ਨਾ ਕੋਈ ਨੀਚ ਹੈ। ਕਿਸ ਊਤਮ ਕਿਸ ਆਖੋਂ ਹੀਣਾ। ਕਿਹਨੂੰ ਉੱਤਮ ਕਹੀਏ, ਕਿਹਨੂੰ ਹੀਣਾ ਕਹੀਏ। ਸੋ ਇਸ ਪ੍ਰਕਾਰ ਜਿਵੇਂ ਸਤਿਗੁਰਾਂ ਦਾ ਵਚਨ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਪਾਪ ਪੁੰਨ ਦੇ ਭਾਈ ਭਾਈ। ਕਿਸੇ ਨੂੰ ਪਾਪੀ ਜਾਣ ਕੇ ਅਸੀਂ ਨਿੰਦਾ ਕਰਦੇ ਵੀ ਬੜਾ ਨੀਚ ਹੈ, ਕਿਸੇ ਨੂੰ ਪੁੰਨੀ ਜਾਣ ਕੇ ਅਸੀਂ ਉਸਤਤ ਕਰਦੇ ਹਾਂ। ਪਰ ਹਜ਼ੂਰ ਕਹਿੰਦੇ ਨੇ ਕਿ ਪਾਪ ਪੁੰਨ ਦੋ ਏਕ ਸਮਾਨ, ਨਿਜ ਕਰ ਪਾਰਸ ਤਜੋ ਗੁਣਿਆਨ। ਕਬੀਰ ਜੀ ਵੀ ਗੱਲ ਕਹਿੰਦੇ ਨੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਕਿਹਨੂੰ ਬੁਰਾ ਕਹੀਏ। ਸਭ ਰਜਾ ਤਾਂ ਵਾਹਿਗੁਰੂ ਦੀ ਵਰਤ ਰਹੀ ਹੈ, ਤੇ ਫਿਰ ਕੋਈ ਉੱਤਮ ਤੇ ਕੋਈ ਹੀਣਾ ਨਹੀਂ ਹੈ। ਕਿਸ ਊਤਮ ਕਿਸ ਆਖੋਂ ਹੀਣਾ, ਗੁਰ ਸ਼ਬਦੀ ਸਚ ਨਾਮ ਪਤੀਨਾ। ਉਹ ਗੁਰਮੁਖ ਪਿਆਰਾ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਨਾਮ ਵਿੱਚ ਪਤੀਜਿਆ ਹੋਇਆ। ਉਹ ਇਹਨਾਂ ਗੱਲਾਂ 'ਚ ਨਹੀਂ ਆਉਂਦਾ ਹੈ ਵੀ ਕਿਸੇ ਦੀ ਵਡਿਆਈ ਕਰੇ ਮਨੁੱਖ ਦੀ, ਤੇ ਕਿਸੇ ਨੂੰ ਹੀਣਾ ਕਹੇ, ਨਿੰਦਾ ਕਰੇ। ਐਸਾ ਸੁਭਾਅ ਨਹੀਂ। ਉਸਤਤ ਨਿੰਦਾ ਦੋ ਵਿਵਰਜਿਤ, ਤਜੋ ਮਾਨ ਅਭਿਮਾਨਾ। ਨਿੰਦਾ ਆਪਣੇ ਆਪ ਦੀ ਕਰਨੀ ਚਾਹੀਦੀ, ਉਸਤਤ ਵਾਹਿਗੁਰੂ ਜੀ ਦੀ, ਜਿਹਦੇ ਵਿੱਚ ਕਦੇ ਕੋਈ ਦੋਸ਼ ਆਰੋਪਿਆ ਹੀ ਨਹੀਂ ਜਾ ਸਕਦਾ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਨੇ, ਨਾ ਕੋਈ ਉੱਤਮ ਹੈ, ਆਪਣੇ ਆਪ ਆਪਣੇ ਜ਼ੋਰ ਨਾਲ ਕੋਈ ਉੱਤਮ ਨਹੀਂ ਬਣਿਆ। ਜੇ ਕਿਸੇ ਨੂੰ ਵਾਹਿਗੁਰੂ ਨੇ ਕੁਝ ਬਣਾਇਆ, ਉਹਦੀ ਦਿੱਖ ਸੰਸਾਰ ਦੇ ਅੰਦਰ ਵੀ ਇਹ ਬੜਾ ਚੰਗਾ ਬੰਦਾ, ਇਹ ਸਾਧੂ ਹੈ, ਇਹ ਸੰਤ ਹੈ, ਇਹ ਦੇਵਤਾ ਹੈ, ਤਾਂ ਵੀ ਰੱਬ ਦੀ ਬਖਸ਼ਿਸ਼ ਨਾਲ ਹੀ ਹੋਇਆ। ਤੇ ਜੇ ਕਿਸੇ ਦੀ ਬੁੱਧੀ ਅੰਦਰ ਪ੍ਰਕਾਸ਼ ਨਹੀਂ ਪਾਇਆ ਤੇ ਉਹ ਨੀਚ ਕਰਮ ਕਰ ਰਿਹਾ, ਤੇ ਇਹ ਵੀ ਰੱਬ ਦੇ ਹੁਕਮ ਦੇ ਅੰਦਰ ਹੈ, ਆਪਣੇ ਆਪ ਤੇ ਕੋਈ ਨੀਚ ਨਹੀਂ ਬਣਿਆ। ਸੋ ਇਸ ਪ੍ਰਕਾਰ ਇਹ ਹੈ ਬ੍ਰਹਮ ਗਿਆਨ ਦੀ ਅਵਸਥਾ ਦਾ ਬਚਨ, ਅਥਵਾ ਇਹ ਸੁਵਿਚਾਰਨਾ,
ਸਿਆਣਿਆਂ ਬੰਦਿਆਂ ਦੇ ਮਨਾਂ ਅੰਦਰ ਇਹ ਵਿਚਾਰ ਪੈਦਾ ਹੁੰਦੀ ਹੈ ਸ਼ੁਭ ਇੱਛਾ ਤੋਂ ਬਾਅਦ ਕਿ ਇਸ ਪ੍ਰਕਾਰ ਸਭ ਕੁਛ ਜ਼ੋਰ ਪ੍ਰਮਾਤਮਾ ਦਾ ਹੀ ਹੈ। ਅਸਾਂ ਜ਼ੋਰ ਨਹੀਂ ਜੇ ਕਿਛ ਕਰ ਹਮ ਸਕੈ। ਸਾਡਾ ਤੇ ਕੋਈ ਜ਼ੋਰ ਨਹੀਂ ਕਿ ਅਸੀਂ ਕੁਝ ਕਰ ਸਕੀਏ। ਜਿਉ ਭਾਵੈ ਤਿਵੈ ਬਖਸ਼। ਜਿਵੇਂ ਤੁਹਾਨੂੰ ਪਾਉਂਦਾ ਮਹਾਰਾਜ ਉਸੇ ਤਰ੍ਹਾਂ ਸਾਨੂੰ ਬਖਸ਼ ਲਵੋ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਨਾ ਕੋਈ ਉੱਤਮ ਹੈ ਨਾ ਕੋਈ ਨੀਚ ਹੈ। ਅਗਲੀ ਪੌੜੀ ਵਿੱਚ ਸਤਿਗੁਰੂ ਮਹਾਰਾਜ ਧਰਮਖੰਡ ਬਿਆਨ ਕਰ ਰਹੇ ਨੇ। ਇਹ ਜਿਵੇਂ 7 ਭੂਮਿਕਾ ਵਿੱਚੋਂ ਮਾਨੋ ਤੀਜੀ ਭੂਮਿਕਾ ਹਜ਼ੂਰ ਕਹਿੰਦੇ ਰਾਤੀ ਰੁੱਤੀ ਥਿੱਤੀ ਵਾਰ। ਰਾਤਾਂ ਰੁੱਤਾਂ ਥਿੱਤਾਂ ਅਤੇ ਵਾਰ। ਰਾਤ ਕਾਲੀ ਬੋਲੀ ਹੈ ਔਰ 6 ਰੁੱਤਾਂ ਹਨ ਸਾਲ ਦੀਆਂ। ਪਰਮਾਤਮਾ ਨੇ ਮੌਸਮ ਏਡੇ ਏਡੇ ਬਣਾਏ ਨੇ। ਇੱਕੋ ਧਰਤੀ ਦੇ ਉੱਪਰ ਕਦੇ ਗਰੀਖਮ ਰੁੱਤ ਆ ਜਾਂਦੀ ਹੈ, ਕਦੇ ਫਿਰ ਬਰਸਾਤ ਰੁੱਤ ਆ ਜਾਂਦੀ ਹੈ ਅਤ ਗਰਮੀ ਦੀ, ਫਿਰ ਬਰਸਾਤ ਮੀਂਹ ਦੀ ਰੁੱਤ, ਫਿਰ ਸਰਦ ਰੁੱਤ ਹੈ, ਪਾਲਾ ਠੰਡ ਸ਼ੁਰੂ ਹੋ ਜਾਂਦੀ ਹੈ। ਉਸ ਤੋਂ ਬਾਅਦ ਫਿਰ ਸੀਤਲ ਰੁੱਤ ਹੈ, ਅਤ ਠੰਡ ਦੀ ਰੁੱਤ। ਫਿਰ ਉਸ ਤੋਂ ਬਾਅਦ ਸਸਰ ਰੁੱਤ ਹੈ, ਪਤਝੜ ਰੁੱਤ ਹੈ। ਸਸਰ ਰੁੱਤ ਤੋਂ ਬਾਅਦ ਫਿਰ ਬਸੰਤ ਰੁੱਤ ਆਉਂਦੀ, ਫਿਰ ਫੁੱਲ ਖਿੜ ਜਾਂਦੇ ਨੇ। ਸੋ ਇਸ ਪ੍ਰਕਾਰ ਪ੍ਰਮਾਤਮਾ ਨੇ ਵੰਨ-ਸੁਵੰਨਤਾ ਬਣਾਈ ਹੈ। ਇਹ ਰਾਤਾਂ ਰੁੱਤਾਂ ਅਤੇ ਚੰਦਰਮਾ ਦੇ ਲਿਹਾਜ਼ ਨਾਲ ਥਿੱਤਾਂ 15 ਥਿੱਤਾਂ। ਜਿਸ ਵੇਲੇ ਮੱਸਿਆ ਦੀ ਰਾਤ ਹੁੰਦੀ ਉਦੋਂ ਅਗਲੇ ਪਾਸੇ ਚੰਦਰਮਾ ਵਧਣਾ ਸ਼ੁਰੂ ਹੁੰਦਾ ਅਤੇ ਉਹਨੂੰ ਕਹਿੰਦੇ ਸੁਦੀ ਪੱਖ। ਉਹ ਸੁਦੀ ਪੱਖ ਦੀਆਂ 15 ਥਿੱਤਾਂ। ਫਿਰ ਪੂਰਨਮਾਸ਼ੀ ਤੋਂ ਬਾਅਦ ਮੱਸਿਆ ਤੱਕ ਫਿਰ 15 ਥਿੱਤਾਂ ਵਧੀ ਪੱਖ, ਹਨੇਰ ਪੱਖ। ਅਤੇ ਵਾਰ 7 ਬਣਾਉਣ 'ਤੇ ਸੋਮ ਮੰਗਲ ਬੁੱਧ ਵੀਰ ਆਦਿਕ। ਅਤੇ ਹਜ਼ੂਰ ਕਹਿੰਦੇ ਨੇ ਪਵਨ ਪਾਣੀ ਅਗਨੀ ਪਾਤਾਲ। ਫਿਰ ਪੌਣ ਬਣਾਉਂਦੀ ਹੈ ਹਵਾ। ਪਾਣੀ ਰਚ ਦਿੱਤਾ ਪ੍ਰਮਾਤਮਾ ਨੇ, ਅੱਗ ਰਚ ਦਿੱਤੀ ਹੈ ਅਤੇ ਪਾਤਾਲ ਥੱਲੇ ਧਰਤੀ ਦੇ ਵੀ ਬੜਾ ਕੁਛ ਬਣਾ ਦਿੱਤਾ ਵਾਹਿਗੁਰੂ ਨੇ, ਜਿਹਨੂੰ ਪਤਾਲ ਅਸੀਂ ਕਹਿੰਦੇ ਹਾਂ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਸਾਰਾ ਕੁਝ ਬਣਾ ਕੇ ਇਸ ਸਾਰੇ ਨਜ਼ਾਰੇ ਦੇ ਅੰਦਰ, ਇਹ ਸਾਰੀਆਂ ਚੀਜ਼ਾਂ ਦੇ ਸਮੁਦਾਇ ਦੇ ਅੰਦਰ ਜੋ ਇਹ ਮਾਤਲੋਕ ਦੀ ਧਰਤੀ ਹੈ, ਇਹ ਥਾਪ ਕੇ ਬਣਾ ਕੇ ਰਚ ਕੇ ਧਰਮਸ਼ਾਲਾ ਰੱਖ ਦਿੱਤੀ ਹੈ। ਇਹਦੇ ਵਿੱਚ ਧਰਮ ਕਮਾਉਣ ਦੀ ਇਹ ਜਗ੍ਹਾ ਧਰਤੀ ਮਾਤਲੋਕ ਦੀ। ਵੈਸੇ ਮਨੁੱਖਾ ਦੇਹੀ ਨੂੰ ਵੀ ਧਰਮਸਾਲ ਕਿਹਾ ਜਾਂਦਾ ਹੈ। ਇਹ ਕਰਮ ਭੂਮੀ ਹੈ ਔਰ ਮਾਤਲੋਕ ਦੀ ਧਰਤੀ ਵਿੱਚ ਭਾਰਤ ਦੇਸ਼ ਦੀ ਭੂਮੀ ਨੂੰ ਖਾਸ ਕਰਕੇ ਕਰਮ ਭੂਮੀ ਕਿਹਾ ਜਾਂਦਾ ਹੈ। ਧਰਮ ਕਮਾਉਣ ਦੀ ਇਹ ਭੂਮੀ ਹੈ। ਇੱਥੇ ਜੈਸਾ ਜੈਸਾ ਕਰਮ ਕੋਈ ਕਮਾਉਂਦਾ ਹੈ ਵੈਸਾ ਵੈਸਾ ਫਲ ਮਿਲਦਾ ਹੈ। ਅਤੇ ਮਨੁੱਖਾ ਦੇਹੀ ਅੰਦਰ ਆ ਕੇ ਇਸ ਮਾਤਲੋਕ ਦੀ ਧਰਤੀ 'ਤੇ ਧਰਮ ਕਮਾਉਣਾ ਸਾਡੇ ਭਲੇ ਵਾਸਤੇ ਬੜਾ ਜ਼ਰੂਰੀ ਹੈ। ਧਰਮ ਨਿਯਮਾਵਲੀ ਇਨਸਾਨ ਹੀ ਹੈ ਜਿਹਦੇ ਵਾਸਤੇ ਪਾਬੰਦੀਆਂ ਹਨ ਕਿ ਤੂੰ ਕਿਸੇ ਨਿਯਮ ਵਿੱਚ ਰਹਿ ਕੇ ਚੱਲਣਾ, ਦੂਜਿਆਂ ਨੂੰ ਦੁੱਖ ਨਾ ਦਿੱਤਾ ਜਾਏ। ਅਤੇ ਇਸ ਪ੍ਰਕਾਰ ਇਉਂ ਇਸ ਕਰਮ ਭੂਮੀ, ਇਸ ਧਰਮਸ਼ਾਲਾ ਧਰਤੀ ਵਿੱਚ ਅਸੀਂ ਧਰਮ ਕਮਾਉਣਾ। ਹਜ਼ੂਰ ਕਹਿੰਦੇ ਨੇ ਇਹ ਧਰਮਸ਼ਾਲਾ ਬਣਾਈ ਹੈ ਪ੍ਰਮਾਤਮਾ ਨੇ। ਤਿਸ ਵਿੱਚ ਜੀ ਜੁਗਤ ਕੇ ਰੰਗ। ਇਸ ਧਰਤੀ ਦੇ ਉੱਪਰ ਅਨੇਕਾਂ ਜੀਵ ਰਚ ਦਿੱਤੇ ਹਨ। ਅਨੇਕਾਂ ਉਹਨਾਂ ਜੀਆਂ ਦੀਆਂ ਜੁਗਤੀਆਂ ਹਨ, ਰਹਿਣ ਸਹਿਣ ਦੇ ਢੰਗ ਤਰੀਕੇ। ਕੋਈ ਕਿਸੇ ਢੰਗ ਨਾਲ ਜਿਉਂਦਾ, ਕੋਈ ਕਿਸੇ ਢੰਗ ਨਾਲ। ਜੁਗਤੀਆਂ ਵੀ ਵੱਖ ਵੱਖ ਉਹਨਾਂ ਦੇ ਪਾਸ ਨੇ। ਔਰ ਰੰਗ ਵੀ ਅਨੇਕਾਂ। ਕੇ ਸ਼ਬਦ ਦਾ ਅਰਥ ਹੈ ਕਈ। ਕਈ ਤਰ੍ਹਾਂ ਦੇ ਜੀਵ ਹਨ, ਕਈ ਤਰ੍ਹਾਂ ਦੀਆਂ ਜੁਗਤੀਆਂ ਹਨ ਅਤੇ ਕਈ ਤਰ੍ਹਾਂ ਦੇ ਰੰਗ ਬਖੇਰ ਦਿੱਤੇ ਹਨ ਵਾਹਿਗੁਰੂ ਨੇ। ਮਨੁੱਖਾ ਸਰੀਰਾਂ ਦੇ ਰੰਗ, ਕੋਈ ਕਾਲਾ ਹੈ, ਕੋਈ ਕਣਕ ਵੰਨਾ, ਕੋਈ ਘਸਮੈਲੇ ਜਿਹੇ ਰੰਗ ਦਾ, ਕੋਈ ਗੋਰਾ ਚਿੱਟਾ ਹੈ। ਇਸੇ ਪ੍ਰਕਾਰ ਬਿਰਛ ਬੂਟੇ ਵੰਨ ਸੁਵੰਨੇ, ਪੰਛੀਆਂ ਦੇ ਰੰਗ ਵੱਖਰੇ ਵੱਖਰੇ ਇਤਿਆਦਿਕ ਬੜੇ ਤਰ੍ਹਾਂ ਦੇ ਰੰਗ ਭਰ ਦਿੱਤੇ ਹਨ ਵਾਹਿਗੁਰੂ ਨੇ। ਤਿਨਕੇ ਨਾਮ ਅਨੇਕ ਅਨੰਤ। ਉਹਨਾਂ ਸਾਰੇ ਜੀਆਂ ਜਨਤਾਂ ਦੇ ਅਤੇ ਰੰਗਾਂ ਵਾਲੀਆਂ ਚੀਜ਼ਾਂ ਦੇ ਅਨੇਕਾਂ ਹੀ ਨਾਮ ਵੀ ਪ੍ਰਗਟ ਕੀਤੇ ਨੇ ਵਾਹਿਗੁਰੂ ਨੇ। ਅਣਗਿਣਤ ਅਤੇ ਅਨੰਤ, ਅੰਤ ਤੋਂ ਰਹਿਤ। ਇੱਕ ਨਹੀਂ, ਇੱਕ ਤੋਂ ਜ਼ਿਆਦਾ, ਅਨੇਕਾਂ ਅਤੇ ਅਨੰਤ ਜਿਨ੍ਹਾਂ ਦਾ ਅੰਤ ਹੀ ਨਹੀਂ ਹੈ। ਇੰਨੇ ਕੁ ਨਾਮ ਹਨ ਇਹਨਾਂ ਸਾਰੀਆਂ ਵਸਤੂਆਂ ਦੇ। ਕਰਮੀ ਕਰਮੀ ਹੋਏ ਵਿਚਾਰ। ਕਿਉਂਕਿ ਅਗਲੀ ਪੰਕਤੀ ਆ ਸੱਚਾ ਆਪ ਸੱਚਾ ਦਰਬਾਰ। ਵਾਹਿਗੁਰੂ ਦੇ ਦਰ 'ਤੇ
ਜਾਤਾਂ, ਨਸਲਾਂ, ਰੰਗ, ਰੂਪ, ਸ਼ਕਲਾਂ ਇਹ ਨਹੀਂ ਵੇਖੀਆਂ ਜਾਂਦੀਆਂ। ਕਿਹੜਾ ਕਿਸ ਖਿੱਤੇ ਵਿੱਚੋਂ ਆਇਆ, ਕਿਹਦਾ ਰੰਗ ਗੋਰਾ ਸੀ, ਕਿਹਦਾ ਕਾਲਾ ਸੀ, ਕਿਹੜਾ ਕਿਸ ਨਸਲ ਦਾ ਹੈ, ਕਿਹੜਾ ਕਿਸ ਜਾਤੀ ਦਾ, ਕਿਹੜਾ ਕਿਹੜੀ ਵੰਨਗੀ ਦਾ, ਐਸਾ ਨਹੀਂ ਵੇਖਿਆ ਜਾਂਦਾ। ਕਿਉਂਕਿ ਧਰਮਸ਼ਾਲਾ ਬਣਾਈ ਸੀ ਧਰਤੀ, ਤੇ ਇਹਦੇ ਵਿੱਚ ਧਰਮ ਕਮਾਉਣਾ ਸੀ, ਤੇ ਇਹਦੇ 'ਚ ਜੋ ਕੁਛ ਕਮਾਇਆ ਹੈ ਉਹ ਕਰਮ ਨੇ ਸਾਨੂੰ ਫਲ ਦੇਣਾ। ਹਜ਼ੂਰ ਕਹਿੰਦੇ ਨੇ, ਕਰਮੀ ਕਰਮੀ ਹੋਏ ਵਿਚਾਰ, ਜੀਆਂ ਦੇ ਕਰਮਾਂ ਦੇ ਅਨੁਸਾਰ ਉੱਥੇ ਵਿਚਾਰ ਕੀਤੀ ਜਾਂਦੀ। ਬਚਨ ਹੈ, ਜਾਤ ਜਨਮ ਨਹਿ ਪੂਛੀਐ, ਸੱਚ ਕਰ ਲਿਓ ਬਤਾਏ, ਸਾ ਜਾਤ ਸਾ ਪਾਤ ਹੈ, ਜਿਹੇ ਕਰਮ ਕਮਾਏ। ਵਾਹਿਗੁਰੂ ਦੇ ਦਰਬਾਰ ਵਿੱਚ ਕਰਮਾਂ ਦੀ ਵਿਚਾਰ ਹੁੰਦੀ ਹੈ, ਤੇ ਆਪਣੇ ਕੀਤੇ ਕਰਮਾਂ ਤੋਂ ਜੀਵ ਮੁਨਕਰ ਨਹੀਂ ਹੋ ਸਕਦਾ। ਜੋ ਕਰਮ ਕਮਾਏ ਹਨ ਉਹ ਨਾਲੋਂ ਨਾਲ ਲਿਖੇ ਹੋਏ ਨੇ, ਉਹਨਾਂ ਦਾ ਲੇਖਾ ਜੋਖਾ ਬਣ ਗਿਆ ਹੈ, ਸੰਸਕਾਰ ਬਣ ਗਏ ਹਨ, ਚਿੱਤਰਗੁਪਤਾਂ ਨੇ ਮਨ ਨੂੰ ਲਿਖਿਆ ਹੋਇਆ, ਤੇ ਧਰਮਰਾਜ ਉਹਨਾਂ ਕਰਮਾਂ ਦੇ ਅਨੁਸਾਰ ਵਿਚਾਰ ਕਰਦਾ। ਪਰਮਾਤਮਾ ਦਾ ਦਰਬਾਰ ਸੱਚਾ, ਕਿਉਂਕਿ ਵਾਹਿਗੁਰੂ ਆਪ ਸੱਚਾ। ਜਿਵੇਂ ਬਚਨ ਹੈ, ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਓ। ਪਰਮਾਤਮਾ ਦੀ ਵੱਡੀ ਵਡਿਆਈ ਹੈ, ਉਸ ਦਾ ਨਾਮ ਵੱਡਾ ਹੈ, ਤੇ ਇਹ ਵੱਡੀ ਵਡਿਆਈ ਕਿ ਉਸ ਦਾ ਨਿਆਮ ਵੀ ਸੱਚਾ ਹੈ। ਉੱਥੇ ਕੋਈ ਝੂਠਾ ਦਰਬਾਰ ਨਹੀਂ, ਤੇ ਨਿਆਂ ਕਰਨ ਵਾਲੇ ਝੂਠੇ ਲੋਕ ਨਹੀਂ ਹਨ। ਉੱਥੇ ਕੋਈ ਵੱਡੀਆਂ ਕੋਈ ਫਰਮਾਇਸ਼ਾਂ ਸਿਫਾਰਿਸ਼ਾਂ ਨਹੀਂ ਚੱਲ ਸਕਦੀਆਂ। ਵਾਹਿਗੁਰੂ ਆਪ ਸੱਚਾ ਹੈ, ਤੇ ਉਸ ਦਾ ਦਰਬਾਰ ਵੀ ਸੱਚਾ ਹੈ, ਜਿੱਥੇ ਸਾਰੇ ਜੀਆਂ ਦੇ ਕਰਮਾਂ ਦੇ ਅਨੁਸਾਰ ਵਿਚਾਰ ਕਰਕੇ ਫਲ ਭੁਗਤਾਇਆ ਜਾਂਦਾ ਹੈ। ਫਿਰ ਮਹਾਰਾਜ ਜੀ, ਉਸੇ ਸੱਚੇ ਦਰਬਾਰ ਵਿੱਚ ਵਡਿਆਈ ਕੌਣ ਪ੍ਰਾਪਤ ਕਰਦਾ, ਕਿਹਨਾਂ ਨੂੰ ਸਲਾਹਿਆ ਜਾਂਦਾ ਹੈ, ਬਹੁਤਾ ਆਦਰ ਮਾਣ ਕਿਹਨਾਂ ਨੂੰ ਮਿਲਦਾ ਹੈ? ਤਾਂ ਹਜ਼ੂਰ ਕਹਿੰਦੇ, ਤਿੱਥੈ ਸੋਹਨ ਪੰਚ ਪ੍ਰਵਾਨ। ਜਿਹੜੇ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਚੜ੍ਹਨ ਵਾਲੇ ਸੰਤ ਲੋਕ ਹਨ। ਪੰਚ ਦਾ ਅਰਥ ਹੈ ਸ੍ਰੇਸ਼ਟ ਸੰਤ। ਔਰ ਉਹ ਜਿਹੜੇ ਸ੍ਰੇਸ਼ਟ ਸੰਤ ਜਨ ਵਾਹਿਗੁਰੂ ਨੂੰ ਪ੍ਰਵਾਨਿਕ ਹਨ, ਉਹ ਸੋਭਾ ਪਾਉਂਦੇ ਨੇ। ਜਿਨ੍ਹਾਂ ਦੇ ਹੱਥੋਂ ਬੁਰੇ ਕਰਮ ਨਹੀਂ ਹੋਏ, ਵਾਹਿਗੁਰੂ ਦਾ ਸਿਮਰਨ ਕਰਕੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਵਾਰ ਲਿਆ ਹੈ, ਔਰ ਉਹ ਸੰਤ ਜਨ ਹੀ ਉੱਥੇ ਸੋਭਾ ਪਾਉਂਦੇ ਨੇ। ਹਜ਼ੂਰ ਨੇ ਕਿਹਾ ਹੈ, ਰੇ ਰੇ ਦਰਗਹਿ ਕਹਿ ਨਾ ਕਉ, ਆਓ ਬੈਠ ਆਦਰ ਸੁਭ ਦੇਉ, ਵਾ ਮਹਿਲੀ ਪਾਵਹਿ ਤੂੰ ਬਾਸਾ, ਜਨਮ ਮਰਨ ਨ ਹੋਏ ਬਿਨਾਸਾ, ਮਸਤਕ ਕਰਮ ਲਿਖਿਓ ਧੁਰ ਜਾ ਕੇ, ਹਰ ਸੰਪੈ ਨਾਨਕ ਕਰਤਾ ਗੈ। ਇਹ ਬਹੁਤੇ ਉੱਚੇ ਭਾਗਾਂ ਦੀ ਨਿਸ਼ਾਨੀ, ਬਹੁਤੇ ਪੂਰਬਲੇ ਨਿਸ਼ਕਾਮ ਕਰਮ ਇਕੱਠੇ ਹੋਏ ਹੋਣ ਤਾਂ ਵਾਹਿਗੁਰੂ ਜੀ ਦੇ ਨਾਮ ਦੀ, ਸਿਫਤੋ ਸਿਫਾਤ ਦੀ, ਉਹਦੀ ਕੀਰਤੀ ਦੀ, ਉਹਦੀ ਮਹਿਮਾ ਗਾਇਨ ਕਰਨ ਤੇ ਸੁਣਨ ਦੀ, ਸਤ ਸੰਗਤ ਕਰਨ ਦੀ ਮਹਾਨਤਾ ਦਾਤ ਇਹ ਜੀਵ ਨੂੰ ਪ੍ਰਾਪਤ ਹੁੰਦੀ ਹੈ। ਕਿਉਂਕਿ ਸਤਸੰਗ ਵਿੱਚ ਵੱਡਿਆਂ ਭਾਗਾਂ ਵਾਲਾ ਹੀ ਆ ਸਕਦਾ। ਜਿਵੇਂ ਜੋ ਪਰਲੋਕ ਵਿਚਲਾ ਬੈਕੁੰਠ ਕਿਹਾ ਜਾਂਦਾ ਹੈ, ਅਸੀਂ ਸੱਚਖੰਡ ਵੀ ਕਹਿੰਦੇ ਹਾਂ, ਬੈਕੁੰਠ ਕਹਿੰਦੇ ਹਾਂ। ਉਸ ਬੈਕੁੰਠ ਵਿੱਚ ਕੋਈ ਜਣਾ ਖਾਣਾ, ਗਾਵਾਂ ਮਾਝਾ, ਐਰਾ ਗੈਰਾ, ਨੱਥੂ ਖਹਿਰਾ ਤੇ ਨਹੀਂ ਨਾ ਪਹੁੰਚ ਸਕਦਾ। ਇਸੇ ਪ੍ਰਕਾਰ ਜਿਹੜਾ ਮਾਤ ਲੋਕ ਤੇ ਸੱਚਖੰਡ ਹੈ, ਭਾਈ ਗੁਰਦਾਸ ਨੇ ਕਿਹਾ, ਸਾਧ ਸੰਗਤ ਸੱਚਖੰਡ ਵਸਾਇਆ। ਇਹ ਸਾਧ ਸੰਗਤ ਵਿੱਚ ਜਿਹੜਾ ਬੈਠਣਾ ਹੈ, ਸੱਚਖੰਡ ਦਾ ਵਾਸਾ ਹੈ। ਬੈਕੁੰਠ ਨਗਰ ਜਹਾਂ ਸੰਤ ਵਾਸਾ, ਪ੍ਰਭ ਚਰਨ ਕਮਲ ਰਿਦਵਾਹ ਮਾਹੇ ਨਿਵਾਸਾ, ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ। ਤੂੰ ਆਪ ਹੀ ਸ਼ਰਧਾ ਲਾਉਣ ਵਾਲਾ, ਤੇਰੀ ਬਖਸ਼ਿਸ਼ ਹੋਵੇ ਤੇ ਉਸ ਬੈਕੁੰਠ ਵਿੱਚ ਅਸੀਂ ਜਾ ਸਕਦੇ ਹਾਂ ਜਿੱਥੇ ਤੇਰਾ ਕੀਰਤਨ ਹੋ ਰਿਹਾ ਹੈ। ਸੋ ਇਸ ਪ੍ਰਕਾਰ ਇਹ ਵੱਡੀ ਦਾਤ ਹੈ, ਤੇ ਇਹ ਪੂਰਬਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਵਾਹਿਗੁਰੂ ਨੇ ਇਹ ਮਸਤਕ ਤੇ ਲੇਖ ਲਿਖਿਆ, ਤੇ ਇਹ ਸੰਪਤੀ, ਇਹ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਆ। ਤੇ ਫਿਰ ਉਹ ਵਾਹਿਗੁਰੂ ਦੇ ਸੱਚੇ ਦਰਬਾਰ ਵਿੱਚ ਉਸ ਜਗ੍ਹਾ ਜਾ ਕੇ ਉਹ ਸੌਂਦੇ ਹਨ, ਫੱਬਦੇ ਹਨ, ਸਤਿਕਾਰ ਮਿਲਦਾ, ਆਦਰ ਮਿਲਦਾ ਉਸ ਦਰਗਾਹ ਦੇ ਵਿੱਚ। ਨਦਰੀ ਕਰਮ ਪਵੈ ਨਿਸ਼ਾਨ। ਤੇ ਇੱਥੇ ਦੁਨੀਆ ਤੇ ਕਿਵੇਂ ਪਤਾ ਲੱਗਦਾ ਜੀ? ਤਾਂ ਮਹਾਰਾਜ ਕਹਿੰਦੇ ਨੇ, ਪ੍ਰਮਾਤਮਾ ਜੋ ਨਦਰੀ ਹੈ, ਮਿਹਰ ਦੀ ਦ੍ਰਿਸ਼ਟੀ ਕਰਨ ਵਾਲਾ, ਉਸ ਦੇ ਕਰਮ ਬਖਸ਼ਿਸ਼ ਨਾਲ ਉਹਨਾਂ ਦੇ ਮਸਤਕ ਤੇ ਨਿਸ਼ਾਨ ਦਾ ਅਰਥ ਲੇਖ ਵੀ ਆ। ਨਿਸ਼ਾਨ ਦਾ ਅਰਥ ਹੈ ਚਿੰਨ੍ਹ, ਨਿਸ਼ਾਨੀ, ਉਹਨਾਂ ਦੇ ਮਸਤਕ ਤੇ ਪ੍ਰਗਟ ਹੁੰਦੀ। ਜਿਵੇਂ ਭਾਈ ਗੁਰਦਾਸ ਨੇ ਕਿਹਾ, ਪੁੱਤ ਜਣੈ ਵੜ ਕੋਠੜੀ, ਬਾਹਰ ਜਗ ਜਾਣਾ। ਜਦੋਂ ਕੋਈ ਮਾਂ ਬੱਚੇ ਨੂੰ ਜਨਮ ਦਿੰਦੀ ਤਾਂ ਚੁਰਾਹੇ 'ਚ ਨਹੀਂ ਦਿੰਦੀ, ਸਾਰੀ ਦੁਨੀਆ ਲੋਕਾਂ ਪਿੰਡ ਵਾਸੀਆਂ ਦੇ ਸਾਹਮਣੇ ਜਨਮ ਨਹੀਂ ਦਿੰਦੀ ਬੱਚੇ ਨੂੰ। ਪਰ ਜਿਸ ਘਰ ਵਿੱਚ ਕਾਕਾ ਜੰਮੇ, ਅੰਦਰ ਗੁਪਤ ਕੋਠੜੀ ਵਿੱਚ ਮਾਂ ਨੇ ਬੱਚੇ ਨੂੰ ਜਨਮ ਦਿੱਤਾ,
ਪਰ ਉਹ ਬੱਚਾ ਐਡੀ ਮਹਾਨਤਾ ਰੱਖਦਾ ਨਾ, ਸੰਸਾਰੀਆਂ ਲਈ ਔਲਾਦ। ਸਾਰੇ ਪਿੰਡ ਵਿੱਚ ਸ਼ਾਦੀਆਂ ਨੇ ਵਾਜਾਂ ਦਾ ਰੌਲਾ ਪੈ ਜਾਂਦਾ ਵੀ ਫਲਾਣੇ ਦੇ ਘਰ ਪੁੱਤਰ ਨੇ ਜਨਮ ਲਿਆ, ਬੱਚਾ ਹੋਇਆ। ਪੁੱਤ ਜਾਣਾ ਵੜ ਕੋਸ਼ੜੀ, ਬਾਹਰ ਜਗ ਜਾਣਾ, ਇਹ ਛੁਪਾਇਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਧਨ ਧਰਤੀ ਵਿੱਚ ਦੱਬੀ ਹੈ, ਮਸਤਕ ਪ੍ਰਵਾਣਾ। ਧਨ ਜਿਹਦੇ ਕੋਲ ਜਮ੍ਹਾਂ ਹੋਵੇ ਉਹਨੇ ਭਾਵੇਂ ਦੱਬਿਆ ਧਰਤੀ 'ਚ ਹੁੰਦਾ, ਪਰ ਉਹਦਾ ਮਸਤਕ ਦੱਸਦਾ ਹੈ ਕਿ ਇਹ ਧਨਾੜ ਆਦਮੀ, ਖੇੜਾ ਇਹਦੇ ਚਿਹਰੇ ਤੇ, ਖੁਸ਼ੀ ਹੈ। ਇੱਕ ਬਚਨ ਯਾਦ ਆ ਗਿਆ ਹੈ ਤਾਂ ਬਿਲਾਸ ਵਾਲਾ, ਗਿਆਨੀ ਮਾਨ ਸਿੰਘ ਚੌਰ ਕਹਿੰਦੇ ਨੇ ਕਿ ਮੇਰੇ ਪਿੰਡ ਦਾ ਸੀ ਇੱਕ ਰਹੀਮ ਬਖਸ਼, ਤੇ ਉਹਨੇ ਬਜ਼ੁਰਗਾਂ 'ਚ ਆ ਕੇ ਬੈਠ ਜਾਣਾ ਤੇ ਕਹਿਣਾ ਵੀ ਉਹ ਕਾਹਦਾ ਜੱਟ ਆ ਜਿਹਦੇ ਕੋਲ 400-500 ਰੁਪਈਆ ਜਮ੍ਹਾਂ ਹੈ ਨਹੀਂ। ਉਹਨਾਂ ਸਮੇਂ 400-500 ਰੁਪਈਆ ਬਹੁਤ ਅਹਿਮੀਅਤ ਰੱਖਦਾ ਸੀ, ਬੜੀ ਕੀਮਤ ਸੀ। ਤੇ ਬਜ਼ੁਰਗ ਸਿਆਣੇ ਹੁੰਦੇ ਨੇ, ਉਹ ਸਮਝ ਗਏ ਵੀ ਇਹਨੇ ਧਨ ਜੋੜਿਆ। ਉਹਦੇ ਮੁੰਡੇ ਨੂੰ ਪੁੱਛਿਆ ਵੀ ਅੱਲਾ ਦਿੱਤਿਆ, ਤੇਰਾ ਪਿਓ ਕਹਿੰਦਾ ਵੀ ਇੰਜ ਗੱਲਾਂ ਕਰਦਾ। ਕਹਿਣ ਲੱਗਾ ਇਹਨੇ ਪੈਸੇ ਜੋੜੇ ਹੋਏ ਨੇ, 500 ਰੁਪਈਆ ਦੇ ਕੋਲ ਜਮ੍ਹਾਂ। ਸਿਆਲ 'ਚ ਘਿਓ ਵੇਚ ਕੇ ਇਹਨੇ 500 ਰੁਪਈਆ ਬਣਾਇਆ ਤੇ ਰੋਜ਼ ਹੀ ਉਹ ਭਾਂਡੇ 'ਚੋਂ ਕੱਢ ਕੇ ਗਿਣ ਕੇ ਫਿਰ ਦੁਬਾਰਾ ਰੱਖਦਾ ਵੀ ਕਿਤੇ ਘੱਟ ਤਾਂ ਨਹੀਂ ਗਏ, ਕਿਸੇ ਨੇ ਕੱਢ ਤਾਂ ਨਹੀਂ ਲਏ। ਕਹਿਣ ਲੱਗੇ ਬਜ਼ੁਰਗ ਵੀ ਅੱਜ ਫਿਰ ਇਹਦੇ ਭਾਂਡੇ ਵਿੱਚੋਂ ਰੁਪਈਏ ਤੂੰ ਖਿਸਕਾ ਦੇ, ਪਾਸੇ ਕਰ ਦੇ। ਤਾਂ ਉਹ ਪਾਸੇ ਕਰ ਦਿੱਤੇ, ਰੁਪਈਏ ਕੱਢ ਲਏ ਉਹਦੇ ਲੜਕੇ ਨੇ। ਤੇ ਜਦੋਂ ਫਿਰ ਉਹਨੇ ਵੇਖੇ ਤੇ ਉੱਥੇ ਹੈ ਨਾ, ਤੇ ਚੁੱਪ ਵੱਟ ਲਈ। ਸਮਝ ਗਿਆ ਵੀ ਕਿਸੇ ਘਰ ਦੇ ਜੀਵ ਨੇ ਚੋਰੀ ਕੀਤੀ। ਕੀ ਹੋਇਆ? ਤਾਂ ਬਜ਼ੁਰਗਾਂ 'ਚ ਆ ਕੇ ਬੈਠਾ ਤੇ ਚੁੱਪ ਵੱਟੀ, ਨੀਵੀਂ ਪਾਈ ਹੋਈ। ਤੇ ਬਜ਼ੁਰਗ ਪੁੱਛਣ ਵੀ ਅੱਜ ਰਹੀਮ ਬਖਸ਼ਾ ਗੱਲਬਾਤ ਨਹੀਂ ਕੋਈ ਕਰਦਾ, ਕੀ ਗੱਲ ਹੋਈ? ਕਹਿਣ ਲੱਗਾ ਬਈ ਕਈ ਗੱਲਾਂ ਵਾਪਰ ਜਾਂਦੀਆਂ ਬੰਦੇ ਨਾਲ, ਪਰ ਬੋਲੇ ਨਾ, ਚਿਹਰਾ ਮੁਰਝਾਇਆ ਹੋਇਆ। ਉਹ ਸਮਝ ਗਏ, ਪਤਾ ਸੀ ਉਹਨਾਂ ਨੂੰ ਵੀ ਆਹ ਗੱਲ ਹੋਈ ਆ। ਫਿਰ ਉਹਨਾਂ ਸਮਝਾਇਆ ਉਸ ਨੂੰ ਵੀ ਧਨ ਤੇਰਾ ਤੇਰੇ ਘਰ ਹੀ ਆ, ਅਸੀਂ ਇੰਜ ਤੇਰੇ ਨਾਲ ਇੱਕ ਖੇਡ ਖੇਡੀ ਆ, ਤੇਰੀਆਂ ਗੱਲਾਂ ਬਾਤਾਂ, ਤੇਰੀ ਅਵਸਥਾ ਵੇਖਣ ਵਾਸਤੇ। ਵੀ ਧਨ ਕੋਲ ਸੀ ਤੇ ਗੱਲਾਂ ਬੜੀਆਂ ਸੀ, ਹੁਣ ਧਨ ਕਿਤੇ ਪਾਸੇ ਹੋ ਗਿਆ ਤੇ ਚਿਹਰਾ ਹੀ ਮੁਰਝਾ ਗਿਆ, ਗੱਲਬਾਤ ਹੀ ਨਹੀਂ ਔੜਦੀ। ਇਸੇ ਪ੍ਰਕਾਰ ਮਸਤਕ ਨਿਸ਼ਾਨ ਸੱਚਾ ਕਰਮ ਕੱਲ ਜੋੜ ਕਰ ਧਿਆਇਓ, ਬਚਨ ਹਨ ਗੁਰੂ ਗ੍ਰੰਥ ਸਾਹਿਬ ਦੇ। ਜੇ ਬੰਦੇ ਦੇ ਅੰਦਰ ਲੋਭ ਜ਼ਿਆਦਾ ਪ੍ਰਬਲ ਹੈ ਤੇ ਲੋਭ ਮੱਥੇ ਤੋਂ ਪ੍ਰਗਟ ਹੁੰਦਾ ਹੈ। ਕ੍ਰੋਧੀ ਹੋ ਗਿਆ ਤੇ ਕ੍ਰੋਧ ਵੀ ਮਸਤਕ ਤੋਂ ਪ੍ਰਗਟ ਹੁੰਦਾ ਹੈ। ਕਾਮ ਵਾਸ਼ਨਾ 'ਚ ਗਰਸਿਆ ਹੋਇਆ ਤੇ ਉਦੋਂ ਵੀ ਚਿਹਰੇ ਤੋਂ ਭਾਵ ਸਿਆਣੇ ਬੰਦੇ ਪਤਾ ਲਾ ਲੈਂਦੇ ਨੇ। ਉਦਾਸੀਨ ਹੈ, ਗਮਗੀਨ ਹੈ ਤੇ ਉਦੋਂ ਵੀ ਚਿਹਰੇ ਦੀ ਉਦਾਸੀ ਪੜ੍ਹੀ ਜਾਂਦੀ ਹੈ। ਅੰਗਰੇਜ਼ੀ ਵਿੱਚ ਵੀ ਇੱਕ ਕਹਾਵਤ ਹੈ, ਦਾ ਫੇਸ ਇਜ਼ ਦਾ ਇੰਡੈਕਸ ਆਫ ਦਾ ਮਾਈਂਡ। ਚਿਹਰਾ ਮਨ ਦੀ ਸੂਚੀ ਹੋਇਆ ਕਰਦਾ। ਔਰ ਇਸ ਪ੍ਰਕਾਰ ਹਜੂਰ ਕਹਿੰਦੇ ਨੇ ਪਰਮਾਤਮਾ ਦੀ ਨਜ਼ਰ ਦ੍ਰਿਸ਼ਟੀ ਦੁਆਰਾ ਤੇ ਉਹਦੀ ਬਖਸ਼ਿਸ਼ ਦੁਆਰਾ, ਦ੍ਰਿਸ਼ਟੀ ਵਾਲੇ ਪਰਮਾਤਮਾ ਦੀ ਕਰਮ ਬਖਸ਼ਿਸ਼ ਦੁਆਰਾ ਮਸਤਕ ਤੇ ਨਿਸ਼ਾਨ ਚਿੰਨ੍ਹ ਵੀ ਪ੍ਰਗਟ ਹੁੰਦੇ ਨੇ। ਤੇ ਇਸ ਤਰ੍ਹਾਂ ਸੰਸਾਰੀ ਲੋਕ ਵੀ ਸਮਝ ਲੈਂਦੇ ਸਾਧੂ ਸੰਤ ਨੇ। ਜਿਵੇਂ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਦਾ ਚਿਹਰਾ ਬਹੁਤ ਬੈਰਾਗਵਾਨ ਰਹਿੰਦਾ ਸੀ ਤੇ ਜਾਰਜ ਪੰਚਮ ਦਿੱਲੀ ਦਾ ਗਵਰਨਰ ਸੀ ਤੇ ਇਹਨਾਂ ਦਾ ਚਿਹਰਾ ਵੇਖ ਕੇ ਉਹਨੇ ਗੱਲ ਕਹੀ ਸੀ ਵੀ ਐਸਾ ਸੰਤ ਜੇ ਸਾਡੇ ਈਸਾਈ ਮਤ ਵਿੱਚ ਕੋਈ ਪ੍ਰਗਟ ਹੋ ਜਾਏ, ਪੈਦਾ ਹੋ ਜਾਏ, ਤੇ ਅਸੀਂ ਉਹਦੇ ਬਲਬੂਤੇ ਸਾਰਾ ਸੰਸਾਰ ਈਸਾਈ ਰੰਗ ਵਿੱਚ ਰੰਗ ਸਕਦੇ ਹਾਂ, ਸਾਰਿਆਂ ਨੂੰ ਈਸਾਈ ਮਤ ਵਿੱਚ ਲਿਆ ਸਕਦੇ ਹਾਂ। ਸੋ ਇਸ ਪ੍ਰਕਾਰ ਇੰਨੀ ਉੱਚੀ ਅਵਸਥਾ ਵਾਲੇ ਸੀ ਮਹਾਂਪੁਰਸ਼, ਹਰ ਵਕਤ ਬੈਰਾਗ ਰਹਿੰਦਾ ਸੀ। ਇਸੇ ਤਰ੍ਹਾਂ ਕੁਝ ਮਹਾਤਮਾ ਦੇ ਦਰਸ਼ਨ ਦਾਸ ਨੇ ਕੀਤੇ, ਜਿਵੇਂ ਬਾਬਾ ਕੀਰਤਨ ਸਿੰਘ ਸਾਹਿਬ। ਉਹਨਾਂ ਦੇ ਚਿਹਰੇ ਦੀ ਮੁਸਕਾਨ ਅੱਠੇ ਪੈਰ ਦਰਸ਼ਨ ਵੇਖੀ ਹੈ ਔਰ ਐਨ ਚਿਹਰਾ ਖਿੜਿਆ ਰਹਿੰਦਾ ਸੀ, ਨੇਤਰ ਬੜੇ ਅਲਬੇਲੇ ਜਿਹੇ। ਸੋ ਇਸ ਤਰ੍ਹਾਂ ਜਿਹੜੀਆਂ ਅੱਖਾਂ, ਜਿਹੜਾ ਮਨ ਪਰਮਾਤਮਾ ਦੇ ਰੰਗ 'ਚ ਰੰਗਿਆ ਹੋਇਆ, ਸੋ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਵੀ ਪ੍ਰਗਟ ਹੁੰਦੇ ਨੇ। ਤੇ ਫਿਰ ਨਿਸ਼ਾਨ ਲੇਖ ਵੀ ਪਰਮਾਤਮਾ ਨੇ ਆਪਣੀ ਬਖਸ਼ਿਸ਼ ਨਾਲ ਉਹਨਾਂ ਦੇ ਮਸਤਕ ਤੇ ਪਾਇਆ, ਜਿਸ ਕਰਕੇ ਉਹਨਾਂ ਨੂੰ ਇਹ ਦਾਤ ਮਿਲੀ। ਕੱਚ ਪਕਾਈ ਉਥੈ ਪਾਏ, ਪਰ ਕਿਸੇ ਜੀਵ ਦੀ ਅੰਦਰਲੀ ਕਚਿਆਈ ਤੇ ਪਕਿਆਈ ਇਹ ਉੱਥੇ ਜਾਣੀ ਜਾਂਦੀ, ਪਰਮਾਤਮਾ ਦਰਗਾਹ ਵਿੱਚ ਹੀ ਪ੍ਰਾਪਤ ਕੀਤੀ ਜਾ ਸਕਦੀ। ਯਾਨੀ ਕਿ ਇਹ ਗਿਆਨ ਉੱਥੇ ਹੀ ਪ੍ਰਾਪਤ ਹੁੰਦਾ ਜਾ ਕੇ। ਕਚਿਆਈ ਤੇ ਪਕਿਆਈ ਕਿਹਦੇ ਵਿੱਚ ਹੈ? ਕੌਣ ਕੱਚਾ ਹੈ, ਕੌਣ ਪੱਕਾ ਸੰਤ ਹੈ? ਹਜ਼ੂਰ ਨੇ ਕਿਹਾ, ਨਾਨਕ ਕੱਚੜੇ ਆਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆ, ਓਏ ਜੀਵਨ ਦੇ ਵਿਛੜ ਹੈ, ਓਏ ਮੋਇਆ ਨਾ ਜਾਹੀ ਛੋੜ। ਰੱਬ ਦਾ ਜੋ ਪੱਕਾ ਹੋਇਆ ਸੰਤ ਹੈ ਨਾ, ਪੱਕੀ ਅਵਸਥਾ ਵਾਲਾ, ਉਹਦੀ ਸੰਗਤ ਐਸੀ ਹੈ ਕਿ ਇੱਥੇ ਤਾਂ ਹੈ ਮਦਦਗਾਰ, ਅੱਗੇ ਦਰਗਾਹ ਵਿੱਚ ਵੀ ਸਰੀਰ ਦੇ ਤਿਆਗਣ ਤੋਂ ਬਾਅਦ ਵੀ ਉਹ ਹੱਥ ਨਹੀਂ ਛੱਡੇਗਾ। ਪਰ ਜਿਹੜੇ ਕੱਚੇ ਲੋਕ ਨੇ ਸੰਸਾਰੀ, ਉਹ ਜਿਉਂਦੇ ਹੀ ਸਾਥ ਛੱਡ ਜਾਂਦੇ ਜਦੋਂ ਤੁਹਾਡੇ ਕੋਲ ਚੜ੍ਹਤ ਫਬਤ ਨਾ ਰਹੇ।
ਕਿਉਂਕਿ ਚੜ੍ਹਦੇ ਨੂੰ ਸਲਾਮਾਂ ਕਰਦੇ ਨੇ ਸੰਸਾਰੀ। ਕੌਣ ਅੰਦਰੋਂ ਕੱਚਾ ਸੀ ਤੇ ਕੌਣ ਪੱਕਾ, ਇਹ ਉੱਥੇ ਦਰਗਾਹ ਵਿੱਚ ਜਾ ਕੇ ਪਤਾ ਲੱਗਦਾ। ਨਾਨਕ ਗਿਆ ਜਾਪੈ ਜਾਏ। ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਉੱਥੇ ਜਦੋਂ ਜਾਵਾਂਗੇ ਗਿਆ ਹੋਇਆਂ ਹੀ ਜਾਪੈ ਜਾਏ, ਜਾਣਿਆ ਜਾਂਦਾ ਹੈ ਤੇ ਕੌਣ ਕੱਚਾ ਤੇ ਕੌਣ ਪੱਕਾ, ਕੌਣ ਸੱਚਾ ਤੇ ਕੌਣ ਝੂਠਾ, ਕਿਹੜਾ ਅਸਲੀ ਸੰਤ ਤੇ ਕਿਹੜਾ ਬਨਾਵਟੀ। ਇਹ ਉੱਥੇ ਰੱਬ ਦੀ ਦਰਗਾਹ ਵਿੱਚ ਜਾਇਆ, ਉਹਦੇ ਦਰਬਾਰ ਵਿੱਚ ਜਾਇਆ ਹੀ ਜਾਣਿਆ ਜਾਂਦਾ ਹੈ। ਇਹ 34 ਪੌੜੀਆਂ ਤੱਕ ਵਿਚਾਰ ਗੁਰੂ ਕਿਰਪਾ ਸਦਕਾ ਹੋਈ ਹੈ। ਇੱਥੋਂ ਤੱਕ ਇਸ ਪੌੜੀ 'ਚ ਧਰਮਖੰਡ ਕਥਨ ਕਰਤਾ। ਗੁਰਬਾਣੀ ਜਪਜੀ ਸਾਹਿਬ ਦੇ ਅੰਦਰ 5 ਖੰਡਾਂ ਦਾ ਜ਼ਿਕਰ ਕੀਤਾ ਸਤਿਗੁਰਾਂ ਨੇ। ਧਰਮਖੰਡ, ਉਸ ਤੋਂ ਬਾਅਦ ਫਿਰ ਗਿਆਨ ਖੰਡ ਹੈ, ਫਿਰ ਸਰਮਖੰਡ, ਫਿਰ ਕਰਮ ਬਖਸ਼ਿਸ਼ ਦਾ ਖੰਡ ਤੇ ਫਿਰ 5ਵਾਂ ਮੰਜ਼ਿਲ ਹੈ ਸੱਚਖੰਡ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਨੇ ਇਹ ਉਪਦੇਸ਼ਮਈ ਬਚਨ ਉਚਾਰੇ ਹਨ। ਭੁੱਲਾਂ ਚੁੱਕਾਂ ਹੋਈਆਂ ਸਤਿਗੁਰੂ ਜੀ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।